वन रेडियो स्टेशन FM 91.9 दोपहर 12 से शाम 6 बजे तक. Television. You are watching Channel Y. Channel Y. Prime Minister, welcome. It's a pleasure to be back. Online, SouthAsianDaily.com. The biggest South Asian media group. Y Media. This part of the program is brought to you by Midweek Newspaper, published every Tuesday. वाई मीडिया ग्रुप ਵੱਲੋਂ ਤੁਹਾਡੇ ਸਾਰਿਆਂ ਦਾ ਚੈਨਲ ਵਾਈ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੂਜੀਤ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸਭ ਤੋਂ ਪਹਿਲਾਂ ਸਾਡੇ ਆਏ ਹੋਏ ਮਹਿਮਾਨਾਂ ਦਾ ਅਸੀਂ ਸਵਾਗਤ ਕਰਨਾ ਚਾਹੁੰਦੇ ਹਾਂ ਪੈਨਲ ਮੈਂਬਰਸ ਦਾ, ਔਰ ਉਸ ਤੋਂ ਬਾਅਦ ਬਹੁਤ ਸਾਰੇ ਟੌਪਿਕਸ ਨੇ ਅੱਜ ਉਹਨਾਂ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਸਾਡੇ ਮਹਿਮਾਨਾਂ ਦੀ ਖਾਸ ਇਨਪੁਟ ਜ਼ਰੂਰ ਲਈ ਜਾਵੇ। ਫਸਟ ਆਫ ਆਲ ਆਈ ਲਾਈਕ ਟੂ ਵੈਲਕਮ ਕਰਨਲ ਰੁਪਿੰਦਰ ਹੈਡ। ਰੁਪਿੰਦਰ ਹੈਡ ਜੀ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ ਸਰ। ਯਦਵੀ ਜੀ ਆਲਵੇਜ਼ ਅ ਪਲੇਜ਼ਰ, ਮਿਹਰਬਾਨੀ ਔਰ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਔਰ ਨਾਲ ਹੀ ਸਵਾਗਤ ਕਰਨਾ ਚਾਹੁੰਦੇ ਹੈਗੇ ਅਮਨਜੀਤ ਵਿਰਕ ਸਾਹਿਬ ਦਾ। ਵਿਰਕ ਸਾਹਿਬ, ਤੁਹਾਡਾ ਵੀ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ। ਯਦਵੀ ਜੀ ਮੇਰੇ ਵੱਲੋਂ ਵਾਈ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ। ਥੈਂਕ ਯੂ ਸਰ, ਯੈਸ ਵੀ ਸਪੋਰਟ। ਔਰ ਨਾਲ ਹੀ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਤੇਜੀ ਓਬਰਾਏ ਜੀ ਦਾ। ਹੀ ਇਜ਼ ਅ ਰੈਗੂਲਰ ਪੈਨਲ ਮੈਂਬਰ ਆਫਟਰ ਅ ਵੈਰੀ ਸ਼ਾਰਟ ਬ੍ਰੇਕ। ਅੱਜ ਫੇਰ ਇੱਕ ਵਾਰੀ ਸਾਡੇ ਨਾਲ ਨੇ ਤੇਜੀ ਓਬਰਾਏ ਸਾਹਿਬ, ਤੁਹਾਡਾ ਵੀ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ ਸਰ। Thank you, Yudhvi. Thanks for having me, and hello to Rupinder ji and Vic sir. Teji, welcome back. Thank you ji, thank you. ਸਭ ਤੋਂ ਪਹਿਲਾਂ ਮੈਂ ਓਪਨਿੰਗ ਰਿਮਾਰਕਸ ਤੁਹਾਡੇ ਸਾਰਿਆਂ ਦੇ ਲੈਣਾ ਚਾਹਾਂਗਾ, ਸਟਾਰਟਿੰਗ ਵਿਦ ਯੂ ਰੁਪਿੰਦਰ ਜੀ, ਕਿ ਓਵਰਆਲ ਜੋ ਕੁਝ ਹੁਣ ਕੋਰੋਨਾ ਵਾਇਰਸ ਦੇ ਬਾਰੇ ਇਸ ਸਮੇਂ ਚੱਲ ਰਿਹਾ ਹੈਗਾ, ਜੇ ਅਸੀਂ ਗੱਲ ਕਰੀਏ ਸਾਰੇ ਕੈਨੇਡਾ ਦੀ ਫੈਡਰਲ ਸਰਕਾਰ क्या ठीक कर रही है या प्रोविंशियल सरकार, म्युनिसिपल गवर्नमेंट, हाउ सैटिस्फाइड आर यू विद देयर वर्किंग? जी रुपिंदर है जी। ਯਦਵੀਰ ਜੀ, ਜਿਸ ਦਾ ਮੇਰਾ ਜਾਤੀ ਓਪੀਨੀਅਨ ਹੈਗਾ, ਤਿੰਨਾਂ ਹੀ ਲੈਵਲ ਦੀਆਂ ਸਰਕਾਰ, ਚਾਹੇ ਮਿਊਨਿਸਪੈਲਿਟੀ, ਪ੍ਰੋਵਿੰਸ਼ੀਅਲ ਔਰ ਫੈਡਰਲ, ਉਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ। ਆਈ ਥਿੰਕ ਵਰਲਡ ਦੇ ਵਿੱਚ ਜਿਵੇਂ ਕੋਵਿਡ-19 ਨੂੰ ਕੈਨੇਡਾ ਨੇ ਹੈਂਡਲ ਕੀਤਾ ਆ, ਇਟਸ ਐਗਜ਼ੈਂਪਲਰੀ, ਬਹੁਤ ਹੀ ਵਧੀਆ ਆ, ਕੋਈ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਦੋ ਕੋਵਿਡ-19 ਔਰ ਕੰਟਰੋਵਰਸੀਜ਼ ਜਿਹੜੀਆਂ ਨੇ ਦੇ ਹੈਵ ਬੀਨ ਗੋਇੰਗ ਆਲਮੋਸਟ ਸੇਮ ਟਾਈਮ, ਮਗਰ ਜੇ ਅਸੀਂ ਸਿਰਫ ਕੋਵਿਡ-19 ਨੂੰ ਹੈਂਡਲ ਕਰਨ ਦੀ ਗੱਲ ਕਰੀਏ, ਆਈ ਥਿੰਕ ਬਹੁਤ ਹੀ ਵਧੀਆ ਆ। ਖਾਸ ਤੌਰ ਤੇ ਆਈ ਥਿੰਕ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਔਰ ਮਿਊਨਿਸਪੈਲਿਟੀ ਉੱਤੇ ਜਿਹੜੀ ਹੈ ਸਭ ਤੋਂ ਜ਼ਿਆਦਾ ਇਹ ਜਿਹੜੀ ਹੈ ਜ਼ਿੰਮੇਵਾਰੀ ਪਈ ਹੈ, ਕਿਉਂਕਿ ਫੈਡਰਲ ਸਰਕਾਰ ਨੇ ਤੇ ਜਿਹੜੇ ਗ੍ਰਾਂਟਸ ਦਿੱਤੀਆਂ ਨੇ ਜਾਂ ਹੋਰ ਲੋਕਾਂ ਨੂੰ ਇਕੋਨਮੀ ਨੂੰ ਸਪੋਰਟ ਕਰਨ ਦਾ ਕੀਤਾ ਕੰਮ, ਮਗਰ ਔਨ ਗਰਾਊਂਡ ਜਿਹੜਾ ਕੰਮ ਲੜਾਈ ਲੜੀ ਹੈ ਐਕਚੁਅਲੀ ਉਹ ਜਿਹੜੀ ਆ ਉਹ ਪ੍ਰੋਵਿੰਸ਼ੀਅਲ ਔਰ ਮਿਊਨਿਸਪੈਲਿਟੀਜ਼ ਨੇ ਔਰ ਹੈਲਥ ਲਾਈਨ ਵਰਕਰਸ ਨੇ। ਸੋ ਆਈ ਥਿੰਕ ਦੇ ਬਹੁਤ ਹੀ ਜਿਵੇਂ ਕੰਸਟ੍ਰੇਨ ਸੀਗੀਆਂ ਇਨੀਸ਼ੀਅਲੀ, ਉਹਦੇ ਹਿਸਾਬ ਨਾਲ ਜਿਵੇਂ ਸਾਰਾ ਹੀ ਕੈਨੇਡਾ, ਸਾਰੀਆਂ ਸਰਕਾਰਾਂ ਇਕੱਠੀਆਂ ਹੋ ਕੇ ਉਹਨਾਂ ਨੇ ਕੰਮ ਕੀਤਾ, ਉਹ ਬੜਾ ਸ਼ਲਾਘਾਯੋਗ ਆ। ਔਰ ਸਭ ਤੋਂ ਵਧੀਆ ਚੀਜ਼ ਜਿਹੜੀ ਇੱਥੇ ਵੇਖਣ ਵਾਲੀ ਆਈ ਆ, ਸਾਰੀ ਚਾਹੇ ਅਦਰ ਇਟ ਵਾਜ਼ ਆਪੋਜੀਸ਼ਨ, ਚਾਹੇ ਉਹ ਰੂਲਿੰਗ ਪਾਰਟੀਜ਼ ਹੈਗੀਆਂ, ਕਿਸੇ ਨੇ ਵੀ ਆਲ ਪੀਪਲ ਦੇ ਵਰਕ ਟੂਗੇਦਰ। ਉਹ ਇੱਕ ਬੜੀ ਵਧੀਆ ਐਗਜ਼ਾਮਪਲ ਹੈ ਦਵਿਨ ਕਿ ਜਦੋਂ ਇਹੋ ਜਿਹਾ ਕੋਈ ਕ੍ਰਾਈਸਿਸ ਕੰਟਰੀ ਦੇ ਆਇਆ, ਸੋ ਐਵਰੀਬਡੀ ਵਾਸ ਟੂਗੇਦਰ ਰਿਗਾਰਡਲੈਸ ਕਿ ਵੈਦਰ ਉਹ ਪੀਸੀ ਹੈ ਔਰ ਲਿਬਰਲ ਹੈ। ਸੋ ਦੈਟ ਇਜ਼ ਆਈ ਥਿੰਕ ਬਹੁਤ ਵਧੀਆ ਐਗਜ਼ਾਮਪਲ ਕੋਵਿਡ-19 'ਚ ਵੇਖਣ ਨੂੰ ਮਿਲੀ ਹੈ। ਸੋ ਆਈ ਐਮ ਵੈਰੀ ਹੈਪੀ। ਠੀਕ ਹੈ ਜੀ। ਵਿਰਕ ਸਾਹਿਬ, ਤੁਹਾਡੇ ਕੀ ਕਮੈਂਟ ਨੇ overall? ਕੁਝ ਕਰਨਲ ਸਾਹਿਬ ਨੇ ਆਲਮੋਸਟ ਕਲੀਅਰ ਕਰ ਦਿੱਤਾ, ਪਰ ਇਹਦੇ ਵਿੱਚ ਮੈਂ ਇੱਕ ਹੋਰ ਅਸੀਂ ਪਰਿਵਾਰ ਦੀ ਤਰ੍ਹਾਂ ਵਰਕ ਕੀਤਾ। ਜਿਵੇਂ ਇੱਕ ਪਰਿਵਾਰ ਦੇ ਵਿੱਚ ਵੱਖਰੇ ਵੱਖਰੇ ਵਿਚਾਰਾਂ ਵਾਲੇ ਬੱਚੇ ਹੁੰਦੇ ਨੇ, ਉਹ ਕੋਈ ਕਿਸੇ ਪਾਰਟੀ ਨੂੰ ਸੰਬੰਧ ਰੱਖਦਾ, ਕੋਈ ਕਿਸੇ ਨੂੰ, ਪਰ ਫਿਰ ਵੀ ਇੱਕ ਪਰਿਵਾਰ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਚਲਾਉਂਦੇ ਨੇ। ਜਦੋਂ ਕੋਈ ਮੁਸ਼ਕਿਲ ਆ ਜਾਂਦੀ ਉਹਦੇ ਲਈ ਸਾਰੇ ਇਕੱਠੇ ਹੋ ਜਾਂਦੇ ਨੇ, ਉਹ ਅਸੀਂ ਮੁਜ਼ਾਹਰਾ ਕੀਤਾ ਹੈ। ਅਤੇ ਕੋਵਿਡ-19 ਜਿਵੇਂ ਉਸਨੇ ਆ ਕੇ ਵੜਿਆ ਕੈਨੇਡਾ ਦੇ ਵਿੱਚ, ਠੀਕ ਹੈ, ਸ਼ੁਰੂ ਵਿੱਚ ਸੁਸਤੀ ਜੀ ਵਿਖਾਈ ਵੀ ਸ਼ਾਇਦ ਇਹ ਐਵੇਂ ਹੀ ਹੈ, ਆਪੇ ਭੱਜ ਭੁੱਜ ਜਾਏਗਾ, ਪਰ ਇਮੀਡੀਏਟਲੀ ਖਤਰੇ ਨੂੰ ਮਹਿਸੂਸ ਕਰ ਲਿਆ ਅਤੇ ਕਰੋਨਾ ਵਾਇਰਸ ਨੂੰ ਧੌਣੋਂ ਫੜ ਕੇ ਖੁੱਡੇ ਲੈਣ ਲਾ ਦਿੱਤਾ। ਇਹ ਤੋਂ ਵੱਧ ਮੈਂ ਕੀ ਕਹਿ ਸਕਦਾ। ਔਰ ਉਹਦੇ ਵਿੱਚ ਸਾਰੇ ਪਬਲਿਕ ਦਾ ਬੜਾ ਵੱਡਾ ਯੋਗਦਾਨ ਹੈ, ਫਰੰਟ ਲਾਈਨ ਵਰਕਰਸ ਦਾ ਯੋਗਦਾਨ ਹੈ, ਹੈਲਥ ਵਰਕਰ ਦਾ ਯੋਗਦਾਨ ਹੈ, ਟੈਕਸੀ ਵਰਕਰਸ ਦਾ, ਸਾਰਿਆਂ ਦਾ, ਜਿੰਨੇ ਵੀ ਉਹ ਸਭ ਦਾ ਯੋਗਦਾਨ ਹੈ, ਜਿਹੜੇ ਕਿ ਘਰਾਂ 'ਚ ਜਾ ਕੇ ਫੂਡ ਸਪਲਾਈ ਕਰਦੇ ਰਹੇ, ਔਖੇ ਵੇਲੇ ਓਲਡ ਬਜ਼ੁਰਗਾਂ ਦੀ ਜਾ ਕੇ ਮਦਦ ਕਰਦੇ ਰਹੇ।
ਇਹ ਸਾਰੇ ਅਸੀਂ ਐਜ਼ ਏ ਸੋਸਾਇਟੀ, ਐਜ਼ ਏ ਕਲਚਰ, ਐਜ਼ ਏ ਨੇਸ਼ਨ ਅਸੀਂ ਇੱਕ ਪਲੇਟਫਾਰਮ ਤੇ ਖਲੋ ਕੇ ਇਹਦਾ ਮੁਕਾਬਲਾ ਕੀਤਾ ਤੇ ਇਹਨੂੰ ਖੁੱਡੇ ਨਾਲ ਲਾਤਾ ਤੇ ਅਸੀਂ ਚੰਗੀ ਹਾਲਤ 'ਚ ਆਉਣਾ ਤਾਂ ਇਸ ਵੇਲੇ ਨਿਸ਼ਚਿੰਤ ਆਲਮੋਸਟ ਹੋਏ ਆ ਤੇ ਇਕਨੋਮੀ ਨੂੰ ਖੋਲ੍ਹਣ ਵਾਲੇ ਪਾਸੇ ਤੁਰੇ ਹੋਏ ਆ ਤੇ ਛੇਤੀ ਬੜਾ ਕੁਝ ਸਹੀ ਹੋਣ ਦੀ ਆਸ ਹੈਗੀ ਹੈ। ਠੀਕ ਹੈ ਜੀ। ਹਾਂਜੀ ਤਜਿੰਦਰ ਜੀ, ਤੁਹਾਡਾ ਕੀ ਕਹਿਣਾ ਤਜਿੰਦਰ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? I think युद्धवीर जी initially अगर देखिए तो फरवरी जनवरी फरवरी which I think मैंने लगता है, मेरा पर्सनल ओपिनियन है कि I think response was very sluggish. I think मैंने नहीं लगता कि गवर्नमेंट ने शुरू विच इन्ना सीरियसली लेता सी, especially in January February, but जब यूरोप विच बहुत ज्यादा केसेस बढ़ने शुरू हो गए थे, I think initial response was slow, but overall after once they realized that this is a very dangerous disease and a very dangerous virus, I think then all of a sudden province plus the federal government, I think they put their head together and jada response thi, aggressive response thi, and that's the reason I think in 2-3 months or 4 months they've been able to control it. But I think मैनू हाले लगता है कि हाले फाइट खत्म नहीं हुई है, हाले भी खतरा हैगा बहुत ज़्यादा। ते आई थिंक प्रोविंशियल प्लस फैडरल गवर्नमेंट नू, दोनों गवर्नमेंट्स नू या जिन्नी भी गवर्नमेंट्स हैगियां सारी प्रोविंसेस दी, उन्हां नू मिल के हाले भी है थोड़ी जी फाइट करनी पड़ेगी बिकॉज इट्स नॉट ओवर येट। बट ओवरऑल यू कैन से दैट इन स्पाइट ऑफ अ स्लगिश रिस्पॉन्स अर्लियर जब शुरू होया सी, आई थिंक वंस दे रियलाइज दैट दिस इज नॉट गोना गो, I think मैनू लगता है कि जिहड़ी कोऑपरेशन बिटवीन फेडरल एंड प्रोविंशियल सरकारां दी सी वो चंगी सी। I think that's the reason they've been able to control it to a level. ठीक है जी। और ਹੁਣ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇੱਕ ਇੰਟਰਸਟਿੰਗ ਇਨਫੋਰਮੇਸ਼ਨ, ਦੁਬਾਰਾ ਫਿਰ ਫੈਡਰਲ ਲੈਵਲ ਤੇ ਜਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਦੱਸਣਾ ਚਾਹਾਂਗੇ ਕਿ ਰੀਸੈਂਟਲੀ ਇੱਕ ਡਾਟਾ ਰਿਲੀਜ਼ ਕੀਤਾ ਗਿਆ ਸੀਗਾ ਜਿਹਦੇ ਵਿੱਚ ਕਿ ਇਹ ਦੱਸਿਆ ਗਿਆ ਸੀ ਕਿ ਰੇਸ ਬੇਸਡ ਡਾਟਾ ਉਹਨਾਂ ਨੇ ਕਲੈਕਟ ਕੀਤਾ ਕਿ ਕੌਣ ਲੋਕ ਨੇ ਜਿਹੜੇ ਕੋਰੋਨਾ ਵਾਇਰਸ ਨਾਲ ਜ਼ਿਆਦਾ ਹਿੱਟ ਹੋਏ। ਇਹਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਵੀ ਦੱਸਣਾ ਚਾਹਾਂਗੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਡਿਸਪ੍ਰੋਪੋਰਸ਼ਨੇਟਲੀ ਹਿੱਟ ਹੋਈ ਹੈਗੀ ਆ, ਯਾਨੀ ਕਿ ਜਿੰਨੇ ਨੰਬਰਸ ਨੇ ਫੀਲਡ ਰੀਜਨ ਦੇ ਵਿੱਚ, ਬਰੈਂਪਟਨ 'ਚ ਕਾਫੀ ਨੰਬਰ ਹੈਗੇ ਨੇ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ, ਮਿਸਿਸਾਗਾ 'ਚ ਕਾਫੀ ਨੇ, ਕੈਨੇਡਾ 'ਚ ਕਾਫੀ ਨੇ, ਪਰ ਉਸ ਤੋਂ ਵੀ ਜ਼ਿਆਦਾ ਨੰਬਰ ਜਿਹੜੇ ਨੇ ਕੋਰੋਨਾ ਵਾਇਰਸ ਦੇ ਆਏ। ਔਰ ਕੁਝ ਇਸੇ ਤਰ੍ਹਾਂ ਬਲੈਕ ਕਮਿਊਨਿਟੀ ਵੀ ਜ਼ਿਆਦਾ ਹਿੱਟ ਹੋਈ ਹੈ, ਲੈਟੀਨੋ ਕਮਿਊਨਿਟੀ ਵੀ ਆਪਣੇ ਨੰਬਰ ਤੋਂ ਜ਼ਿਆਦਾ ਹਿੱਟ ਹੋਈ ਹੈਗੀ ਆ, ਵਾਈਟ ਕਮਿਊਨਿਟੀ ਜਿੰਨੇ ਉਹਨਾਂ ਦੇ ਨੰਬਰਸ ਨੇ, ਮਿਸਿਸਾਗਾ ਦੇ ਵਿੱਚ ਜਿੰਨੀ ਵਾਈਟ ਕਮਿਊਨਿਟੀ ਰਹਿੰਦੀ ਹੈ, ਬਰੈਂਪਟਨ ਜਾਂ ਕੈਨੇਡਾ ਰਹਿੰਦੀ ਹੈ, ਉਹਨਾਂ ਦੇ ਕੋਰੋਨਾ ਵਾਇਰਸ ਦੇ ਨੰਬਰ ਉਹਦੇ ਤੋਂ ਵਾਈਟ ਕਮਿਊਨਿਟੀ ਦੇ ਘੱਟ ਨੇ। ਈਸਟ ਏਸ਼ੀਅਨ ਕਮਿਊਨਿਟੀ ਵੀ ਜਿੰਨੇ ਉਹਨਾਂ ਦੇ ਨੰਬਰਸ ਨੇ ਉਹ ਤੋਂ ਘੱਟ ਹਿੱਟ ਹੋਈ ਹੈ। ਇਹ ਤਾਂ ਹੋਈ ਮਤਲਬ ਕਮਿਊਨਿਟੀ ਵਾਈਜ਼ ਜਿਹੜਾ ਇਹ ਡਾਟਾ ਹੈ ਕਿ ਸਾਊਥ ਏਸ਼ੀਅਨ ਜਾਂ ਫਿਰ ਮੈਡੀਟੇਰੀਅਨ ਜਾਂ ਫਿਰ ਵਾਈਟ ਕਮਿਊਨਿਟੀ ਕਿੰਨੇ ਹਿੱਟ ਹੋਈ ਹੈ। ਜੇ ਅਸੀਂ ਗੌਰ ਕਰੀਏ ਕਿ ਆਖਿਰਕਾਰ ਪ੍ਰੋਫੈਸ਼ਨ ਕਿਹੜਾ ਜ਼ਿਆਦਾ ਹਿੱਟ ਹੋਇਆ, ਸਭ ਤੋਂ ਜ਼ਿਆਦਾ ਹਿੱਟ ਹੋਇਆ ਹੈਲਥ ਕੇਅਰ ਪ੍ਰੋਫੈਸ਼ਨਲ। ਹਾਲਾਂਕਿ ਫੀਲਡ ਰੀਜਨ ਦੇ ਵਿੱਚ ਸਿਰਫ 5% ਐਸੇ ਲੋਕ ਨੇ ਜਿਹੜੇ ਕਿ ਹੈਲਥ ਕੇਅਰ ਦੇ ਨਾਲ ਸੰਬੰਧਿਤ ਨੇ, ਸਿਰਫ 5% ਲੋਕ ਹੈਲਥ ਕੇਅਰ ਦੇ ਨਾਲ ਸੰਬੰਧਿਤ ਨੇ। ਲੇਕਿਨ ਜੇ ਅਸੀਂ ਨੰਬਰ ਦੇਖੀਏ, ਲਗਭਗ 1/3 ਨੰਬਰ 1/3 ਕੋਰੋਨਾ ਵਾਇਰਸ ਦੇ ਕੇਸਿਸ ਜਿਹੜੇ ਨੇ ਉਹ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਨਾਲ ਸੰਬੰਧਿਤ ਨੇ। ਜਾਇਜ਼ ਕੀ ਗੱਲ ਹੈ, ਫਰੰਟ ਲਾਈਨ ਵਰਕਰਸ ਨੇ। ਖੈਰ ਐਨਾਲਿਸਿਸ ਮੈਂ ਪੈਨਲ ਨੰਬਰ ਲਵਾਂਗਾ ਇਹਦਾ। ਦੂਸਰਾ ਜਿਹੜਾ ਸਭ ਤੋਂ ਜ਼ਿਆਦਾ ਸੈਕਟਰ ਹਿੱਟ ਹੋਇਆ ਦੈਟ ਇਜ਼ ਟਰਾਂਸਪੋਰਟ ਸੈਕਟਰ। ਜਿਹੜੇ ਲੋਕ ਟਰਾਂਸਪੋਰਟ ਸੈਕਟਰ में, ਚਾਹੇ ਉਹ ਟਰਕਿੰਗ 'ਚ ਹੈਗੇ ਨੇ, ਚਾਹੇ ਉਹ ਟੈਕਸੀ ਬਿਜ਼ਨਸ ਹੈਗੇ ਨੇ, ਟਰਾਂਸਪੋਰਟ ਸੈਕਟਰ ਦੇ ਲੋਕ ਨੇ ਜਿਹੜੇ ਉਹ ਦੂਸਰੇ ਸਭ ਤੋਂ ਜ਼ਿਆਦਾ ਹਿੱਟ ਹੋਏ ਨੇ ਔਰ ਡਿਸਪ੍ਰੋਪੋਰਸ਼ਨੇਟਲੀ ਜਿੰਨੇ ਬੰਦੇ ਕੰਮ ਕਰਦੇ ਨੇ ਉਸ ਤੋਂ ਜ਼ਿਆਦਾ। ਤੀਸਰਾ ਸੈਕਟਰ ਜਿਹੜਾ ਸਭ ਤੋਂ ਜ਼ਿਆਦਾ ਹਿੱਟ ਹੋਇਆ ਹੈ ਦੈਟ ਇਜ਼ ਮੈਨੂਫੈਕਚਰਿੰਗ ਸੈਕਟਰ। ਹੁਣ ਚਾਹੇ ਕੋਈ ਫੈਕਟਰੀਆਂ 'ਚ ਕੰਮ ਕਰ ਰਹੇ ਨੇ, ਵੇਅਰ ਹਾਊਸ 'ਚ ਕੰਮ ਕਰ ਰਹੇ ਨੇ, ਤਾਂ ਮੈਨੂਫੈਕਚਰਿੰਗ ਸੈਕਟਰ ਜਿਹੜਾ ਉਹ ਵੀ ਕਾਫੀ ਜ਼ਿਆਦਾ ਹਿੱਟ ਹੋਇਆ। ਇਹਨਾਂ ਨੰਬਰ ਦੇ ਉੱਤੇ ਜੀ ਕੀ ਕਹੋਗੇ ਜੀ, ਇਹ ਰੇਸ ਬੇਸਡ ਡਾਟਾ ਸਾਰਾ ਇਕੱਠਾ ਕੀਤਾ ਗਿਆ ਸੀ, ਉਹਦੇ ਆਧਾਰ ਤੇ ਸਾਰੀ ਗੱਲ ਹੋਈ ਹੈ। ਭੁਪਿੰਦਰ ਹੈਰ ਸਾਹਿਬ। ਯੁੱਧਵੀਰ ਜੀ, ਜਿਹੜਾ ਡੇਟਾ ਰਿਲੀਜ਼ ਕੀਤਾ ਗਿਆ ਉਹਦੇ 'ਚ ਤੁਸੀਂ ਗੌਰ ਨਾਲ ਵੇਖਦੇ ਹੋ ਨਾ, ਉਹਦੇ 'ਚ ਵਾਈਟ ਕਮਿਊਨਿਟੀ ਜਿਹੜੀ ਆ ਉਹ ਐਜ਼ ਪਰ ਦੇ ਆਲਮੋਸਟ 40, ਜਿਹੜਾ ਉਹਨਾਂ ਨੇ ਬੇਸਿਕਲੀ ਟੋਰਾਂਟੋ ਦਿੱਤਾ 48% ਉਹਨਾਂ ਦੀ ਪੋਪੂਲੇਸ਼ਨ ਹੈ, ਪਰ ਉਹਨਾਂ ਦਾ ਸ਼ੇਅਰ ਜਿਹੜਾ ਕੋਵਿਡ ਦਾ ਹੈ ਉਹ ਬਹੁਤ ਲੋ ਹੈਗਾ। ਵਿਜ਼ਾਵਿਜ਼ ਜਿਹੜੇ ਅਰਬਿਕ ਨੇ ਜਾਂ ਸਾਊਥ ਏਸ਼ੀਅਨ ਇਹ ਕਲੀਅਰ ਇੰਡੀਕੇਸ਼ਨ ਹੈ ਲਾਈਫ ਸਟਾਈਲ ਜਿਹੜਾ ਸਾਡਾ ਹੈਗਾ। ਵੇਖੋ ਇਹ ਨਿਊਕਲੀਅਰ ਫੈਮਲੀਜ਼ ਨੇ ਵਾਈਟ, ਸਾਡੇ ਆਪੋਜ਼ਿਟ ਆ, ਸਾਡੇ ਜੁਆਇੰਟ ਫੈਮਲੀਜ਼ ਨੇ, ਇੱਕ ਦੂਜੇ ਤੋਂ ਜਿਹੜਾ ਆ ਕਮਿਊਨਿਟੀ ਸਪਰੈਡ ਜਿਹੜਾ ਆ ਉਹ ਜ਼ਿਆਦਾ ਹੋ ਜਾਂਦਾ। ਦੂਸਰਾ ਕਿਉਂਕਿ ਸਾਰੇ ਜਿਹੜੇ ਆ ਏਜ ਗਰੁੱਪ, ਹਰ ਏਜ ਗਰੁੱਪ ਦਾ ਤਕਰੀਬਨ ਇਸ ਫੈਮਲੀਜ਼ ਵਿੱਚ ਬੱਚੇ ਤੋਂ ਲੈ ਕੇ ਯੰਗ ਔਰ ਬਜ਼ੁਰਗ, ਇਹ ਜਿਹੜੀ ਆ ਕੈਟਾਗਰੀ ਜਿਹੜੀ ਆ ਇਹਨਾਂ ਦੇ ਵਿੱਚ ਜ਼ਿਆਦਾ ਸਾਰਿਆਂ ਦੇ ਘਰਾਂ ਦੇ ਵਿੱਚ ਮਿਲਦੀ ਹੈ। ਔਰ ਦੂਸਰਾ ਰੀਜ਼ਨ ਇਹ ਵੀ ਹੈਗਾ ਕਿ ਅਸੀਂ ਕਮਿਊਨਿਟੀ ਜਿਹੜੀ ਆ ਉਹ
ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਵੀ ਇੰਟਰੈਕਟ ਅ ਲੋਟ। ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੋਸ਼ਲ ਆਬਲੀਗੇਸ਼ਨ ਜਿਹੜੀ ਆ ਸਾਡੀ ਕਲਚਰ ਵਿੱਚ ਹੈਗੀ ਆ। ਜੇ ਕੋਈ ਬੰਦਾ ਬਿਮਾਰ ਆ ਅਸੀਂ ਉਹਨੂੰ ਮਿਲਣ ਜਾਣਾ ਆ, ਜੇ ਕਿਸੇ ਦੇ ਲਾਗੇ ਅਸੀਂ ਉਦੋਂ ਜਿਹੜੀਆਂ ਗਾਈਡਲਾਈਨਸ ਆ ਉਹਨੂੰ ਵਾਇਲੇਟ ਵੀ ਕਰਦੇ ਆ। ਸੋ ਬਹੁਤ ਰੀਜ਼ਨਸ, ਟਾਈਪ ਆਫ ਫੈਮਿਲੀ ਜਿਹੜੀਆਂ ਸਾਡੀਆਂ ਹੈਗੀਆਂ, ਦੂਸਰੀ ਕਲਚਰਲ ਰੀਜ਼ਨਸ, ਤੇ ਇਹ ਮੇਨ ਰੀਜ਼ਨ ਨੇ ਜਿਹਦੇ ਕਰਕੇ ਸਾਡੇ ਜਿਹੜੇ ਕਮਿਊਨਿਟੀਜ਼ ਨੇ ਔਰ ਜਿਹੜੇ ਅਰਬਿਕ ਕਮਿਊਨਿਟੀਜ਼ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜ਼ਿਆਦਾ ਅਸਰ ਹੋਇਆ। ਵੀਜ਼ਾ ਵੇ ਜਿਹੜੇ ਵਾਈਟਸ ਨੇ ਉਹਨਾਂ ਦਾ ਸਾਨੂੰ ਪਤਾ, ਵੇਖੋ ਜ਼ਿਆਦਾਤਰ ਟੋਰਾਂਟੋ ਖਾਸ ਤੌਰ ਤੇ ਲੋਕੀ ਕੋਈ ਕੌਂਡੋ 'ਚ ਰਹਿ ਰਹੇ ਆ, ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖਦੇ ਆ। ਦੇਰ ਇਜ਼ ਨਾਟ ਮਚ ਆਫ, ਜੇ ਉਹ ਆਪਣੇ ਪੇਰੈਂਟਸ ਨੂੰ ਵੀ ਨਹੀਂ ਮਿਲਦੇ ਜਾਂ ਉਹਨਾਂ ਨਾਲ ਇੰਟਰੈਕਸ਼ਨ ਨਹੀਂ ਹੁੰਦਾ, ਸੋ ਉਹਨਾਂ ਨੂੰ ਕੋਈ ਔਡ ਨਹੀਂ ਲੱਗਦਾ। ਸੋ ਆਈ ਥਿੰਕ ਦੈਟ ਹੈਜ਼ ਬੀਨ ਅ ਮੇਜਰ ਰੀਜ਼ਨ ਐਜ਼ ਪਰ ਮਾਈ ਅੰਡਰਸਟੈਂਡਿੰਗ। ਹਾਂਜੀ ਯੁੱਧਵੀਰ ਜੀ। So, I think Yudhvir has got disconnected, and I'll take your views on this. कि भी ਤੁਹਾਨੂੰ ਕੀ ਲੱਗਦਾ ਕਿ ਵੀ why South Asian community or Arabic community ਜਿਹੜੀਆਂ ਹੈਗੀਆਂ ਇਹਨਾਂ ਦੇ ਵਿੱਚ ਕੇਸਿਸ ਜਿਹੜੇ ਆ ਵਧੇ ਆ? My opinion was that. ਕੋਈ ਨਹੀਂ ਹੈਗਾ। ਹਾਂਜੀ ਵੇਖ ਸਾਹਿਬ ਤੁਸੀਂ ਮੈਂ ਤੁਹਾਡੇ ਨਾਲ ਐਗਰੀ ਕਰਦਾ। ਸਾਡੀਆਂ ਜਿਹੜੀਆਂ ਕਮਿਊਨਿਟੀਜ਼ ਨੇ ਨਾ, ਅਸੀਂ ਜਿਹੜਾ ਸਾਡਾ ਕਲਚਰ ਬਿਲਕੁਲ ਟੋਟਲੀ ਡਿਫਰੈਂਟ ਹੈ। ਸਾਡੇ ਕਲਚਰਸ ਲਿਵਿੰਗ ਜਿਹੜਾ ਤਰੀਕਾ ਉਹ ਬਿਲਕੁਲ ਡਿਫਰੈਂਟ ਹੈ ਇੱਥੋਂ ਵਾਲੇ ਨਾਲੋਂ। ਔਰ ਅਸੀਂ ਇੱਕ ਜੁਆਇੰਟ ਫੈਮਿਲੀ ਦੇ ਵਿੱਚ ਰਹਿੰਦੇ ਹਾਂ, 5-5 6-6 7-7 ਜਣੇ ਇੱਕ ਘਰ ਦੇ ਵਿੱਚ ਰਹਿੰਦੇ ਹਾਂ, ਅਤੇ ਉਹਦੇ ਕਰਕੇ ਰੇਡੀਓ 'ਤੇ ਨਹੀਂ ਜਾ ਰਿਹਾ ਕੁਛ ਵੀ, ਬਿਲਕੁਲ ਕੱਟ ਆਫ ਹੋਏ ਆ। ਮੇਰੀ ਆਵਾਜ਼ ਨਹੀਂ ਸੁਣੀ ਜਾ ਰਹੀ ਰੇਡੀਓ 'ਤੇ ਵੀ, ਕੱਟ ਆਫ ਹੋਇਆ। डिसंगेज धमाका डील, अब जो चाहो ऑनलाइन मंगवाओ। रोज की ग्रोसरीज, फौरी डिलीवरी, बड़ी आसानी, तो फिर हो जाए smart.ca। ਹਰੀਆਂ ਤਾਜ਼ੀਆਂ ਸਬਜ਼ੀਆਂ ਦੇ ਲਈ, ਰਸੀਲੇ ਫਲ ਫਰੂਟ ਦੇ ਲਈ, ਪੀਸੇ ਖੜੇ ਮਸਾਲਿਆਂ ਦੇ ਲਈ, ਕਿਚਨ ਯੂਜ਼ ਲਈ ਭਾਂਡਿਆਂ ਦੇ ਲਈ, ਚਾਹ ਦੇ ਨਾਲ ਮਿੱਠੇ ਨਮਕੀਨ ਸਨੈਕਸ ਦੇ ਲਈ, ਰੀਜ਼ਨੇਬਲ ਰੇਟਸ ਤੇ ਗਰੋਸਰੀ ਦੇ ਲਈ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਤੁਹਾਨੂੰ ਸਰਵ ਕਰਦੇ ਨੇ 4 ਲੋਕੇਸ਼ਨਸ ਤੋਂ। ਬ੍ਰੈਂਪਟਨ ਦੇ ਵਿੱਚ 1098 ਪੀਟਰ ਰੌਬਰਟਸਨ ਬੁਲੇਵਰਡ ਬ੍ਰੈਂਪਟਨ, 8997 ਦ ਗੋ ਰੋਡ ਬ੍ਰੈਂਪਟਨ, 515 ਰੇ ਲਾਸਨ ਬੁਲੇਵਰਡ ਬ੍ਰੈਂਪਟਨ। ਮਿਸਿਸਾਗਾ ਲੋਕੇਸ਼ਨ ਲਈ ਵਿਜ਼ਿਟ ਕਰੋ 1525 ਬ੍ਰਿਸਟਲ ਰੋਡ ਵੈਸਟ, ਯੂਨਿਟ ਨੰਬਰ 18 ਮਿਸਿਸਾਗਾ। ਵਧੇਰੀ ਜਾਣਕਾਰੀ ਲਈ ਕਾਲ 9055676999 905-567-6999। ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਹਾਜ਼ਰ ਹੋਣ ਵਾਲੀ ਹੈ ਆਪਣੀ 5ਵੀਂ ਨਵੀਂ ਲੋਕੇਸ਼ਨ ਦੇ ਨਾਲ at 9825 ਚਿੰਕੂਜ਼ੀ ਰੋਡ ਬ੍ਰੈਂਪਟਨ ਦੇ ਵਿੱਚ ਬਹੁਤ ਜਲਦ। ਮੇਜਰ ਇੰਟਰਸੈਕਸ਼ਨ ਚਿੰਕੂਜ਼ੀ ਐਂਡ ਵਿਲੀਅਮਸ ਪਾਰਕਵੇ। ਫॉर ऑल योर ग्रोसरी नीड्स विजिट सब्जी मंडी कैश एंड कैरी। ਤੇ ਇਹ ਵੱਡੇ ਕਾਰਨ ਨੇ ਕਿ ਜਿਹੜੇ ਇਹ ਇੱਥੋਂ ਦੇ ਜਿਹੜੀ ਕ੍ਰਿਸਚੀਅਨ ਕਮਿਊਨਿਟੀ ਹੈ ਬੇਸਿਕਲੀ ਇਹ ਆਪਣਾ ਸਿੰਗਲ ਫੈਮਿਲੀ ਯੂਨਿਟ ਦੇ ਤੌਰ 'ਤੇ ਰਹਿੰਦੇ ਨੇ, ਅਤੇ ਇਹਨਾਂ ਦੇ ਵਿੱਚ ਕੰਟਰੋਲ ਵੀ ਇਹਨਾਂ ਦਾ ਫੈਮਿਲੀ ਦੇ ਉੱਤੇ ਜ਼ਿਆਦਾ ਰਹਿੰਦਾ ਹੈ। ਠੀਕ ਹੈ, ਪਰਿਵਾਰ ਦੇ ਜੀ ਮੰਨ ਵੀ ਲੈਂਦੇ ਆ ਵੀ ਠੀਕ ਹੈ ਸਾਨੂੰ ਅੰਦਰ ਰਹਿਣਾ ਚਾਹੀਦਾ, ਅਤੇ ਸਾਡੇ ਘਰਾਂ ਦੇ ਵਿੱਚ ਕਈ ਵਾਰੀ ਬੱਚੇ ਨਹੀਂ ਮੰਨਦੇ ਜਾਂ ਕਈ ਮੈਂਬਰ ਨਹੀਂ ਮੰਨਦੇ, ਉਹ ਧੱਕੇ ਨਾਲ ਘਰੋਂ ਬਾਹਰ ਚਲੇ ਜਾਂਦੇ ਆ, ਇਨਫੈਕਸ਼ਨ ਲੈ ਆਉਂਦੇ ਆ। ਆਹ ਜਿਹੜੀਆਂ ਗੱਲਾਂ ਨੇ ਇਹਨਾਂ ਕਰਕੇ ਇਹ ਸਾਊਥ ਏਸ਼ੀਅਨ ਕਲਚਰ ਦੇ ਵਿੱਚ ਥੋੜ੍ਹਾ ਜਿਹਾ ਜ਼ਿਆਦਾ ਆਇਆ ਹੈ। ਹੋਰ ਨਹੀਂ ਹੈਗੀਆਂ ਕਰਨ ਵਾਲੀਆਂ ਮੇਰੇ ਕੋਲ। ਠੀਕ ਹੈ ਜੀ, ਅਸੀਂ ਵਧਦੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਤੁਗਾ ਸਾਹਿਬ ਤੁਸੀਂ ਆਉਂਦੇ ਰਹੋ ਜੀ, ਨਾਮ ਦੱਸੋ ਕੌਣ? ਤੁਗਾ ਸਾਹਿਬ ਬੋਲੇ ਜੀ, ਕੌਣ ਸਾਹਿਬ ਬੋਲੇ ਜੀ? ਹਾਂਜੀ ਮੈਂ ਤੁਗਾ ਸਾਹਿਬ, ਜਸਵੀਰ ਸਿੰਘ ਤੁਗਾ ਸਾਹਿਬ ਬੋਲਦਾ। ਹਾਂਜੀ ਜਸਵੀਰ ਸਿੰਘ ਤੁਗਾ ਸਾਹਿਬ, ਗੋ ਹੈਡ ਜੀ। ਸਾਡੇ ਵੀ ਕਮਿਊਨਿਟੀਜ਼ ਦਾ ਹੁਣ ਅੱਗੇ ਵਾਲੀ ਗੱਲ ਨਹੀਂ, ਥੋੜਾ ਜਿਹਾ ਫਰਕ ਪੈ ਗਿਆ ਆ। ਵੀ 30-35 ਸਾਲ ਹੋ ਗਏ ਜੀ ਇੱਥੇ ਰਹਿੰਦਿਆਂ ਨੂੰ, ਤੇ ਇੱਦਾਂ ਵੀ ਅਸੀਂ ਵੀ ਹੁਣ ਉਹਨਾਂ ਮੰਗਣੀ ਲੱਗਦੇ ਹਾਂ ਯਾਰ ਕਰਨ। ਨਵੀਂ ਕਮਿਊਨਿਟੀਆਂ ਦੇ ਵਿੱਚ ਹੋਊਗਾ ਥੋੜਾ ਵਾਲਾ, ਪਰ ਮੈਂ ਆਪਣੇ ਸਿਰਫ ਸਾਹਿਬ ਹੋਣਾ ਨਾਲ ਪੂਰਾ ਕੰਟਰੋਲ ਕੀਤਾ, ਪੂਰੀ ਸਾਡੀ ਗਵਰਨਮੈਂਟ ਨੇ ਕੰਟਰੋਲ ਕੀਤਾ। ਅਸੀਂ ਗਵਰਨਮੈਂਟ ਦੀ ਹੈਲਪ ਕੀਤੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਤੇਜੀ ਬਰਾੜ ਸਾਹਿਬ, ਤੁਹਾਡਾ ਇਸ ਰਿਪੋਰਟ ਬਾਰੇ ਕੀ ਕਹਿਣਾ ਹੈਗਾ?
I think Yudhvir ji, basically ਜਿਹੜੀ ਸਾਊਥ ਏਸ਼ੀਅਨ ਫੈਮਿਲੀਜ਼ ਹੈ, ਜਿਹੜੇ ਸੋਸ਼ਲ ਹੈਬਿਟਸ ਹੈਗੇ ਨੇ, ਜਿਹੜੀ ਸੋਸ਼ਲ ਗੈਦਰਿੰਗਸ ਹੈਗੀਆਂ ਸਾਡੀਆਂ, ਉਹ ਬਿਲਕੁਲ ਜਿਹੜੇ ਸੋਸ਼ਲ ਸਾਡਾ ਸਟਰਕਚਰ ਹੈਗਾ ਸਾਡੀ ਫੈਮਿਲੀਜ਼ ਦਾ, that is different from actually white families. ਤੇ it's normal ਕਿ ਅਗਰ ਇੰਟਰੈਕਸ਼ਨ ਜ਼ਿਆਦਾ ਹੈਗੀਆਂ ਤੇ since this virus was spreading through interactions also, and this is an airborne disease also, the more interactions you would have with many people, the disease भी उन्नी ज़्यादा बढ़ेगी, and that's one of the reasons कि you would find that amongst black, amongst South Asians, and among ਜਿਹੜੇ Middle East ਦੇ ਲੋਕ ਹੈਗੇ ਨੇ, because of their social structure, because of their social habits, because of their how integrated the families are, ਤੇ ਜਾਇਜ਼ ਦੀ ਗੱਲ ਹੈਗੀ ਹੈ ਕਿ ਕੇਸਿਸ ਵੀ ਉੱਥੇ ਜ਼ਿਆਦਾ ਹੋਣਗੇ ਹੀ ਹੋਣਗੇ. That's what I feel. ਠੀਕ ਹੈ ਜੀ. ਔਰ ਹੁਣ ਅਸੀਂ ਹਾਂਜੀ ਔਰ ਹੁਣ ਅਸੀਂ ਅਗਲੇ ਟੌਪਿਕ ਵੱਲ ਵਧਾਂਗੇ. ਬਲੌਕ ਪਾਰਟੀ ਲੀਡਰ ਮੰਗ ਕਰ ਰਹੇ ਨੇ ਕਿ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ, ਫਾਈਨੈਂਸ ਮਿਨਿਸਟਰ ਬਿਲ ਮੋਰਨੋ ਹੈਗੇ ਨੇ, ਔਰ ਉਹਨਾਂ ਦੇ ਨਾਲ ਮੰਗ ਕਰ ਰਹੇ ਨੇ ਕਿ ਜਿਹੜੇ ਕੇਟੀ ਟੈਲਫੋਰਡ ਨੇ, ਚੀਫ ਆਫ ਸਟਾਫ ਹੈਗੇ ਨੇ, ਸੋ ਉਹ ਇਹ ਮੰਗ ਕਰ ਰਹੇ ਨੇ ਕਿ ਇਹ ਰਿਜ਼ਾਈਨ ਕਰਨ. ਸੋ ਇਹ ਉਹਨਾਂ ਦੀ ਮੰਗ ਹੈਗੀ ਆ. ਸੋ ਉਹ ਵੀ ਚੈਰਿਟੀ ਕੰਟਰੋਵਰਸੀ ਦੇ ਕਾਰਨ ਉਹ ਕਹਿ ਰਹੇ ਨੇ ਕਿ ਇਹ ਸਾਰੇ ਜਿਹੜੇ ਲੀਡਰਸ ਨੇ ਉਹ ਰਿਜ਼ਾਈਨ ਕਰਨ. ਠੀਕ ਹੈ, ਸੋ ਦੇਖਦੇ ਹਾਂ ਜੀ ਕਿ ਕੀ ਇਹ ਮੰਗ ਪੂਰੀ ਹੋਏਗੀ ਨਹੀਂ ਹੋਏਗੀ. ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇ ਇਹ ਮੰਗ ਪੂਰੀ ਨਹੀਂ ਹੋਈ, ਨਾਲ ਉਹਨਾਂ ਨੇ ਧਮਕੀ ਇਹ ਵੀ ਦਿੱਤੀ ਹੈ ਕਿ ਜੇ ਮੰਗ ਪੂਰੀ ਨਹੀਂ ਹੋਈ ਤੇ ਉਹ ਸਰਕਾਰ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ. ਔਰ ਬਲਾਕ ਲੀਡਰ ਮੰਗ ਕਰ ਰਹੇ ਨੇ ਕਿ ਜੇ ਨਹੀਂ ਮੰਗ ਪੂਰੀ ਹੋਈ ਤੇ ਬੇਭਰੋਸਗੀ ਦਾ ਮਤਾ ਜਿਹਨੂੰ ਕਿਹਾ ਜਾਂਦਾ ਹੈ, ਨੋ ਕੌਨਫੀਡੈਂਸ ਮੋਸ਼ਨ ਜਿਹਨੂੰ ਕਿਹਾ ਜਾਂਦਾ ਹੈ, ਉਹ ਲੈ ਕੇ ਆਉਣਗੇ ਔਰ ਇਲੈਕਸ਼ਨ ਕਰਵਾ ਦੇਣਗੇ ਅਕਤੂਬਰ ਦੇ ਮਹੀਨੇ ਵਿੱਚ. ਹਾਲਾਂਕਿ ਜੋ ਖਬਰਾਂ ਸਾਡੇ ਕੋਲ ਆ ਰਹੀ ਹੈ, ਐਨਡੀਪੀ ਸਪੋਰਟ ਫਿਲਹਾਲ ਕਰਦੀ ਨਜ਼ਰ ਨਹੀਂ ਆ ਰਹੀ. ਕੰਜ਼ਰਵੇਟਿਵ ਤੇ ਡੈਫੀਨੇਟਲੀ ਨਵਾਂ ਲੀਡਰ ਆ ਜਾਏਗਾ, ਉਹਨਾਂ ਦਾ ਸਪੋਰਟ ਕਰ ਦੇਣਗੇ, ਪਰ ਐਨਡੀਪੀ ਫਿਲਹਾਲ ਸਪੋਰਟ ਕਰਦੀ ਨਜ਼ਰ ਨਹੀਂ ਆ ਰਹੀ. ਪਰ ਕੀ ਲੱਗਦਾ ਜੀ ਓਵਰਆਲ ਕੀ ਮਾਮਲਾ ਹੈ? ਬਲਾਕ ਲੀਡਰ ਨੇ ਤਾਂ ਸਿੱਧੀ ਧਮਕੀ ਦੇ ਦਿੱਤੀ ਹੈ, ਪ੍ਰਧਾਨ ਮੰਤਰੀ, ਫਾਈਨੈਂਸ ਮਿਨਿਸਟਰ ਔਰ ਕੇਟੀ ਟੈਲਫੋਰਡ ਤਿੰਨੇ ਜਣੇ ਅਸਤੀਫਾ ਦੇ ਦੇਣ ਵੀ ਚੈਰਿਟੀ ਕੰਟਰੋਵਰਸੀ ਦੇ ਮੁੱਦੇ ਦੇ ਉੱਤੇ. ਜੀ ਰੁਪਿੰਦਰ ਹੈਡ ਸਾਹਿਬ ਕੀ ਕਹੋਗੇ? ਯੁਧਵੀ ਜੀ, ਇਹ ਇੱਕ ਐਸੀ ਮੂਵ ਹੈ ਕਿ ਇਹ ਐਂਟੀਸਪੇਟਡ ਨਹੀਂ ਸੀ ਹੈਗੀ, ਐਟਲੀਸਟ ਐਜ਼ ਪਰ ਮਾਈ ਓਪੀਨੀਅਨ. ਔਰ ਇਹ ਜਿਹੜੀ ਅਨਾਊਂਸਮੈਂਟ ਉਹਨਾਂ ਕੀਤੀ ਹੈ, ਬੜੀ ਵੱਡੀ ਐਕਚੁਅਲੀ ਇਹ ਅਨਾਊਂਸਮੈਂਟ ਕਰਤੀ ਹੈ, ਕਿਉਂਕਿ ਹੁਣ ਉਹਨਾਂ ਦੇ ਉੱਤੇ ਵੀ ਜਿਹੜਾ ਆ ਉਹ ਇੱਕ ਕੁਐਸਚਨ ਮਾਰਕ ਕੱਲ੍ਹ ਨੂੰ ਲੱਗ ਸਕਦਾ, ਕਿਉਂਕਿ ਐਜ਼ ਅ ਬਲਾਕ ਲੀਡਰ ਜੇ ਉਹਨਾਂ ਨੇ ਕਿਹਾ ਕਿ ਅਸੀਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਵਾਂਗੇ ਇਫ ਦਿਸ ਡਜ਼ਨਟ ਹੈਪਨ. ਸੋ ਇਹਦੇ ਵਿੱਚ ਇਹ ਬੜੀ ਇੱਕ ਅਫਰਮੇਟਿਵ ਸਟੇਟਮੈਂਟ ਹੈਗੀ ਆ. ਔਰ ਐਜ਼ ਅ ਬਲਾਕ ਲੀਡਰ ਇਹਨੂੰ ਲਾਈਟਲੀ ਨਹੀਂ ਲੈ ਸਕਦੀ, ਖਾਸ ਤੌਰ ਤੇ ਲਿਬਰਲ ਗਵਰਨਮੈਂਟ. ਐਂਡ ਦੂਸਰਾ, ਜੇ ਕੰਜ਼ਰਵੇਟਿਵ ਜਿਹੜੇ ਆ ਉਹ ਸਪੋਰਟ ਕਰਦੇ ਆ, ਐਂਡ ਥੀਜ਼ ਆਰ ਟੂ ਪਾਰਟੀਜ਼ ਵਿਚ ਜੇ ਲਿਆਉਂਦੀਆਂ ਨੇ, ਔਰ ਉਹ ਮੇਰੇ ਹਿਸਾਬ ਨਾਲ ਐਨਡੀਪੀ ਵਿਲ ਹੈਵ ਨੋ ਚੋਇਸ, ਮਗਰ ਉਹ ਜੁਆਇਨ ਕਰੂਗੀ ਇਹਨਾਂ ਨੂੰ. ਤੇ ਐਂਡ ਇਹ ਚੀਜ਼ ਜਿਹੜੀ ਆ ਇੱਕ ਮੇਜਰ ਸੈਟਬੈਕ ਜਿਹੜੀ ਆ ਲੱਗ ਸਕਦੀ ਹੈ ਟੁਵਰਡਸ ਲਿਬਰਲ ਗਵਰਨਮੈਂਟ, ਕਿਉਂਕਿ ਕੋਈ ਵੀ ਚੀਜ਼ ਜਿਹੜੀ ਆ ਜੇ ਉਹ ਇਸ ਵੇਲੇ ਇਹ ਅਨਾਊਂਸ ਕਰਦੇ ਆ ਕਿ ਦੈਟ ਮੀਨਸ ਆਉਣ ਵਾਲੇ ਕੋਈ ਵੀ ਬਿੱਲ ਜਿਹੜੇ ਹੋਣਗੇ ਉਹ ਪਾਸ ਨਹੀਂ ਹੋਣਗੇ, ਕਿਉਂਕਿ ਦੇ ਵਿਲ ਹੈਵ ਉਹਨਾਂ ਨੇ ਪ੍ਰਾਈਮ ਮਿਨਿਸਟਰ ਦਾ ਨਾਮ ਲੈਤਾ, ਫਾਈਨੈਂਸ ਮਿਨਿਸਟਰ ਦਾ ਨਾਮ ਲੈਤਾ ਕਿ ਦੇ ਨੀਡ ਟੂ ਰਿਜ਼ਾਈਨ. ਸੋ ਇਟਸ ਨਾਟ ਅਬਾਊਟ ਓਨਲੀ ਫਾਈਨੈਂਸ ਮਿਨਿਸਟਰ, ਉਹਨਾਂ ਨੇ ਪ੍ਰਾਈਮ ਮਿਨਿਸਟਰ ਦਾ ਵੀ ਨਾਮ ਲੈਤਾ. ਆਈ ਥਿੰਕ ਇਹ ਇੱਕ ਜਿਹੜੀ ਆ ਇਹਨਾਂ ਨੂੰ ਲਿਬਰਲ ਪਾਰਟੀ ਨੇ ਇਹਨਾਂ ਨੇ ਆਈ ਡੋਂਟ ਥਿੰਕ ਸੋ ਦੇ ਹੈਵ ਐਂਟੀਸਪੇਟਡ ਦਿਸ, ਪਰ ਇਹਨਾਂ ਨੂੰ ਹੁਣ ਉਹਨੂੰ ਟੈਕਲ ਕਰਨ ਨੂੰ ਆਈ ਥਿੰਕ ਦੇ ਹੈਵ ਟੂ ਡੂ ਅਨਦਰ ਹੋਮਵਰਕ ਬਿਸਾਈਡਸ ਜਿਹੜੀ ਇਨਵੈਸਟੀਗੇਸ਼ਨ ਜਾਂ ਇਨਕੁਆਇਰੀ ਜਿਹੜੀ ਆ ਵੀ ਚੈਰਿਟੀ ਚੱਲ ਰਹੀ ਹੈ. ਸੋ ਇੱਕ ਮੇਜਰ ਟਵਿਸਟ ਹੈਗਾ ਐਜ਼ ਪਰ ਮੀ ਵਿਚ ਕੈਨ ਬੀ ਇਹਦਾ ਜਿਹੜਾ ਇੰਪੈਕਟ ਆ ਉਹ ਜ਼ਰੂਰ ਨਾਲ ਹੋਏਗਾ. ਵੀ ਚੈਰਿਟੀ ਦਾ ਜਿਹੜਾ ਇੰਪੈਕਟ ਸੀਗਾ ਉਹਨੂੰ ਇਹਨੇ ਬਹੁਤ ਐਗਰੀਵੇਟ ਕਰਤਾ. ਠੀਕ ਹੈ ਜੀ. ਜੀ ਵੈਬ ਸਾਹਿਬ ਤੁਸੀਂ ਕਹਿਣਾ ਚਾਹੋਗੇ? ਮੈਂ ਯੁੱਧਵੀਰ ਜੀ ਇਹਨੂੰ ਇੱਕ ਲਫ਼ਜ਼ ਯੂਜ਼ ਕਰਾਂਗਾ, ਪੋਲੀਟੀਕਲ ਸੈਲਫਿਸ਼ਨੈਸ ਬਲਾਕ ਕਿਊਬਕਾ ਦੀ, ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਐਨਡੀਪੀ ਦਾ ਜਿਹੜਾ ਇਸ਼ੂ ਚੁੱਕਿਆ ਸੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੂੰ ਰੇਸਿਸਟ ਕਿਹਾ ਸੀ, ਉਸ ਸਦਕਾ ਐਨਡੀਪੀ ਨੂੰ ਕਾਫੀ ਵੀਕਨੈਸ ਆਈ ਹੈ ਕਿਊਬਕਾ ਦੇ ਵਿੱਚ. ਅਤੇ ਇੱਧਰੋਂ ਵੀ ਚੈਰਿਟੀ ਨੇ ਵੀ ਲਿਬਰਲ ਪਾਰਟੀ ਨੂੰ ਉੱਥੇ ਧੱਕਾ ਦਿੱਤਾ ਹੈ, ਔਰ ਹੁਣ ਇਹਨਾਂ ਦਾ ਉੱਥੇ ਥੋੜ੍ਹਾ ਜਿਹਾ ਸਟਰੋਂਗ ਹੋ ਗਏ ਨੇ, ਅਤੇ ਉਸ ਦੋਨਾਂ ਕਰਕੇ ਕਮਜ਼ੋਰੀ ਕਰਕੇ ਉਸ ਦਾ ਫਾਇਦਾ ਉਠਾਉਣ ਵਾਸਤੇ ਤੇ ਹੁਣ ਇਹ ਇਲੈਕਸ਼ਨ ਦੀ ਗੱਲ ਕਰ ਰਹੇ ਆ, ਜਿਹੜੀ ਕਿ ਪੋਲੀਟੀਕਲ ਸੈਲਫਿਸ਼ਨੈਸ ਕਹਾਂਗਾ ਮੈਂ.
ਔਰ ਇਹ ਉਸ ਵੇਲੇ ਕਰ ਰਿਹਾ ਕਿ ਜਦੋਂ ਕਿ ਇਹਨਾਂ ਨੂੰ ਪਤਾ ਹੈ ਕਿ ਅਜੇ ਕੋਵਿਡ-19 ਗਿਆ ਨਹੀਂ ਕਿਧਰੇ, ਅਸੀਂ ਲੜਾਈ ਲੜ ਰਹੇ ਹਾਂ ਉਹਦੇ ਨਾਲ, ਪਤਾ ਨਹੀਂ ਕੱਲ੍ਹ ਨੂੰ ਪਰਸੋਂ ਨੂੰ ਮਹੀਨਿਆਂ ਨੂੰ 2 ਮਹੀਨਿਆਂ ਨੂੰ ਦੁਬਾਰਾ ਫਿਰ ਇਸਨੇ ਫਾਲ ਦੇ ਵਿੱਚ ਉੱਠ ਆਉਣਾ ਹੈ। ਤੇ ਲੇਕਿਨ ਉਹ ਇਲੈਕਸ਼ਨ ਵਾਸਤੇ ਥ੍ਰੈਟਨਿੰਗ ਕਰ ਰਹੇ ਆ, ਇਹੋ ਜਿਹੇ ਬੜਾ ਅਗਰੈਸਿਵ ਐਟੀਟਿਊਡ ਅਪਣਾਇਆ ਉਹਨਾਂ ਨੇ, ਲੀਡਰ ਸਾਹਿਬ ਬਲਾਕ ਕਿਊਕਾ ਦੇ ਲੀਡਰ ਸਾਹਿਬ ਨੇ। ਤੇ ਇਹਦੇ ਵਿੱਚ ਐਨਡੀਪੀ ਤੇ ਨੈਚੁਰਲੀ ਐਨਡੀਪੀ ਨੇ ਲਿਬਰਲ ਲੀਡਰ ਨਾਲ ਰਹਿਣਾ ਸੀ, ਉਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਹੈਗਾ ਕਿਉਂਕਿ ਉਹ ਇਸ ਵੇਲੇ ਇਲੈਕਸ਼ਨ ਦੇ ਲੜਨ ਦੇ ਵਿੱਚ ਉਹ ਇੰਨੇ ਸਟਰੋਂਗ ਨਹੀਂ ਨਜ਼ਰ ਆਉਂਦੇ। ਪਰ ਮੈਂ ਇੱਥੇ ਇੱਕ ਹੋਰ ਗੱਲ ਕਰਦੇ ਹਾਂ, ਪੀਸੀ ਪਾਰਟੀ ਵੀ ਯੁੱਧਵੀਰ ਜੀ ਅਰਲੀ ਇਲੈਕਸ਼ਨ ਦੇ ਵਿੱਚ ਕਦੀ ਵੀ ਐਗਰੀ ਨਹੀਂ ਕਰੂਗੀ, ਬਲਾਕ ਕਿਊਬਕਾ ਵਾਲੇ ਜਿੰਨੇ ਮਰਜ਼ੀ ਰੌਲਾ ਪਾਈ ਜਾਣ। ਪੀਸੀ ਪਾਰਟੀ ਦਾ ਨਵਾਂ ਲੀਡਰ ਵੀ ਛੇਤੀ ਇਲੈਕਸ਼ਨਾਂ ਵਾਸਤੇ ਕਦੀ ਰੈਡੀ ਨਹੀਂ ਹੋਊਗਾ। ਉਹ ਵੀ ਅਜੇ ਹੋਰ ਦੇਖਣਗੇ ਅਗਲੇ ਦਿਨਾਂ ਦੇ ਵਿੱਚ ਹੋਰ ਕੀ ਨਿਕਲਦਾ ਵੀ ਚੈਰਿਟੀ ਤੋਂ ਬਾਅਦ, ਤੇ ਪੂਰੀ ਤਰ੍ਹਾਂ ਜੇ ਦੇਖਣਗੇ ਵੀ ਲਿਬਰਲ ਪਾਰਟੀ ਡੈਮੇਜ ਕਿੱਥੋਂ ਕਿਸ ਲੈਵਲ ਤੱਕ ਅਸੀਂ ਮੈਕਸੀਮਮ ਕਰ ਸਕਦੇ ਹਾਂ, ਫਿਰ ਇਲੈਕਸ਼ਨਾਂ ਦੀ ਘੰਟੀ ਵਜਾਉਣਗੇ। ਅਦਰਵਾਈਜ਼ ਉਹਨਾਂ ਚਿਰ ਉਹ ਵੀ ਬਲਾਕ ਕਿਊਬਕਾ ਦਾ ਸਾਥ ਨਹੀਂ ਦੇਣਗੇ, ਜੋ ਮੈਂ ਦੇਖ ਰਿਹਾ। ਠੀਕ ਹੈ ਜੀ। ਹਾਂਜੀ ਕੇਜਰੀਵਾਲ ਸਾਹਿਬ, ਵੀ ਚੈਰਿਟੀ ਕੰਟਰੋਵਰਸੀ ਤੇ ਸਰਕਾਰ ਗਿਰ ਸਕਦੀ ਹੈ? युद्धवीर जी कहते हैं पॉलिटिक्स इज ऑल अबाउट टाइम एंड अपॉर्चुनिटी। ਤੇ ਅਗਰ ਤੁਸੀਂ 2 ਮਹੀਨੇ ਪਹਿਲੇ ਅਗਰ ਇਹ ਗੱਲ ਕਰਦੇ ਵਿਦਆਊਟ ਵੀ ਚੈਰਿਟੀ, ਆਈ ਥਿੰਕ देयर वाज सम डिस्कशन कि कोई कि इलेक्शंस अक्टूबर नवंबर ਵਿੱਚ ਜਸਟਿਨ ਟਰੂਡੋ ਕਰਾ ਸਕਦੇ ਹਨ so that he can have the full majority because numbers was on his side. पोस्ट भी फियास्को, मैं इनू फियास्को ही कहांगा बिकॉज इट्स अ सेल्फ इन्फ्लिक्टेड वूंड ਜਿਹੜੀ लिबरल पार्टी ने अपने ते मुसीबत पाई हैगी है। आई थिंक ਮੈਨੂੰ ਲੱਗਦਾ ਹੈ ਕਿ ਬਿਲਕੁਲ ਕਿਉਂਕਿ ਜਿਹੜੇ ਬਲਾਕ ਲੀਡਰ ਹੈਗੇ ਉਹਨਾਂ ਨੇ ਇਹ ਸਟੇਟਮੈਂਟ ਦੇ ਦਿੱਤੀ ਹੈਗੀ ਹੈ ਕਿ he wants top 3 from the liberal government to resign. So this is the statement which he's given and he said that ਅਗਰ ਇਹ ਨਹੀਂ ਹੁੰਦਾ ਤੇ ਮੈਂ no confidence motion ਲੈ ਕੇ ਆਵਾਂਗਾ। ਤੇ ਜਿਹੜੀ ਸਭ ਤੋਂ ਇੰਪੋਰਟੈਂਟ ਪਾਰਟੀ ਉੱਥੇ ਹੈਗੀ ਹੈ ਉਹ ਹੈਗੀ ਹੈ NDP because at the end of the day conservatives will definitely go for no confidence, they will support that and bloc is bringing that. Now NDP ਇਸ ਵਿੱਚ ਫਸ ਜਾਂਦੀ ਹੈਗੀ ਹੈ ਕਿਉਂਕਿ at the end of the day ਅਗਰ ਲਿਬਰਲ ਦੀ ਸੀਟਾਂ ਗਿਰਦੀਆਂ ਹੈਗੀਆਂ ਤੇ ਆਈ ਥਿੰਕ ਦ ਮੋਸਟ ਬੈਨੀਫਿਸ਼ਰੀ ਕੁਡ ਬੀ NDP ਐਂਡ ਜਿਹੜਾ NDP ਦਾ ਅੱਜ ਤੱਕ ਸਟੈਂਡ ਇਹ ਰਿਹਾ ਹੈਗਾ ਕਿ maybe Justin Trudeau is close to his crony friends ਤੇ ਅਗਰ ਉਹ ਇਹਨੂੰ ਸਪੋਰਟ ਕਰਦੇ ਹੈਗੇ then they lose their criteria ਜਿਹੜੀ ਜਿਹਦੇ ਤੇ ਉਹ ਲੜ ਰਹੇ ਹੈਗੇ। ਤੇ ਆਈ ਥਿੰਕ ਜਿਹੜਾ ਸਭ ਤੋਂ ਮੁਸ਼ਕਿਲ ਡਿਸੀਜਨ ਹੋਏਗਾ ਉਹ ਜਗਮੀਤ ਵਾਸਤੇ ਹੀ ਹੋਏਗਾ whether he wants to follow his principles ਜਿਹਦੇ ਤੇ ਉਹ ਇਲੈਕਸ਼ਨ ਲੜਦੇ ਆਏ ਹਨ ਜਾਂ ਜਿਹਦੇ ਤੇ ਉਹ ਲਿਬਰਲਸ ਨੂੰ ਜਾਂ ਕੰਜ਼ਰਵੇਟਿਵਸ ਨੂੰ ਕ੍ਰਿਟਿਸਾਈਜ਼ ਕਰਦੇ ਆਏ ਹਨ। ਕਿਉਂਕਿ ਅਗਰ ਉਹ ਸਪੋਰਟ ਕਰਦੇ ਹੈਗੇ ਤੇ ਜਿਹੜਾ ਉਹ ਸਟੈਂਡ ਲੈਂਦੇ ਆਏ ਉਹ ਸਟੈਂਡ ਬਿਲਕੁਲ ਖਤਮ ਹੋ ਜਾਏਗਾ। ਤੇ ਆਈ ਫੀਲ ਦੈਟ ਦਿਸ ਇਜ਼ ਦ ਟਾਈਮ ਕਿ NDP can seize up the moment and they can dent liberal vote in a very big way, especially in areas where there is huge South Asian community population and they have pockets where they can, or other pockets also where they can dent liberal vote. So mainu lagda hai ki agar if this we charity and this the rental subsidy program jehda impact nu gaya hai, agar ehdi ਹੋਰ ਇਨਵੈਸਟੀਗੇਸ਼ਨ ਹੁੰਦੀ ਹੈਗੀ ਹੈ ਤੇ ਅਗਰ ਕੁਝ ਹੋਰ ਫੈਕਟਸ ਆਉਂਦੇ ਹੈਗੇ ਤੇ ਮੈਨੂੰ ਲੱਗਦਾ ਕਿ ਇਟ ਵਿਲ ਬੀ ਵੈਰੀ ਡਿਫਿਕਲਟ ਫॉर NDP ਟੂ ਸਪੋਰਟ ਲਿਬਰਲ ਇਫ ਦਿਸ no confidence motion comes in October. ਠੀਕ ਹੈ ਜੀ। ਹਾਂਜੀ ਅਗਲੀ ਕਾਲਰ ਲਾਤੇ ਹਾਂ ਜੀ ਜਗਦੀਪ ਜੀ ਤੁਸੀਂ ਆਉਂਦੇ ਹੋ ਜੀ। ਹਾਂਜੀ ਗੋ ਹੈਡ ਜਗਦੀਪ। ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ ਆਦਾਬ। ਹਾਂਜੀ ਤੇ ਮੈਂ ਇਹ ਕਹਾਂਗਾ ਕਿ ਡੈਫੀਨਿਟਲੀ ਇਹ ਜਿਹੜੀ ਸਰਕਾਰ ਹੈਗੀ ਆਪਣੀ ਮਿਸਟਰ ਟਰੂਡੋ ਦੀ ਇਹਨਾਂ ਨੇ ਕਦੀ ਦੇਖੋ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਐਕਚੁਅਲੀ ਉਹਨਾਂ ਦੇ ਕੋਲ SLC ਲੈਵਲ ਦਾ ਵੀ ਕੇਸ ਚੱਲਿਆ ਸੀਗਾ ਪਰ ਪੀਪਲ ਵਰ ਨਾਟ ਦੈਟ ਮਚ ਅਵੇਅਰ ਆਫ ਦੈਟ ਕੇਸ ਬਿਕੋਜ਼ ਕਾਫੀ ਪੁਰਾਣਾ ਸੀਗਾ। ਇਹਨਾਂ ਦੇ ਉੱਪਰ ਕੇਸਿਸ ਚੱਲਦੇ ਰਹੇ ਨੇ ਔਰ ਹੁਣ ਵੀ ਤੁਸੀਂ ਅਗਰ ਵੇਖੋਗੇ ਯੂਜੂਅਲੀ ਮੈਂ ਵਾਸ ਦਾ ਫਸਟ ਪਰਸਨ ਟੂ ਸੇ ਦੈਟ ਕਿ ਵੀ ਜਿਹੜਾ ਆਪਣਾ ਵੀ ਫਾਊਂਡੇਸ਼ਨ ਦਾ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਆਈ ਵਾਸ ਵਨ ਆਫ ਦਾ ਫਸਟ ਪਰਸਨ ਜਦੋਂ ਮੈਂ ਕਹਿ ਰਹੀ ਹਾਂ ਦੇਰ ਇਜ਼ ਸਮਥਿੰਗ ਸਮੋਕ ਹੈਗਾ ਦੈਨ ਦੇਰ ਵਾਸ ਫਾਈਟ ਟੂ ਦ ਸਮੋਕ ਬਿਕੋਜ਼ ਦੇਰ ਇਜ਼ ਸਮਥਿੰਗ ਰੋਂਗ, ਕੁਝ ਕਾਲਾ ਮਾਲਾ ਹੈਗਾ। ਐਂਡ ਨਾਓ ਦੈਟ ਬਲੋਕ ਹੈਜ਼ ਸੈਡ ਦਿਸ I think I would respect him. जगमीत जी का एक बहुत क्रूशल स्टैंड आएगा डेफिनेटली पर मैनू लगता नहीं कि सरकार गिरेगी और आई स्टिल डाउटेड बिकॉज जो साडी पॉलिटिक्स हैगी ना बदली मोर नॉट फॉर गुड गवर्नेंस। गुड गवर्नेंस इज जस्ट अ पार्ट ऑफ द पॉलिटिक्स ओवर हियर पर ज्यादा ये है कि रिलीजियस परमुटेशन एंड कॉम्बिनेशन हैव बीन इन्वॉल्वड इनटू दिस।
ਉਸ ਲਈ आई डू नॉट थिंक द गवर्नमेंट गोइंग टू फॉल डाउन। ब्लॉक की कुछ अपनी बार्गेनिंग करेगी, कुछ अपना करेगा अपना हिसाब किताब, विच आई नो पॉलिटिक्स ਦੇ ਵਿੱਚ ਵੀ ਕੈਨੋਟ ਅੱਜ ਕੀ ਹੈਗਾ ਕੱਲ ਕਿਆ ਹੋਏਗਾ, ਵੀ ਕੈਨੋਟ ਕਮੈਂਟ ਔਨ ਦੈਟ ਪਾਰਟ। ਸਭ ਪਤਾ ਚੇਂजेस ਵਿਦ ਦ ਵਿੰਡ। ਤੇ ਉਸ ਲਈ ਆਈ ਸਟਿਲ ਥਿੰਕ ਬਟ ਦ ਪੁਆਇੰਟ ਹੈਜ਼ ਬੀਨ ਵੈਰੀ ਵੈਲ ਰੇਜ਼ਡ ਬਾਈ ਬਲੌਕ ਯੂ ਐਂਡ ਲੈਟਸ ਸੀ ਜਗਮੀਤ ਜੀ ਕਿਵੇਂ ਕਿਹੜੇ ਸਟੈਂਡਸ ਲੈਂਦੇ ਨੇ। ਅਗਰ ਉਹ ਸਪੋਰਟ ਕਰਦੇ ਨੇ ਆਪਣੇ ਐਨਡੀਪੀ ਨੂੰ ਤੇ ਦੈਨ ਇਟ ਬਿਕਮਸ ਅ ਪ੍ਰੋਬਲਮ ਫॉर हिम, क्योंकि ਉਹਨਾਂ ਦੇ ਕਾਫੀ ਵੋਟ ਬੈਂਕ ਵੀ ਇੰਪੈਕਟਡ ਹੋਣਗੇ। ਔਰ ਅਗਰ ਜੋ ਸਪੋਰਟ ਕਰਦੇ ਨੇ then also it is like he is impacting the other people ਜਿਹੜੇ ਕਿ ਦੂਜੇ ਪਾਰਟੀ ਦੇ ਹੈਗੇ ਨੇ, ਜਿਹੜੇ ਕਹਿਣਗੇ ਕਿ ਭਾਈ ਦੇਖੋ he has compromised with his own principles। ਉਹ ਕਰਪਸ਼ਨ ਐਂਟੀ ਕਰਪਸ਼ਨ ਦੇ ਉੱਪਰ ਆਏ ਸੀ, ਬਟ ਅਨਫੋਰਚੂਨੇਟਲੀ ਟਰੂਡੋ ਸਰਕਾਰ ਦੇ ਉੱਪਰ ਕਾਫੀ ਕਰਪਸ਼ਨ ਕੇਸ ਮਿਲ ਚੁੱਕੇ ਨੇ। ਐਂਡ ਬਿਲ ਮੋਨੋ ਦਿਸ ਇਜ਼ ਦ fourth time he is going to the integrity commission ਜਿਹੜੇ ਆਪਣੇ ਹੈਗੇ ਨੇ ਜੂਰੀ ਹੈਗੇ ਨੇ ਉਹਨਾਂ ਕੋਲ ਗਏ ਨੇ ਤੇ ਐਥਿਕਸ ਉੱਪਰ ਸਰ ਐਥਿਕਸ ਪਰ ਹੈ। ਤੇ ਇਹ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਲਾਈਕ ਦਿਸ ਇਜ਼ ਅ ਵੈਰੀ ਕ੍ਰੂਸ਼ਲ ਸਿਚੁਏਸ਼ਨ ਐਂਡ ਹੋਪਫੁਲੀ ਦੇ ਕਮ ਓਵਰ ਇਟ। ਠੀਕ ਹੈ ਜੀ, ਮੈਂ ਤੁਹਾਡੇ ਕੋਲ ਆ ਰਿਹਾ ਵਾਪਸ। ਨੈਕਸਟ ਕਾਲ ਜੀ ਜਸਵੀਰ ਜੀ, ਤੁਸੀਂ ਆਉਂਦੇ ਹੋ। ਜਸਵੀਰ ਜੀ ਕੋਲ ਮੈਂ ਆਪਣੇ ਜੋਗਵੀਰ ਜੀ ਦੁਆਰਾ ਗੱਲ ਕਰ ਰਿਹਾ ਜੀ। ਇਹ ਜਿਹੜੀਆਂ ਤਿੰਨੇ ਪਾਰਟੀਆਂ ਐਨਡੀਪੀ ਤੇ ਕੰਜ਼ਰਵੇਟਿਵ ਤੇ ਆਪਣੇ ਹੋਰ ਵੀ ਆ, ਇਹ ਆਪਣੇ ਪੈਰ 'ਚ ਆਪੇ ਘੋੜਾ ਮਾਰਨਾ। ਜੇ ਇਹਨਾਂ ਨੇ ਗਵਰਨਮੈਂਟ ਆਪਣੇ ਡਰॉप ਆਫ ਕਰ ਦਿੱਤੀ ਤਾਂ ਟਰੂਡੋ ਮੈਜੋਰਟੀ ਨਾਲ ਵਿਨ ਹੋ। ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਇਹ ਬਹੁਤ ਰੌਂਗ ਕੰਡ ਹੈ ਯਾਰ। ਐਲੇ ਸਮਾਂ ਬਹੁਤ ਸੈਂਸਿਟਿਵ ਚੱਲ ਰਿਹਾ ਟਾਈਮ ਐਲੇ, ਉਹਦੇ ਕਰਕੇ ਨਾ ਬੜਾ ਡਿਫਿਕਲਟੀ ਦੇ ਵਿੱਚ ਚੱਲਣ ਡਿਆ। ਹੁਣੇ ਹੀ ਏਦਾਂ ਦੇ ਕੰਮ ਕਰਦਾ ਲੋਕਾਂ ਨੇ ਨਾ ਸਮਝਿਆ ਵੀ ਇਹ ਇਹੋ ਜਿਹੀ ਸਿਚੁਏਸ਼ਨ ਬਣੀ ਪਈ ਹੈ। ਹਲੇ ਬੜਾ ਡਿਫਿਕਲਟੀ ਸਿਸਟਮ ਦੇ ਵਿੱਚ ਗਵਰਨਮੈਂਟ ਨੂੰ ਡਰॉप ਕਰਨਾ, ਜਿਹੜਾ ਬਹੁਤ ਵਧੀਆ ਬੰਦਾ ਕੰਮ ਕਰ ਰਿਹਾ ਆ। ਦੈਟਸ ਆਲ, ਥੈਂਕ ਯੂ ਬਾਏ। ਠੀਕ ਹੈ ਜੀ, ਥੈਂਕ ਯੂ ਜੀ। ਔਰ ਹੁਣ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜੀ ਚੈਨਲ ਵਾਈ ਦੇ ਉੱਤੇ। ਇੱਕ ਨਵਾਂ ਹਾਈਵੇ ਪ੍ਰਪੋਜ਼ ਕੀਤਾ ਜਾ ਰਿਹਾ ਹੈਗਾ ਗ੍ਰੇਟਰ ਟੋਰਾਂਟੋ ਏਰੀਆ। ਮੇਰਾ ਖਿਆਲ ਹੈ ਕਿ ਚਾਹੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ, ਚਾਹੇ ਸਾਡੇ ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਸਾਹਿਬ ਨੇ, ਮੈਂ ਜਦੋਂ ਵੀ ਕਿਸੇ ਦੇ ਪ੍ਰਧਾਨ ਮੰਤਰੀ ਦੇ ਨਾਲ ਕਿਸੇ ਨਾਲ ਇੰਟਰਵਿਊ ਕੀਤੀ ਜਾਂ ਕਿਸੇ ਵੀ ਕੈਬਨਿਟ ਮਿਨਿਸਟਰ ਦੇ ਨਾਲ ਇੰਟਰਵਿਊ ਕੀਤੀ ਹੈ, ਸਾਡੀ ਸ਼ੁਰੂ ਤੋਂ ਹੀ ਮੰਗ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਨੇ ਵਾਅਦਾ ਕੀਤਾ ਸੀਗਾ ਸਾਡੇ ਪਿਛਲੇ ਇੰਟਰਵਿਊ ਕਿ ਜਲਦੀ ਹੀ ਤੁਸੀਂ ਖੁਸ਼ਖਬਰੀ ਸੁਣੋਗੇ। ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਪੋਜ਼ ਮੈਪ ਹੈ ਜੀ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇੱਕ ਨਵਾਂ ਹਾਈਵੇ ਇਹ ਬਣਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਈਸਟ ਵੈਸਟ। ਇਹ ਹਾਈਵੇ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਆਪਣੇ ਟ੍ਰਫਾਲਗਰ ਔਰ 407 ਹੈ ਮਿਸੀਸਾਗਾ ਦੇ ਵਿੱਚ, ਜਿੱਥੇ ਟ੍ਰਫਾਲਗਰ ਔਰ 407 ਹੈਗੀ ਆ, ਓਪਨ ਤੇ ਥੋੜਾ ਜਿਹਾ ਇੱਧਰਲੇ ਪਾਸੇ 407 ਦੇ ਨੇੜਿਓਂ ਇਹ ਨਵਾਂ ਹਾਈਵੇ ਤੁਸੀਂ ਦੇਖ ਰਹੇ ਹੋ ਇਹ ਨਿਕਲੇਗਾ ਔਰ ਫਿਰ ਇਹ ਬਿਲਕੁਲ ਨਾਰਥ ਵਾਲੇ ਪਾਸੇ ਜਾਏਗਾ। 407 ਤੇ ਨਾਰਥ ਵਾਲੇ ਪਾਸੇ ਹੋਏਗਾ ਔਰ ਇਹ ਫਿਰ ਨਿਕਲਦਾ ਸਿੱਧਾ ਤੁਹਾਡਾ ਬੋਵੇਡ ਨੂੰ ਟੱਚ ਕਰੇਗਾ। ਔਰ ਤੁਸੀਂ ਦੇਖ ਰਹੇ ਹੋ ਸਾਹਮਣੇ ਨਕਸ਼ੇ ਦੇ ਵਿੱਚ ਬੋਵੇਡ ਤੋਂ ਟੱਚ ਕਰਦਾ ਹੋਰ ਨਾਰਥ ਵੱਲ ਜਾਏਗਾ। ਮੇਫੀਲਡ ਤੋਂ ਉੱਪਰੋਂ, ਮੇਫੀਲਡ ਦੇ ਉੱਪਰੋਂ ਫਿਰ ਜਾ ਕੇ 410 ਨੂੰ ਮਿਲੇਗਾ। ਤੁਸੀਂ ਦੇਖ ਰਹੇ ਹੋ ਸਾਹਮਣੇ ਨਕਸ਼ੇ ਦੇ ਵਿੱਚ 407 ਤੋਂ ਨਿਕਲ ਕੇ ਕਿਸ ਤਰ੍ਹਾਂ ਇਹ ਕਨੈਕਟ ਕਰ ਰਿਹਾ। 401 407 ਤੋਂ ਨਿਕਲ ਕੇ ਬੋਵੇਡ ਤੋਂ ਉੱਪਰ ਜਾ ਕੇ ਫਿਰ ਉਹ ਮੇਫੀਲਡ ਜਿਹੜੀ ਆ ਮੇਫੀਲਡ ਦੇ ਉੱਪਰੋਂ ਜਾਏਗਾ ਨਾਰਥ ਦੇ ਵਿੱਚ। ਕਿੰਗ ਸਟਰੀਟ ਤੋਂ ਥੋੜਾ ਜਿਹਾ ਪਹਿਲਾਂ ਹੋਏਗਾ। ਜੇ ਅਸੀਂ ਨਾਰਥ ਵੱਲ ਜਾਈਏ ਤੇ ਕਿੰਗ ਸਟਰੀਟ ਤੋਂ ਥੋੜਾ ਜਿਹਾ ਪਹਿਲਾਂ ਮੇਫੀਲਡ ਤੋਂ ਬਾਅਦ ਦੇ ਵਿੱਚ ਹੋਏਗਾ। ਔਰ ਇਹ ਫਿਰ ਪੈਰਲਲ ਜਾਂਦਾ ਤੁਹਾਡੇ ਸਾਹਮਣੇ ਤੁਸੀਂ ਦੇਖੋ ਇਹ ਸਾਰਾ ਬੋਲਟਨ ਕੈਲੇਡਨ ਨੂੰ ਕ੍ਰਾਸ ਕਰੇਗਾ। ਬ੍ਰੈਂਪਟਨ ਦੇ ਨਾਰਥ ਵਿੱਚ ਹੋਏਗਾ, ਕੈਲੇਡਨ ਦੇ ਸਾਊਥ ਵਿੱਚ ਹੋਏਗਾ, ਬੋਲਟਨ ਦੇ ਸਾਊਥ ਵਿੱਚ ਹੋਏਗਾ। ਫਿਰ 에ਅਰਪੋਰਟ ਰੋਡ ਨੂੰ ਕਨੈਕਟ ਕਰੇਗਾ, ਇਹ ਡਿਕਸੀ ਰੋਡ 에ਅਰਪੋਰਟ ਰੋਡ ਨੂੰ ਕਨੈਕਟ ਕਰੇਗਾ, ਫਿਰ ਗੋ ਰੋਡ ਨੂੰ ਕਨੈਕਟ ਕਰੇਗਾ ਇਹ ਜਿਹੜਾ ਹਾਈਵੇ ਹੈ। ਫਿਰ ਹਾਈਵੇ 50 ਦੇ ਆ ਕੇ ਕਨੈਕਟ ਹੋਏਗਾ ਔਰ ਸਾਹਮਣੇ ਤੁਸੀਂ ਦੇਖ ਰਹੇ ਹੋ। ਔਰ ਹਾਈਵੇ 50 ਤੋਂ ਬਾਅਦ ਇਹ ਜਿਹੜਾ ਹਾਈਵੇ ਹੈ ਇਹ ਫਿਰ ਵੌਨ ਏਰੀਆ ਦੇ ਵਿੱਚ ਐਂਟਰ ਕਰੇਗਾ ਹਾਈਵੇ। ਸੋ ਬੇਸਿਕਲੀ ਇਹ ਤੁਸੀਂ ਜੇ ਦੇਖੋ ਓਕਵਿਲ, ਮਿਸੀਸਾਗਾ, ਜਾਰਜਟਾਊਨ, ਕੈਲੇਡਨ, ਬ੍ਰੈਂਪਟਨ, ਬੋਲਟਨ ਔਰ ਫਿਰ ਵੌਨ ਨੂੰ ਕਨੈਕਟ ਕਰਦਿਆਂ ਇਹ ਜਿਹੜਾ ਹਾਈਵੇ ਹੈ ਉਹ ਹਾਈਵੇ 50 ਤੋਂ ਜਦੋਂ ਕ੍ਰਾਸ ਕਰਕੇ ਵੌਨ ਦੇ ਵਿੱਚ ਐਂਟਰ ਕਰੇਗਾ ਇਹ ਜਾ ਕੇ ਫਾਈਨਲੀ ਹਾਈਵੇ 100 ਦੇ ਨਾਲ ਜੁੜ ਜਾਏਗਾ। ਸੋ ਇਹ ਪ੍ਰਪੋਜ਼ਲ ਹੈਗਾ, ਇਸ ਵੇਲੇ ਪ੍ਰਪੋਜ਼ਲ ਦਿੱਤੀ ਜਾ ਰਹੀ ਹੈ ਇਹਦੀ ਹਾਈਵੇ ਦੀ। ਔਰ ਓਨਟਾਰੀਓ ਸਰਕਾਰ ਕਹਿ ਰਹੀ ਹੈ ਕਿ ਅਸੀਂ ਬੜੀ ਤੇਜ਼ੀ ਦੇ ਨਾਲ ਇਸ ਕੰਮ ਨੂੰ ਅੱਗੇ ਵਧਾ ਰਹੇ ਹਾਂ। ਇਸ ਨਵੇਂ ਹਾਈਵੇ ਨੂੰ ਫਿਲਹਾਲ ਲਈ GTA ਵੈਸਟ ਰੂਟ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਹਦੀ ਇਸ ਵੇਲੇ এনवायरमेंटल ਸਟੱਡੀ ਹੋਰ ਅਗਲੇ ਫੇਜ਼ਸ ਦੇ ਵਿੱਚ ਜਾ ਰਹੀ ਹੈ। ਔਰ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਨਾਲ ਸਾਡੇ ਉਹਨਾਂ ਦੇ ਕੈਬਨਿਟ ਮੰਤਰੀ ਸਾਰੇ ਗੱਲ ਕਰ ਰਹੇ ਨੇ ਕਿ ਅਸੀਂ ਇਹਨੂੰ ਬੜੀ ਤੇਜ਼ੀ ਦੇ ਨਾਲ ਇਹ ਚਾਹੁੰਦੇ ਹਾਂ ਕਿ ਹਾਈਵੇ ਜਿਹੜਾ ਇਹਨੂੰ ਬਣਾਇਆ ਜਾਵੇ। ਇਹ ਯਾਦ ਰਹੇ ਕਿ ਇਹ ਵਾਅਦਾ ਫੋਰਡ ਸਰਕਾਰ ਨੇ ਜਦੋਂ ਪੀਸੀ ਪਾਰਟੀ ਕੈਂਪੇਨ ਕਰ ਰਹੀ ਸੀ ਇਲੈਕਸ਼ਨ ਦੇ ਦਰਮਿਆਨ ਉਸ ਵੇਲੇ ਵੀ ਇਹ ਗੱਲ ਕੀਤੀ ਸੀ ਕਿ ਇਹ ਨਵਾਂ ਹਾਈਵੇ ਜਿਹੜਾ ਇਹ ਬਣੇਗਾ। ਸੋ ਨਵਾਂ ਹਾਈਵੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਸ ਸੈਂਚੁਰੀ 'ਚ ਨਹੀਂ ਬਣਿਆ। 1997
ਜਿਹੜਾ ਤੁਸੀਂ ਇਸ ਵੇਲੇ 407 ਦੇਖ ਰਹੇ ਹੋ, ਆਖਰੀ ਜਿਹੜਾ ਹਾਈਵੇ ਬਣਿਆ ਸੀ 407 ਬਣਿਆ ਸੀ 1997, ਉਸ ਤੋਂ ਬਾਅਦ ਹੁਣ ਨਹੀਂ ਬਣਿਆ। ਕੀ ਨਵਾਂ ਹਾਈਵੇ ਸਾਨੂੰ ਗ੍ਰੇਟਰ ਟੋਰਾਂਟੋ ਏਰੀਆ 'ਚ ਮਿਲਣ ਜਾ ਰਿਹਾ ਔਰ ਇਹਦਾ ਫਾਇਦਾ ਹੋਏਗਾ? ਕੁਝ ਲੋਕ ਇਹਦੇ ਤੇ ਆਪੱਤੀ ਵੀ ਕਰ ਰਹੇ ਨੇ, ਉਹ ਕਹਿ ਰਹੇ ਕਿ ਨਹੀਂ ਸਾਨੂੰ ਸਬਵੇ ਦਿਓ, ਸਾਨੂੰ ਹੋਰ ਟ੍ਰਾਂਜ਼ਿਟ ਸਿਸਟਮ ਦਿਓ। ਮੇਰੀ ਜ਼ਾਤੀ ਤੌਰ ਤੇ ਰਾਏ ਹੈ ਕਿ ਸਾਨੂੰ ਸਬਵੇ ਵੀ ਜ਼ਰੂਰੀ ਹੈ, ਟ੍ਰਾਂਜ਼ਿਟ ਸਿਸਟਮ ਵੀ ਜ਼ਰੂਰੀ ਹੈ, ਪਰ ਨਾਲ ਇੱਕ ਹਾਈਵੇ ਵੀ ਸਾਡੇ ਕੋਲ ਇਸ ਵੇਲੇ ਆ ਜਾਏ ਤੇ ਚੰਗੀ ਗੱਲ ਹੈ। ਪਹਿਲੇ ਨੰਬਰ ਦੀ ਰਾਏ ਲੈ ਲੈਂਦੇ ਹਾਂ, ਸਟਾਰਟਿੰਗ ਵਿਦ ਯੂ ਭੁਪਿੰਦਰ ਹੇਰ ਸਾਹਿਬ। ਯਦਵੀਰ ਜੀ ਇਹ ਬਹੁਤ ਹੀ ਵਧੀਆ ਐਕਚੁਅਲੀ ਇਹ ਸਟੈਪ ਹੈਗਾ, ਔਰ ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਕਿ ਇਹਦੇ ਨਾਲ ਜਿਹੜੀ ਫੋਰਡ ਸਰਕਾਰ ਦੀ ਕ੍ਰੈਡੀਬਿਲਿਟੀ ਹੈ ਉਹ ਐਸਟੈਬਲਿਸ਼ ਹੋਏਗੀ, ਕਿਉਂਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਜੇ ਉਹ ਪੂਰੇ ਕਰਦੇ ਆ, ਆਈ ਥਿੰਕ ਇਹ ਬੜੀ ਵਧੀਆ ਚੀਜ਼ ਹੈ। ਦੂਸਰਾ, ਜਿੱਥੋਂ ਤੱਕ ਅਸੀਂ ਕਮਿਊਟ ਦੀ ਗੱਲ ਕਰਦੇ ਹਾਂ, ਫੋਰ ਸ਼ੋਰ ਇਹ ਹਾਈਵੇ ਦੇ ਨਾਲ ਜਿਹੜਾ 407 ਉੱਤੇ 410 ਔਰ 401 ਜਿਹੜਾ ਮੇਜਰ ਚੋਕਿੰਗ ਪੁਆਇੰਟਸ ਹੈਗੇ ਆ, ਆਲਮੋਸਟ ਜਿੱਥੋਂ ਇਹ ਸ਼ੁਰੂ ਹੋ ਰਿਹਾ ਫਰਮ ਈਸਟ ਆਫ ਓਕਵੈਲ ਤੋਂ ਲੈ ਕੇ 400 ਤੱਕ, ਉਹ ਜਿਹੜੇ ਆ ਉਹਨੂੰ ਇਹ ਕੇਟਰ ਕਰੇਗਾ। ਸਭ ਤੋਂ ਵੱਡੀ ਚੀਜ਼ ਹੈ ਇਹਦਾ, ਸਭ ਤੋਂ ਵੱਡਾ ਐਡਵਾਂਟੇਜ ਇਹ ਵੀ ਹੈਗਾ ਕਿ ਜਿਹੜੇ ਨਾਰਥ ਦੇ ਉੱਤੇ ਓਕਵੈਲ, ਜਿਹੜਾ ਔਰੰਜਵੇਲ ਜਾਂ ਉਹ ਸਾਰੇ ਜਿਹੜੇ ਸ਼ਹਿਰ ਹੈਗੇ ਆ, ਜੇ ਉਹਨਾਂ ਨੇ ਕਿਸੇ ਵੀ ਹਾਈਵੇ ਨੂੰ ਟੱਚ ਕਰਨਾ, ਦੇ ਹੈਵ ਟੂ ਕਮ ਆਲ ਦ ਵੇ ਡਾਊਨ ਟੂ 401 410 ਲੈ ਕੇ, ਤੇ ਉਹਦੇ ਨਾਲ 410 ਜਿਹੜਾ ਆ ਮਾਰਨਿੰਗ ਵਿੱਚ ਔਰ ਲੇਟ ਈਵਨਿੰਗ ਵਿੱਚ ਜਿਹੜਾ ਇਸ ਜੈਮ ਪੈਕਡ। ਸੋ ਇਹ ਸਾਰੇ ਜਿਹੜੇ ਆ ਇਹ ਸਾਰੇ ਚੀਜ਼ਾਂ ਨੂੰ ਇਹ ਐਡਵਾਂਟੇਜ ਹੈਗਾ ਹੀ ਆ। ਸਾਨੂੰ ਇਹ ਰਿਲਾਈਜ਼ ਕਰਨ ਦੀ ਲੋੜ ਹੈਗੀ ਆ ਕਿ ਸਬਵੇ ਉਹ ਜਿਹੜਾ ਲੋਕਲ ਕਮਿਊਟ ਲਈ ਬਹੁਤ ਵਧੀਆ ਚੀਜ਼ ਆ ਔਰ ਹੋਣੀ ਵੀ ਚਾਹੀਦੀ ਆ। ਇਹ ਬੇਸਿਕਲੀ ਹਾਈਵੇ ਜਿਹੜਾ ਕੇਟਰ ਕਰੇਗਾ ਜਿਹੜੇ ਇੰਨੀ ਸਾਡੀ ਲੌਜਿਸਟਿਕ ਚੇਨ ਹੈ, ਜਿਹੜੀ ਸਾਡੀ ਜਿਹੜੀ ਲੌਜਿਸਟਿਕ ਇਜ਼ ਬੇਸਡ ਔਨ ਟਰਾਂਸਪੋਰਟੇਸ਼ਨ, ਟਰੱਕਾਂ ਉਹਤੇ ਬੇਸਡ ਆ, ਉਹਨਾਂ ਨੂੰ ਬਹੁਤ ਵੱਡਾ ਐਡਵਾਂਟੇਜ ਹੋਏਗਾ, ਕਿਉਂਕਿ ਟੋਰਾਂਟੋ ਜਿਹੜਾ ਆ ਲਿਟਰਲੀ ਇਜ਼ ਅ ਟਰੱਕਿੰਗ ਹੱਬ ਨਾਓ। ਸੋ ਜਿਹੜੇ ਹਾਈਵੇਜ਼ ਲੈਣ ਵਾਸਤੇ ਟਰੱਕ ਆਲ ਦ ਵੇ ਜਿਹੜੇ ਬੋਲਟਨ ਤੋਂ ਜਾਂ ਉੱਤੋਂ ਸਾਰੇ 410 ਲੈ ਕੇ ਥੱਲੇ ਆਉਂਦੇ ਆ 401 ਤੇ, ਐਂਡ ਦੈਨ ਥੀਸ ਆਰ ਆਲ ਚੋਕਿੰਗ ਪੁਆਇੰਟਸ, ਉਹਨਾਂ ਨੂੰ ਬਹੁਤ ਵੱਡਾ ਇਹਦਾ ਐਡਵਾਂਟੇਜ ਹੋਣਾ। ਪਲੱਸ ਜਿਹੜੀ ਡਿਵੈਲਪਮੈਂਟ ਹੋਏਗੀ ਇਸ ਹਾਈਵੇ ਦੇ ਨਾਲ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਇਸ ਵੇਲੇ ਆਲ ਦ ਟਰੱਕਿੰਗ ਕੰਪਨੀਜ਼, ਯਾਰਡਸ, ਇਹ ਸਾਰੇ 401 4 ਇਹਦੇ ਜਿਹੜੇ ਦੁਆਲੇ ਜਿਹੜੇ ਆ ਸਾਰੇ ਹੈਗੇ ਆ। ਇਹਦੇ ਨਾਲ ਗਵਰਨਮੈਂਟ ਨੇ ਦੇ ਵਿਲ ਡਿਵੈਲਪ ਹਾਲਟਨ ਰੀਜਨ, ਜਿਹੜਾ ਇਸ ਵੇਲੇ ਜਿੱਥੇ ਕਿ ਬਹੁਤ ਘੱਟ ਟਰਾਂਸਪੋਰਟੇਸ਼ਨ ਯਾਰਡਸ ਨੇ, ਟਰਾਂਸਪੋਰਟੇਸ਼ਨ ਕੰਪਨੀਜ਼ ਨੇ, ਉਹ ਜਿਹੜੀਆਂ ਕੰਪਨੀਜ਼ ਆ ਦੇ ਵਿਲ ਗੋ ਫਰਦਰ ਟੁਵਰਡਸ ਨਾਰਥ ਔਰੰਜਵੇਲ ਵੱਲ ਜਾਣਗੀਆਂ। ਸੋ ਉਹਦੇ ਨਾਲ ਹੋਰ ਵੇਅਰ ਹਾਊਸਿੰਗ, ਇਹ ਸਾਰੀ ਚੀਜ਼ਾਂ ਜਿਹੜੀਆਂ ਨੇ, ਜੌਬ ਓਪਰਚੁਨਿਟੀ ਜਿਹੜੀਆਂ ਵਧਣ ਦੀ ਬੜੇ ਚਾਂਸਸ ਹੈਗੇ ਆ। ਸੋ ਓਵਰਆਲ ਆਈ ਥਿੰਕ ਇਟਸ ਅ ਵੈਰੀ ਬਿਗ ਮੂਵ। ਮੋਸਟਲੀ ਲੌਜਿਸਟਿਕਸ ਜਿਹੜਾ ਸਾਡਾ ਹੈਗਾ ਉਹਨੂੰ ਲੈ ਕੇ ਜਿਹੜਾ ਉਹਨਾਂ ਨੂੰ ਇਹਨਾਂ ਨੇ ਧਿਆਨ ਰੱਖਿਆ ਆ, ਉਹਦੇ ਨਾਲ ਜਿਹੜੀ ਲੋਕਲ ਕਮਿਊਟ ਹੈਗੀ ਆ, ਟ੍ਰੈਫਿਕ ਕੰਜੈਸ਼ਨ ਹੈਗਾ, ਉਹਦੇ ਉੱਤੇ ਵੀ ਫਰਕ ਪਏਗਾ। ਸੋ ਆਈ ਥਿੰਕ ਇਟਸ ਵੈਰੀ ਲੇਟ ਪਰ ਵੈਰੀ ਗੁੱਡ ਮੂਵ। ਠੀਕ ਹੈ ਜੀ। ਜੀ ਵਿਰਕ ਸਾਹਿਬ ਕੀ ਕਹਿਣਾ ਚਾਹੁੰਦੇ? ਯੁੱਧਵੀਰ ਜੀ, ਇਹ ਜਿਹੜਾ ਹਾਈਵੇ 413 ਇਹਦਾ ਨਾਂ ਹੈ, ਔਰ ਉਹ ਬੜਾ ਪੁਰਾਣਾ ਇਹਦੇ ਤੇ ਸਰਵੇ ਵੀ ਹੋ ਰਿਹਾ ਸੀ, ਸਾਰੀਆਂ এনवायरमेंट ਰਿਪੋਰਟਸ ਵੀ ਇਹ 'ਤੇ ਕਰ ਰਹੇ ਸੀ। ਇਹ ਸਾਰਾ ਮੈਪ ਮੇਰੀ ਗੱਡੀ 'ਚ ਪਿਆ ਹੈ, ਮੈਂ ਸਿਟੀ ਤੋਂ ਲੈ ਕੇ ਆਇਆ ਸੀ 3.5-4 ਸਾਲ ਪਹਿਲੋਂ। ਔਰ ਇਹ 9th ਲਾਈਨ ਤੋਂ ਸ਼ੁਰੂ ਹੁੰਦਾ ਹੈ, 401 ਦੀ 9th ਲਾਈਨ ਹੈ ਜਿਹੜੀ, ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ 407 ਐਂਡ 401 ਕ੍ਰਾਸ ਕਰਦੇ ਨੇ, ਉੱਥੋਂ ਸ਼ੁਰੂ ਹੁੰਦਾ 9th ਲਾਈਨ ਤੋਂ। ਔਰ ਫਿਰ ਇਹ ਇੱਕ ਓਲਡ ਸਕੂਲ ਨੂੰ ਰੋਡ ਨੂੰ ਸਿੱਧਾ ਕ੍ਰਾਸ ਕਰਕੇ ਤੇ ਫਿਰ ਓਲਡ ਸਕੂਲ ਰੋਡ ਤੇ ਕਿੰਗ ਰੋਡ ਦੇ ਸੈਂਟਰ ਦੇ ਵਿੱਚੋਂ ਦੀ ਹੁੰਦਾ ਹੋਇਆ ਈਸਟ ਨੂੰ, ਤੇ ਹਾਈਵੇ 50 ਤੇ ਮੇਫੀਲਡ ਦੇ ਹਾਈਵੇ 50 ਤੇ ਮੇਫੀਲਡ ਤੋਂ ਹਾਈਵੇ 50 ਬੋਲਟਨ ਦੇ ਸਾਊਥ ਤੇ ਹਾਈਵੇ 50 ਤੇ ਮੇਫੀਲਡ ਦੇ ਕੋਲੋਂ ਉੱਥੋਂ ਕ੍ਰਾਸ ਕਰਕੇ ਤੇ ਫਿਰ ਅਗਾਂ 400 ਤੇ ਲੈ ਕੇ ਜਾਣਾ ਸੀ। ਤੇ এনवायरमेंट ਰਿਪੋਰਟ ਕਰਕੇ ਰੁਕ ਗਿਆ ਸੀ ਉਹ, ਫਿਰ ਉਹਦੇ 'ਤੇ ਕਾਫੀ ਇਸ਼ੂ ਆ ਰਹੇ ਸੀਗੇ ਇਲੈਕਸ਼ਨਾਂ ਤੋਂ ਪਹਿਲਾਂ, ਫਿਰ ਰੋਕ ਦਿੱਤਾ ਗਿਆ ਸੀ। ਆਲਮੋਸਟ ਇਸ ਨੂੰ ਇਹੀ ਅਫਵਾਹਾਂ ਸੀ ਕਿ ਸ਼ਾਇਦ ਇਹ ਦੁਬਾਰਾ ਇਹਨੂੰ ਨਾ ਹੀ ਬਣਾਇਆ ਜਾਵੇ, ਪਰ ਇਹ ਬਣ ਜਾਏਗਾ ਤੇ ਇਹਦੇ ਨਾਲ ਬਹੁਤਾ ਫਰਕ ਮੇਰੇ ਹਿਸਾਬ ਨਾਲ ਨਹੀਂ ਪੈਂਦਾ, ਕਿਉਂਕਿ ਇਹ ਜਿਹੜਾ ਟ੍ਰੈਫਿਕ ਹੈ ਸਾਰਾ 400 ਤੱਕ ਜਾਏਗਾ। ਤੇ ਜਿਹੜਾ ਇੱਥੋਂ ਵੈਸਟ ਤੋਂ ਜਾਂਦਾ ਇੱਧਰ ਨੂੰ ਨਾਰਥ ਨੂੰ ਟ੍ਰੈਫਿਕ, ਉਹ ਕਿੰਨੇ ਕੁ ਟਰੱਕਿੰਗ ਹੈਵੀ ਟ੍ਰੈਫਿਕ ਹੈ ਜਿਹੜਾ, ਉਹ ਮੈਕਸਿਮਮ ਜਿਹੜਾ ਟਰੱਕਿੰਗ ਦਾ ਜਿਹੜਾ ਕੰਮ ਹੈ ਉਹ ਜ਼ਿਆਦਾ ਈਸਟ ਨੂੰ ਜਾਂਦਾ ਹੈਗਾ। ਤੇ 400 ਤੋਂ ਫਿਰ ਜੇ ਉਹਨਾਂ ਨੂੰ ਟਰੱਕਾਂ ਵਾਲਿਆਂ ਨੂੰ ਵਾਪਸ 400 ਤੇ ਚੜ੍ਹ ਕੇ ਦੁਬਾਰਾ ਫਿਰ 401 ਦੇ ਉੱਤੇ ਚੜ੍ਹਨਾ ਪਏਗਾ, ਤੇ 401 ਤੇ ਫਿਰ ਬਲੌਕ ਰਹੇਗਾ। ਸੋ ਇਹ ਬਹੁਤਾ ਮੇਰੇ ਹਿਸਾਬ ਨਾਲ ਇਹਦਾ ਕੋਈ ਫਰਕ ਨਹੀਂ ਪੈਣਾ, ਲੇਕਿਨ ਜਿਹੜਾ ਟਰੱਕਿੰਗ ਤੋਂ ਛੋਟਾ ਟ੍ਰੈਫਿਕ ਹੈ ਉਹਨੂੰ ਕਾਫੀ ਹੈਲਪ ਮਿਲ ਜਾਏਗੀ। ਉਹਨੂੰ ਵੀ ਤਾਂ ਮਿਲੇਗੀ ਅਗਰ ਇਹ ਪੇਡ ਨਹੀਂ ਰੱਖਣਗੇ ਤਾਂ। ਅਗਰ ਇਹਦੇ ਤੇ ਵੀ 407 ਵਾਲਾ ਇਹਨਾਂ ਨੇ ਉਹੀ ਟੋਕਨ ਸਿਸਟਮ ਕਰਤਾ, ਫਿਰ ਇਹ ਕੋਈ ਹੈਲਪਫੁਲ ਨਹੀਂ ਹੋਊਗਾ, ਪਬਲਿਕ ਨੇ ਇਹਨੂੰ ਯੂਜ਼ ਨਹੀਂ ਕਰਨਾ ਹੈਗਾ। ਠੀਕ ਹੈ ਜੀ। ਹਾਂਜੀ, ਇੱਕ ਮਿੰਟ ਤੁਸੀਂ ਲੈ ਲਓ ਜੀ, ਤੇਜੀ ਉਬਰਾਏ ਸਾਹਿਬ।
I think Yudhvir ji कोई भी इंफ्रास्ट्रक्चर प्रोजेक्ट गवर्नमेंट लाके आए, बेशक प्रोविंशियल लाके आए या फेडरल लाके आए, वो कंट्री वास्ते चंगा ही हुंदा हैगा। बट जिहड़ी सब तो इंपॉर्टेंट चीज हैगी है द टाइम फ्रेम। अगर इस हाईवे नूं बंदे 10 साल लग गए तो फिर इहदा कोई फायदा नहीं होएगा, क्योंकि अगर गवर्नमेंट की प्रोजेक्शंस हैगियां हर 3 साल विच 1 मिलियन लोगों नूं इमिग्रेट कराना हैगा, ते अगर हाईवे बंदे 5 साल या 6 साल लग गए तो दैन और जड़े भी बेनिफिट्स हैं वो सारे नलीफाई हो जाएंगे, क्योंकि ट्रैफिक बहुत ज्यादा बढ़ जाएगा। तो आई थिंक मोस्ट इंपॉर्टेंट थिंग इज दैट अगर टू गेट environmental clearances as quickly as possible, because this should not be a long term plan, this should be done on a war footing, क्योंकि हाईवे की बहुत ज्यादा जरूरत हैगी है अज की डेट में, बहुत ज्यादा जरूरत हैगी है, क्योंकि ब्लॉकेड रहती हैगी है 401 403 ते ब्लॉकेड हरकत रहती हैगी है, नॉट ऑल द पीपल कैन अफोर्ड 407। ते आई थिंक डिसीजन चंगा हैगा, बट डिसीजन पहले भी लिते गए सी हाईवे नूं बनाने दे, बट इंप्लीमेंट नहीं होए। ते मेरे वास्ते इंपॉर्टेंट है कि हाउ दे कैन इंप्लीमेंट दिस एज क्विकली एज पॉसिबल एंड कितनी जल्दी इस हाईवे नूं बना सकते हैं, क्योंकि दैट एडवांटेजेस तद ही होंगे कि जब ए टाइम फ्रेम विच खत्म होएगा। अगर टाइम फ्रेम विच नहीं खत्म होएगा तो तद एदा भी एडवांटेज डिसएडवांटेज ही हो जाएगा। तो आई थिंक द मोस्ट इंपॉर्टेंट इज इंप्लीमेंटेशन ऑफ द प्रोजेक्ट एंड टाइम बेस्ड पे खत्म होना चाहिए, अदरवाइज देयर विल बी नो यूज। आई थिंक बेनिफिट्स ज्यादा नहीं होंगे। ठीक है जी, हाँ जी। और एक टॉप बड़ा और इंपॉर्टेंट है जिसके बारे में जरूर विचार लेना चाहता सारे दे, बैक टू स्कूल जो चर्चा चल रही हैगी है, और लगातार जे असीं पिछले 4 महीने की गल करिए, टू स्कूल की चर्चा हर कंट्री वास्ते चैलेंज है, चाहे असीं गल यूरोप दी सारियां कंट्रीज, चाहे अमेरिका, चाहे इंडिया, चाहे कैनेडा, चाहे ओंटारियो, चाहे टोरंटो डिस्ट्रिक्ट स्कूल बोर्ड, लोकल तो लैके ग्लोबल लैवल तक हर कोई अपने अपने विचार दे रहा है कि सानू स्कूल जिहड़े ने खोलने चाहिए कि नहीं खोलने चाहिए। जो मैं ध्यान दे नाल देखा तो तकरीबन 25 कंट्रीज, अराउंड 25 ऐसी कंट्रीज हैगियां ने जिन्हां ने कि स्कूल जिहड़े ने ओपन कर दिते ने। और एक इंटरेस्टिंग चीज असीं तुहाडे नाल जरूर शेयर करना चाहुंदे हैगे कि ताइवान, निकारागुआ, स्वीडन, ये कुछ ऐसिया कंट्रीज ने जिन्होंने स्कूल कदे भी बंद ही सी नहीं किए, इन्होंने कदे भी स्कूल बंद नहीं किए। तो क्या ये स्ट्रेटजी वर्क की है? आई थिंक सो। ताइवान ने मोस्ट लाइकली कर गई है, ताइवान के वास्ते, स्वीडन वास्ते भी कोई बहुत ही माड़ी नहीं रही। दो तरह के विचार इतने आते हैं। कुछ लोगों का कहना है कि जो बच्चे है उन्होंने बहुत ज्यादा दिक्कत जड़ियां ने वो नहीं आउंदियां, वो इन्नी जल्दी वायरस का उन्होंने असर नहीं होता। दूसरी तरफ ये स्टडीज भी आ रही है कि यस बच्चों वास्ते चैलेंजेस भी है और उन्होंने मास्क किस तरह पाया जाएगा, बच्चे इन्होंने सेफ रहेंगे, सुरक्षित रहेंगे, उन्होंने कितना तुम मॉनिटर करोगे। तो बहुत अलग अलग तरह के चैलेंजेस जोड़े ने वो आ रहे हैं इस टाइम के उत्ते। तो प्रीमियर 4 जो ओंटारियो है उन्होंने कहा कि एक फेज इन अप्रोच होगी बैक टू स्कूल प्लान के। तो बैक टू स्कूल अज असीं ग्लोबल लेवल की गल कर रहे हैं। डॉक्टर संजय गुप्ता CNN के जो हेल्थ एक्सपर्ट ने, डॉक्टर संजय गुप्ता ने कहा है कि वो अपने बच्चों को स्कूल वापस नहीं भेजेंगे। कुछ लोगों ने कहा है कि इन्नी देर तक जो बच्चे घर के रहते हैं ये नुकसान ज्यादा है और फायदा घट है ये जी। ये उत्ते मैं पैनल मैंबर से कॉमेंट लेना चाह रुपिंदर हेर साहब बड़ी सही। युद्धवीर जी, पेरेंट्स दे विच कोई डाउट नहीं है कि उन्होंने एप्रीहेंशनस है, खास तौर पर जी साउथ एशियन कम्यूनिटीज़ है, क्योंकि उन्होंने नो मैटर वट उन्होंने इस चीज़ के बारे कोई उन्होंने फर्क नहीं पैंदा। जे बेशक स्टैट्स ये कहन कि छोटे बच्चे जोड़े उन्होंने कोविड का रिस्क नहीं है। सो आई थिंक हर एक पेरेंट्स ने वॉच करना है। फर्स्ट में भी 15-20 दिन मिनिमम जरा उत्ते बहुत घट जी स्ट्रेंथ जी बच्चों की जी स्कूल जाएगी। पेरेंट्स विल वॉच के भी जो कोई चीज़ होंगी 14 दिन च कोई सिम्पटम आते हैं, कोई सिम्पटम कोविड केसेस बढ़ते हैं, सो दे उहदे बेस के उत्ते मे बी टुवर्ड्स अक्टूबर दे विल स्टार्ट थिंकिंग उदों जोड़े बच्चे ज़्यादा जोड़े जान के चांसिस है जे कोविड केसेस जोड़े ना बढ़े। सो ये एप्रीहेंशन जी रहनी है और इनू जो मर्जी गवर्नमेंट जी वो अश्योरिटी दवा दे। इट्स अ नैचुरल पेरेंट रिएक्शन और उहदे हिसाब नाल यस कुछ लोग जोड़े वो पेरेंट्स ने कनेडियन पेरेंट्स ने जोड़े कि जिन्होंने ये लगता कि उन्हों का दे हैव उन्होंने यूज टू ने चाइल्ड केयर में बच्चा भेजन दे जां उन्होंने उन्होंने चीज़ों की जी श्योरिटी लगती है
ਉਹ ਬੱਚੇ ਜਿਹੜੇ ਪੇਰੈਂਟਸ ਨੇ ਉਹ ਜ਼ਰੂਰ ਬੱਚੇ ਜਿਹੜੇ ਆ ਉਹ ਸਕੂਲ ਭੇਜਣਗੇ। ਬਟ ਓਵਰਆਲ ਆਈ ਫੀਲ ਸੈਪਟੈਂਬਰ ਦਾ ਮਹੀਨਾ ਜਿਹੜਾ ਆ ਉਹ ਬਹੁਤ ਲੋ ਅਟੈਂਡੈਂਸ ਰਹੇਗੀ। ਰਿਗਾਰਡਲੈਸ ਗਵਰਨਮੈਂਟ ਜਿਹੜੇ ਬੈਸਟ ਜਿਹੜੀਆਂ ਚੀਜ਼ਾਂ ਨੇ ਉੱਥੇ ਉਹ ਪ੍ਰੋਵਾਈਡ ਕਰ ਲੈਣ। ਹੌਲੀ ਹੌਲੀ ਜਿਹੜਾ ਆ ਉਹਨਾਂ ਨੂੰ ਪੇਰੈਂਟਸ ਨੂੰ ਕੌਨਫੀਡੈਂਸ ਆਏਗਾ। ਬਾਈ ਅਕਤੂਬਰ ਮੇਰਾ ਓਪੀਨੀਅਨ ਹੈ ਕਿ ਜੋ ਸਰਕਾਰ ਐਕਸਪੈਕਟ ਕਰ ਰਹੀ ਆ ਉਵੇਂ ਅਟੈਂਡੈਂਸ ਹੋਏਗੀ। ਜੀ ਬਿਰਕ ਸਾਹਿਬ ਕੀ ਕਹਿਣਾ ਚਾਹੁੰਦੇ? ਯੁੱਧਵੀਰ ਜੀ ਦੇਖੋ, ਜਦੋਂ ਕੋਵਿਡ ਆਇਆ ਸੀ ਤੇ ਬਹੁਤ ਜ਼ਿਆਦਾ ਫੀਅਰ ਫੈਕਟਰ ਸੀਗਾ, ਲੋਕਾਂ 'ਚ ਪੈਨਿਕ ਸੀਗੀ, ਡਰੇ ਹੋਏ ਸਨ, ਪਤਾ ਨਹੀਂ ਕਿੰਨੀ ਕੁ ਵੱਡਾ, ਔਰ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਸੀ। ਹੁਣ ਪਬਲਿਕ ਬਹੁਤ ਜ਼ਿਆਦਾ ਕੌਨਫੀਡੈਂਸ 'ਚ ਆ ਗਈ ਹੈ, ਉਹਨਾਂ ਨੇ ਵੇਖ ਲਿਆ। ਔਰ ਤਕਰੀਬਨ ਕੈਨੇਡਾ ਦੀ ਗੱਲ ਕਰਦਾ, ਕੈਨੇਡਾ 'ਚ ਆਲਮੋਸਟ ਕੰਟਰੋਲ ਵੀ ਹੋ ਚੁੱਕਾ ਹੈ ਆਲਮੋਸਟ। ਲੇਕਿਨ ਕਈ ਪਰਿਵਾਰਾਂ ਦੇ ਵਿੱਚ ਯੁੱਧਵੀਰ ਜੀ ਬੱਚਿਆਂ ਨੂੰ ਹੈਲਥ ਇਸ਼ੂ ਹੈਗੇ ਹੈ, ਜਿਨ੍ਹਾਂ ਕਰਕੇ ਉਹ ਪਰਿਵਾਰ ਆਪਣੇ ਬੱਚਿਆਂ ਨੂੰ ਛੇਤੀ ਸਕੂਲਾਂ ਵਿੱਚ ਨਹੀਂ ਭੇਜਣਗੇ ਕਦੀ ਵੀ, ਉਹ ਆਪਣੇ ਘਰਾਂ ਵਿੱਚ ਹੀ ਰੱਖਣਗੇ ਜਿੰਨਾ ਚਿਰ ਸਕੂਲਾਂ ਵਿੱਚ ਜਿਹੜੀ ਜਿਵੇਂ ਕਰਨਲ ਸਾਹਿਬ ਨੇ ਕਿਹਾ ਕਿ ਅਗਰ ਖੁੱਲ੍ਹਦੇ ਨੇ ਬੱਚੇ ਜਾਂਦੇ ਨੇ, ਉਹਨਾਂ ਬੱਚਿਆਂ ਤੋਂ ਜਾਣ ਤੋਂ ਬਾਅਦ ਸਕੂਲ ਖੁੱਲ੍ਹਣ ਤੋਂ ਬਾਅਦ ਰਿਪੋਰਟ ਕੀ ਆਉਂਦੀ ਹੈ, ਉਹ ਰਿਪੋਰਟ ਪੋਜ਼ੀਟਿਵ ਆਉਂਦੀ ਕਿ ਨੈਗੇਟਿਵ ਆਉਂਦੀ ਹੈ, ਕੀ ਉਹ ਇੰਪ੍ਰੈਸਿਵ ਹੈ ਕਿ ਨਹੀਂ, ਉਸ ਨੂੰ ਵੇਖ ਕੇ ਫਿਰ ਉਹ ਆਪਣੇ ਬੱਚਿਆਂ ਨੂੰ ਭੇਜਣਗੇ। ਅਦਰਵਾਈਜ਼ ਉਹ ਬੱਚਿਆਂ ਨੂੰ ਘਰ ਹੀ ਰੱਖਣਗੇ, ਕਿਉਂਕਿ ਕਾਫੀ ਬੱਚਿਆਂ ਦੇ ਛੋਟੀ ਉਮਰ ਵਿੱਚ ਹੀ ਫਿਜ਼ੀਕਲ ਇਸ਼ੂ ਹੈਗੇ ਕਈ, ਜਿਨ੍ਹਾਂ ਕਰਕੇ ਉਹ ਰਿਸਕ ਨਹੀਂ ਲੈਣਗੇ ਪੇਰੈਂਟਸ। ਠੀਕ ਹੈ ਜੀ। ਜੀ ਸਜੀਵ ਰਾਏ ਸਾਹਿਬ। I think Yudhvir ji, reluctance ਜ਼ਰੂਰ ਹੈਗੀ ਹੈ ਪੇਰੈਂਟਸ ਵਿੱਚ, ਬਟ ਐਟ ਦ ਐਂਡ ਆਫ ਦ ਡੇ ਸਭ ਨੂੰ ਇਹ ਸੋਚਣਾ ਪਏਗਾ ਕਿ that one has to adopt to the new change, basically because ਅਗਰ ਕੋਈ ਇਹ ਸੋਚੇ ਕਿ ਇਹ ਕਰੋਨਾ ਵਾਇਰਸ ਖਤਮ ਹੋ ਜਾਏਗਾ ਹੋਰ 2-3 ਮਹੀਨਿਆਂ ਵਿੱਚ, ਤੇ ਉਹ ਹਾਲੇ ਤੱਕ ਤੇ ਉਹ ਕਿੱਥੇ ਵੀ ਨਹੀਂ ਲੱਗਦਾ। ਕਈ ਕੰਟਰੀਜ਼ ਵਿੱਚ there is a second wave right now, ਤੇ ਆਈ ਥਿੰਕ ਵਿਦ ਪ੍ਰੀਕਾਸ਼ਨਸ, ਜਿਸ ਤਰ੍ਹਾਂ ਹੁਣ ਬਿਜ਼ਨੈਸਿਸ ਖੁੱਲ ਗਏ ਹੈਗੇ ਹਨ, ਕੁਝ ਕੰਮ ਵੀ ਹੋਣੇ ਸ਼ੁਰੂ ਹੋ ਗਏ ਹਨ, the precautions is the new norm, ਤੇ ਆਈ ਥਿੰਕ somewhere down the line ਲੋਕਾਂ ਨੂੰ ਇਹ ਸਮਝਣਾ ਪਏਗਾ ਕਿ this is the new norm, and ਇਹਦੇ ਵਿੱਚ ਹੀ ਸਾਨੂੰ ਜਦ ਤੱਕ ਇਹਦੀ ਕੋਈ ਇਹਦਾ ਇੰਜੈਕਸ਼ਨ ਨਹੀਂ ਬਣਦਾ, ਕਿਉਂਕਿ ਹਾਲੇ ਤੱਕ ਜਿਹੜੀ ਵੀ ਰਿਸਰਚ ਹੋ ਰਹੀ ਹੈਗੀ ਹੈ ਇਮਿਊਨਿਟੀ ਬੇਸਡ ਰਿਸਰਚ ਹੋ ਰਹੀ ਹੈਗੀ ਹੈ ਟੂ ਇਨਕਰੀਜ਼ ਦ ਇਮਿਊਨਿਟੀ, ਬਟ there is no research as of now ਜਿਹਦੇ ਵਿੱਚ ਉਹ ਟਾਰਗੇਟ ਕਰਨਗੇ ਇਸ ਡਿਜ਼ੀਜ਼ ਤੇ ਆਈ ਥਿੰਕ somewhere down the line ਲੋਕਾਂ ਨੂੰ ਇਹ ਸਮਝਣਾ ਪਏਗਾ ਕਿ this is the new norm, and ਜਿਹੜੇ ਵੀ ਪ੍ਰੀਕਾਸ਼ਨਸ ਅਸੀਂ ਲੈ ਸਕਦੇ ਹੈਗੇ ਆ ਸਾਨੂੰ ਲੈਣੇ ਪੈਣਗੇ, ਕਿਉਂਕਿ the other flip side is ਕਿ ਅਗਰ ਲੋਕੀ ਘਰ ਹੀ ਬੈਠੇ ਰਹਿਣਗੇ ਜਾਂ ਬੱਚੇ ਘਰ ਹੀ ਬੈਠੇ ਰਹਿਣਗੇ ਤੇ then there are reasons to believe that it will affect their mental health as well, because ਕੋਈ creativity ਨਹੀਂ ਹੈਗੀ। ਤੇ I think everybody will take their decisions based on their personal situations। ਜਿਹੜੇ ਬੱਚਿਆਂ ਨੂੰ ਥੋੜੀ ਪ੍ਰੋਬਲਮ ਹੈਗੀ ਹੈ, I'm sure ਉਹਨਾਂ ਦੇ ਪੇਰੈਂਟਸ ਉਹਨਾਂ ਨੂੰ reluctant ਹੋਣਗੇ, but at the end of the day everybody will have to adjust to the new norm ਜਦ ਤੱਕ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਨਿਕਲਦਾ, ਤੇ it will be a personal decision at the end of the day। ਠੀਕ ਹੈ ਜੀ। ਔਰ ਮੈਂ ਇੱਕ ਤੁਹਾਡੇ ਤੋਂ 30 ਸੈਕਿੰਡ ਜ਼ਰੂਰ ਲੈਣਾ ਚਾਹਾਂਗਾ ਤੁਹਾਡੇ ਤਿੰਨਾਂ ਹੀ ਜਣਿਆਂ ਤੋਂ ਕਿ ਜਿਹੜੀ ਇਸ ਸਮੇਂ ਅਸੀਂ ਦੇਖ ਰਹੇ ਹੈਗੇ ਕਿ ਕਈ ਜ਼ਿਆਦਾ ਜਿਹੜੀਆਂ ਡੈਥਸ ਨੇ ਉਹ ਹੋ ਰਹੀਆਂ ਨੇ ਡਰਾਊਨਿੰਗ ਦੀ ਵਜ੍ਹਾ ਦੇ ਨਾਲ। ਸਾਡੇ ਇੱਥੇ ਲੋਕਲ ਵੀ ਕੁਝ ਡੈਥ ਹੋਈਆਂ ਨੇ ਡਰਾਊਨਿੰਗ ਦੀ ਵਜ੍ਹਾ ਦੇ ਨਾਲ, ਔਰ ਐਲਬਰਟਾ ਤੋਂ ਵੀ ਦੁਖਦਾਈ ਖਬਰ ਹੈਗੀ ਹੈ। ਰੁਪਿੰਦਰ ਜੀ ਆਈ ਸਟਾਰਟ ਵਿਦ ਯੂ, ਥੋੜਾ ਇਤਿਹਾਸ ਵਰਤਿਆ ਜਾਵੇ ਨਾ ਸਮਰ ਦੇ ਵਿੱਚ। ਜੀ ਰੁਪਿੰਦਰ ਜੀ। ਇਹਦੇ ਵਿੱਚ ਬੜਾ ਅਫਸੋਸ ਹੁੰਦਾ, ਖਾਸ ਤੌਰ ਤੇ ਜਿਹੜੀ ਹੁਣ ਖਬਰ ਆਈ ਆ, ਤਿੰਨੇ ਇੱਕੋ ਫੈਮਿਲੀ ਦੇ ਜਿਹੜੇ ਮੈਂਬਰ ਨੇ, ਬਹੁਤ ਯੰਗ ਏਜ ਹੈਗੀ ਆ ਸਾਰਿਆਂ ਦੀ। ਸੋ ਇੱਕ ਤਾਂ ਔਰ ਇਹ ਜ਼ਿਆਦਾ ਡੈਥ ਜਿਹੜੀਆਂ ਨੇ ਸਾਊਥ ਏਸ਼ੀਅਨ ਕਮਿਊਨਿਟੀ ਦੀਆਂ ਇਸ ਕਰਕੇ ਆ ਕਿਉਂਕਿ ਬੇਸ਼ੱਕ ਫਸਟ ਆਫ ਆਲ ਸਾਡੇ ਸਵਿਮਿੰਗ ਜਿਹੜੀ ਆ ਉਹ ਇੱਕ ਕੋਈ ਮੇਜਰ ਨਾ ਦੇ ਸਪੋਰਟਸ ਹੈਗੀ ਆ ਨਾ ਸਾਡੀ ਮੇਜਰ ਹੌਬੀ ਆ। ਸੋ ਅਸੀਂ ਵੀ ਆਰ ਨਾਟ ਵੈਰੀ ਗੁੱਡ ਸਵਿਮਰਸ, ਪਰ ਜੇ ਸਵਿਮਿੰਗ ਕਿਸੇ ਨੂੰ ਆਉਂਦੀ ਵੀ ਆ ਔਰ ਓਪਨ ਵਾਟਰ ਦੇ ਵਿੱਚ ਜਾਂ ਫਲੋਇੰਗ ਵਾਟਰ ਦੇ ਵਿੱਚ ਜਿਹੜੀ ਆ ਸਵਿਮਿੰਗ ਕਰਨੀ ਇਟਸ ਨਾਟ ਈਜ਼ੀ। ਐਂਡ ਸੋ ਇਹ ਜਿਹੜੇ ਕੇਸਿਸ ਜਿੰਨੇ ਵੀ ਹੋਏ ਆ ਅੱਜ ਕੱਲ੍ਹ, ਕਿਉਂਕਿ ਸਟੇਜ 3 ਹੋ ਗਿਆ, ਲੋਕ ਬਾਹਰ ਜਾ ਰਹੇ ਆ, ਗਰਮੀਆਂ ਦੇ ਸੀਜ਼ਨ ਨੇ ਔਰ ਬਹੁਤ ਸਾਰੀਆਂ ਪਿਕਨਿਕਸ ਮਨਾ ਰਹੇ ਆ, ਵਾਟਰ ਬੋਡੀਜ਼ ਦੇ ਲਾਗੇ ਜਾ ਰਹੇ ਆ, ਕਾਟੇਜਸ ਜਾ ਰਹੇ ਆ। ਉਸ ਟਾਈਮ ਆਈ ਥਿੰਕ ਆਊਟ ਆਫ ਐਗਜ਼ੂਬਰੈਂਸ ਕੋਈ ਪਿਕਚਰਸ ਖਿੱਚ ਰਿਹਾ ਜਾਂ ਕੋਈ ਕਿਸੇ ਵੀ ਤਰ੍ਹਾਂ ਕੋਈ ਵੀ ਛੋਟੀ ਮੋਟੀ ਜਿਹੜੀ ਫਾਲ ਹੈਗੀ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੈਜੂਅਲ ਜਿਹੜਾ ਨੈਸ ਹੈਗੀ ਆ, ਉਹਦੇ ਨਾਲ ਇਹ ਜਿਹੜੇ ਇੰਸੀਡੈਂਟ ਜਿਹੜੇ ਆ ਹੋ ਰਹੇ ਆ। ਉਹਦੇ ਲਈ ਇੱਕ ਹੀ ਪ੍ਰੀਕਾਸ਼ਨ ਹੈਗਾ ਕਿ ਜੇ ਜਾਂ ਤਾਂ ਪ੍ਰੀਕਾਸ਼ਨ ਪੂਰੇ ਲੈ ਜਾਣ, ਜਿਹੜੀਆਂ ਤੁਹਾਡੀਆਂ ਯੂ ਹੈਵ ਟੂ ਵੇਅਰ
ਸੇਫਟੀ ਤੁਹਾਨੂੰ ਪਾਉਣੀ ਚਾਹੀਦੀਆਂ ਐਂਡ ਯੂ ਸ਼ੁੱਡ ਹੈਵ all precautions. ਜੇ ਤੁਸੀਂ ਨਹੀਂ ਚੰਗੇ ਸਵਿਮਰ ਹੈਗੇ, ਈਵਨ ਥੋੜੀ ਬਹੁਤ ਸਵਿਮਿੰਗ ਆਉਂਦੀ ਆ, ਇਟਸ ਨਾਟ ਈਜ਼ੀ ਟੂ ਸਵਿਮ ਇਨ ਅ ਲੇਕ ਬਿਕਾਜ਼ ਉਹਨਾਂ ਦੀ ਡੈਪਥ ਕਰਕੇ। ਸੋ ਇਹ ਪ੍ਰੀਕਾਸ਼ਨਸ ਹੀ ਆ ਜਿਹਦੇ ਨਾਲ ਇਹ ਕੋਈ ਆਪਾਂ ਆਪਣਾ ਬਚਾਅ ਕਰ ਸਕਦੇ ਆ। ਪਰ ਮੋਸਟਲੀ ਦਾ ਰੀਜ਼ਨ ਇਜ਼ ਕਿਉਂਕਿ ਸੀਜ਼ਨ ਇਹੋ ਜਿਹਾ ਔਰ ਪੀਪਲ ਆਰ ਵਿਜ਼ਿਟਿੰਗ ਇਨ ਵਾਟਰ ਬਾਡੀਜ਼, ਉਹਦੇ ਕਰਕੇ ਕਿਤੇ ਨਾ ਕਿਤੇ ਗਲਤੀ ਹੋ ਰਹੀ ਹੈ। ਠੀਕ ਹੈ ਜੀ। ਜੀ ਵੀਰ ਸਾਹਿਬ। ਯੁੱਧਵੀਰ ਜੀ, ਮੈਂ ਬੈਕ ਹੋਮ ਦੇਖਾਂ, ਅਗਰ ਮੈਂ ਆਪਣੇ ਆਪ ਨੂੰ ਦੇਖਾਂ, ਅਸੀਂ ਤਾਂ ਕਦੀ ਸਾਡੇ ਤਾਂ ਉੱਥੇ ਹੜ੍ਹ ਆਉਂਦੇ ਹੁੰਦੇ ਸੀ ਤੇ ਨਦੀ ਸੀਗੀ, ਪਾਣੀ ਵੀ ਇਕੱਠਾ ਹੋ ਜਾਂਦਾ ਸੀ, ਅਸੀਂ ਤਾਂ ਕਾਫੀ ਇੰਜੋਏ ਕਰਦੇ ਹੁੰਦੇ ਸੀ, ਤਰਨਾ ਵੀ ਸਿੱਖ ਜਾਂਦੇ ਸੀ, ਛੱਪੜਾਂ 'ਚ ਵੀ ਤਰਨਾ ਸਿੱਖ ਜਾਂਦੇ ਸੀ, ਸਾਰਾ ਕੁਛ। ਲੇਕਿਨ ਤਕਰੀਬਨ ਉੱਥੇ ਜਿਹੜਾ ਹੈਗਾ ਅਸੀਂ ਪਾਣੀ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਅਸੀਂ ਲੋਕ ਕਰਦੇ ਹਾਂ। ਅਤੇ ਪਾਣੀ ਸਾਡਾ ਇੰਜੋਏਮੈਂਟ ਕਰਨ ਦਾ ਕੋਈ ਸਾਧਨ ਨਹੀਂ ਅਸੀਂ ਸਮਝਦੇ, ਅਸੀਂ ਤਾਂ ਪਲੇਨ ਏਰੀਏ ਨੂੰ, ਸਾਫ ਸੁਥਰੇ ਨੂੰ ਹੀ, ਉਹਨੂੰ ਹੀ ਆਪਣਾ ਇੰਜੋਏਮੈਂਟ ਦਾ ਜਗ੍ਹਾ ਸਮਝਦੇ ਹਾਂ ਕਿ ਆਹ ਵਧੀਆ ਜਗ੍ਹਾ ਹੈ, ਸਾਫ ਸੁਥਰੀ ਹੈ। ਅਤੇ ਇੱਥੇ ਜਿਹੜਾ ਕਲਚਰ ਹੈ ਇਹ ਪਾਣੀ 'ਚ ਹਿਲੇ ਹੋਏ ਨੇ, ਇਹ ਸ਼ੁਰੂ ਤੋਂ ਹੀ ਬੱਚਿਆਂ ਨੂੰ ਤਰਨਾ ਵਗੈਰਾ ਸਿਖਾ ਦਿੰਦੇ ਨੇ। ਸਾਡੇ ਕੋਲ ਉਹ ਤਕਨੀਕ ਹੈ ਨਹੀਂ, ਉਸ ਤਕਨੀਕ ਤਰਨ ਵਾਲੀ ਤਕਨੀਕ ਤੋਂ ਅਸੀਂ ਵਾਂਝੇ ਨੇ ਸਾਡੇ ਕਲਚਰ ਦੇ ਵਿੱਚ। ਅਤੇ ਉਹ ਕਈ ਵਾਰੀ ਜਦੋਂ ਚਲੇ ਜਾਂਦੇ ਨੇ ਇਕੱਠੇ ਹੋ ਕੇ, ਜਾਂ ਪਰਿਵਾਰ ਚਲਾ ਜਾਂਦਾ, ਚਲੋ ਜੀ ਸਲੇਕ 'ਤੇ ਚੱਲਦੇ ਹਾਂ, ਉੱਥੇ ਬੱਚੇ ਕਈ ਵਾਰੀ ਜਿੱਦ ਕਰ ਲੈਂਦੇ ਨੇ ਚਲੋ ਥੋੜ੍ਹਾ ਜਿਹਾ ਸਵਿਮਿੰਗ ਹੀ ਕਰ ਲਈਏ, ਅਤੇ ਉਹ ਫਿਰ ਜਾਂਚ ਬਹੁਤੀ ਹੁੰਦੀ ਨਹੀਂ, ਅੰਦਰ ਵੜ ਜਾਂਦੇ ਪਾਣੀ ਦੇ, ਅਤੇ ਪਾਣੀ ਦੇ ਅਗਰ ਡੂੰਘਾਈ ਦਾ ਨਹੀਂ ਪਤਾ ਹੁੰਦਾ, ਉਹ ਕਈ ਵਾਰੀ ਫਿਰ ਉਹ ਇਹੋ ਜਿਹੀ ਹਾਲਤ ਹੋ ਜਾਂਦੀ ਜਿਸ ਕਰਕੇ ਉਹਨਾਂ ਨੂੰ ਜਾਣ ਤੋਂ ਹੱਥ ਧੋਣੇ ਪੈਂਦੇ ਆ। ਅਤੇ ਜੇ ਜਾਂਦੇ ਵੀ ਆ ਇਹੋ ਜਿਹੇ ਥਾਵਾਂ 'ਤੇ ਤਾਂ ਮੇਰਾ ਇੱਕੋ ਹੈਗਾ ਕਿ ਆਪਣੇ ਨਾਲ ਸੇਫਟੀ ਮੇਜਰਸ ਲੈ ਕੇ ਜਾਣ। ਜੇ ਉੱਥੇ ਤਰਨ ਦਾ ਮੂਡ ਬਣ ਜਾਏ ਜਾਂ ਪਾਣੀ 'ਚ ਖੇਡਣ ਦਾ ਮੂਡ ਬਣ ਜਾਏ, ਤਾਂ ਉਹ ਜਿਹੜੀਆਂ ਇਕਵਿਪਮੈਂਟਸ ਨੇ ਉਹ ਆਪਣੇ ਨਾਲ ਸਰੀਰ ਦੇ ਬੰਨ੍ਹ ਕੇ ਪਾਣੀ ਦੇ ਵਿੱਚ ਵੜਨ, ਐਵੇਂ ਕੱਪੜੇ ਲਾ ਕੇ ਅਤੇ ਕੱਛਾ ਪਾ ਕੇ ਅੰਦਰ ਨਾ ਵੜ ਜਾਣ। ਹਾਂਜੀ ਯੁੱਧਵੀਰ ਜੀ, ਹੈਲੋ, ਤੁਸੀਂ ਕਰ ਦਿਓ ਕੋਈ ਗੱਲ ਕਰਨੀ ਤਾਂ ਨਹੀਂ ਚੱਲ ਨਹੀਂ। ਇੱਕ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ, ਹਾਂਜੀ ਸੌਰੀ ਪਹਿਲਾਂ ਤੁਸੀਂ ਗੱਲ ਪੂਰੀ ਕਰੋ। ਨਹੀਂ ਮੈਂ ਵਿਰਕ ਸਾਹਿਬ ਦੀ ਗੱਲ ਤੇ ਆਈ ਵਾਸ ਜਸਟ ਅਬਾਊਟ ਟੂ ਸੇ ਐਡ ਸਮਥਿੰਗ ਕਿ ਰੀਜ਼ਨ ਕੀ ਹੈਗਾ ਕਿ ਇਹ ਸਾਰਾ ਨਾ ਵੇਖੋ ਬਹੁਤ ਜਿਹੜੀਆਂ ਇਹ ਡੈਥ ਹੈਗੀਆਂ ਯੰਗ ਬੱਚਿਆਂ ਦੀਆਂ ਹੈਗੀਆਂ, ਔਰ ਆਈ ਥਿੰਕ ਕਈ ਵਾਰ ਇੱਕ ਕਿਸਮ ਦਾ ਇਹੋ ਜਿਹਾ ਵੀ ਫੀਲਿੰਗ ਹੁੰਦੀ ਹੈ ਕਿ ਜੋ ਅਸੀਂ ਕਰਦੇ ਹਾਂ ਐਕਟੀਵਿਟੀ ਵੀ ਵਾਂਟ ਟੂ ਟੈਲ ਦ ਵਰਲਡ। ਸੋ ਬਹੁਤੀ ਵਾਰੀ ਤੁਸੀਂ ਪਿਕਚਰ ਖਿੱਚ ਰਹੇ ਹੋ, ਵੀਡੀਓ ਬਣਾ ਰਹੇ ਹੋ, ਉਹਦੇ ਵਿੱਚ ਤੁਹਾਡੇ ਤੋਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਕੈਜੂਅਲਨੈਸ ਹੋ ਜਾਂਦੀਆਂ ਆ, ਉਹ ਚੀਜ਼ਾਂ ਜਿਹੜੀਆਂ ਨੇ ਉਹ ਵੀ ਇੱਕ ਮੇਜਰ ਰੀਜ਼ਨ ਆ ਟੂ ਗੈਟ ਡਿਸਟਰੈਕਟਡ। ਸੋ ਏਮ ਇਜ਼ ਕਿ ਜੇ ਕਿਤੇ ਵੀ ਜਾਣਾ ਆ ਉੱਥੇ ਸੇਫਟੀ ਇਜ਼ ਦ ਮੋਸਟ ਇੰਪੋਰਟੈਂਟ ਥਿੰਗ, ਨਥਿੰਗ ਇਜ਼ ਮੋਰ ਇੰਪੋਰਟੈਂਟ ਦੈਨ ਲਾਈਫ। ਜੀ ਬਿਲਕੁਲ। ਔਰ ਅਸੀਂ ਜਿਸ ਤਰ੍ਹਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰ ਦੇ ਵਿੱਚ ਇਸ ਇੱਕ ਹੀ ਪਰਿਵਾਰ ਦੇ 3 ਜਣੇ ਇਹਨਾਂ ਦੀ ਡੈਥ ਹੋ ਗਈ ਹੈ ਕ੍ਰਿਸੈਂਟ ਫਾਲਸ ਦੇ ਵਿੱਚ, ਜਿਹਦੇ ਕਿ ਰੌਕੀ ਮਾਊਂਟੇਨ ਹਾਊਸ ਦੇ ਵਿੱਚ ਕ੍ਰਿਸੈਂਟ ਫਾਲਸ ਸੀਗੇ, ਉੱਥੇ ਇਹ ਰਿਕ੍ਰੀਏਸ਼ਨ ਦੇ ਤੌਰ ਦੇ ਉੱਤੇ ਤੈਰ ਰਹੇ ਸੀਗੇ ਔਰ ਉਸ ਦਰਮਿਆਨ ਬੜੀ ਤੇਜ਼ੀ ਦਾ ਬਹਾਵ ਆਇਆ, ਜਿਹਦੇ ਕਾਰਨ ਕਿ ਅਨੂਪ ਕੁਮਾਰ, ਉਹਨਾਂ ਦੇ ਅੰਕਲ ਪ੍ਰਤਾਪ ਰਾਏ ਔਰ ਉਹਨਾਂ ਦੀ ਜਿਹੜੀ ਆਂਟੀ ਜੀ ਨੇ ਵਿਜਹਾਰ, ਉਹਨਾਂ ਤਿੰਨਾਂ ਦੀ ਜਿਹੜੀ ਡੈਥ ਹੋ ਗਈ ਹੈ। ਅਨੂਪ ਕੁਮਾਰ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ, ਉਹਨਾਂ ਦੇ ਅੰਕਲ ਜਿਹੜੇ ਹੈਗੇ ਨੇ ਜੀ ਪ੍ਰਤਾਪ ਰਾਏ, ਉਹਨਾਂ ਦੀ ਉਮਰ 38 ਸਾਲ ਦੱਸੀ ਜਾ ਰਹੀ ਹੈ, ਔਰ ਉਹਨਾਂ ਦੀ ਜਿਹੜੀ ਆਂਟੀ ਹੈ ਉਹਨਾਂ ਦੀ ਉਮਰ ਵੀ 38 ਸਾਲ ਜਿਹੜੀ ਹੈ ਦੱਸੀ ਜਾ ਰਹੀ ਹੈ। ਇਹ ਤਿੰਨੇ ਹੀ ਇੱਕ ਹੀ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ, ਜਿਨ੍ਹਾਂ ਦੀ ਕਿ ਇਹ ਅਨਫੋਰਚੂਨੇਟ ਜਿਹੜੀ ਹੈ ਔਰ ਅਨਫੋਰਚੂਨੇਟ ਔਰ ਅਨਟਾਈਮਲੀ ਜਿਹੜੀ ਹੈ ਉਹ ਡੈਥ ਹੋ ਗਈ ਹੈ। ਸਾਡੇ ਇੱਥੇ ਬਰੈਂਪਟਨ ਤੋਂ ਵੀ 2 ਜਣਿਆਂ ਦੇ ਜਿਹੜੇ ਹੈ ਜੀ ਹਾਲ ਹੀ ਦੇ ਵਿੱਚ ਮੈਂ ਦੱਸਵਾਂ ਕਿ ਉਹਨਾਂ ਦੀ ਅਨਫੋਰਚੂਨੇਟ ਔਰ ਅਨਟਾਈਮਲੀ ਜਿਹੜੀ ਹੈ ਡੈਥ ਹੈ, ਉਹਦੀਆਂ ਖਬਰਾਂ ਸਾਨੂੰ ਹਾਲ ਹੀ ਦੇ ਵਿੱਚ ਮਿਲੀਆਂ ਨੇ। ਸੋ ਚਾਹੇ ਬਰੈਂਪਟਨ ਦੀ ਖਬਰ ਹੋਵੇ, ਚਾਹੇ ਐਲਬਰਟਾ ਦੀ ਖਬਰ ਹੋਵੇ, ਸਾਡੀ ਬੇਨਤੀ ਹੈ ਕਿ ਥੋੜਾ ਜਿਹਾ ਤੁਸੀਂ ਜਿਹੜਾ ਉਹ ਜ਼ਰੂਰ ਖਿਆਲ ਰੱਖਣਾ ਹੈ। ਉਬਰਾਏ ਸਾਹਿਬ, ਤੁਸੀਂ ਕੁਝ ਲਈ ਐਡ ਕਰਨਾ ਚਾਹੁੰਦੇ ਹੋ? ਫਿਰ ਤੁਹਾਡੀ ਕਮੈਂਟਸ ਤੋਂ ਬਾਅਦ ਫਿਰ ਬ੍ਰੇਕ ਵੱਲ ਜਾਣ ਦਾ ਸਾਨੂੰ ਹੁਕਮ ਹੈ ਜੀ। ਆਈ ਥਿੰਕ ਯੂਜੂਅਲੀ देयर इज ਅੱਜ ਕੱਲ ਟੀਵੀ ਤੇ ਬੱਚੇ ਇਹਨਾਂ ਐਡਵੈਂਚਰ ਦੇਖਦੇ ਹੈਗੇ ਐਂਡ ਦੈਨ ਦੇ ਵਾਂਟ ਟੂ ਰੈਪਲੀਕੇਟ that adventure, but ਉਹ ਇਹ ਭੁੱਲ ਜਾਂਦੇ ਹੈਗੇ ਕਿ ਜਿਹੜਾ ਟੀਵੀ ਤੇ ਐਡਵੈਂਚਰ ਜਾਂ ਜਿਹੜੇ ਲੋਕ ਕਰ ਰਹੇ ਹੁੰਦੇ ਨੇ, ਦੇ ਆਰ ਹਾਈਲੀ ਸਕਿਲਡ ਐਂਡ ਹਾਈਲੀ ਟ੍ਰੇਨਡ, ਤੇ ਜਦ ਤੁਸੀਂ ਉਸ ਤਰ੍ਹਾਂ ਦੇ ਐਡਵੈਂਚਰ ਨੂੰ ਰੈਪਲੀਕੇਟ ਕਰਨਾ ਹੈਗਾ ਤੇ ਤੁਹਾਨੂੰ ਸਕਿਲਸ ਤੇ ਤੁਹਾਨੂੰ ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਤੇ ਆਈ ਥਿੰਕ ਲੈਕ ਆਫ ਐਬਿਲਿਟੀ ਟੂ ਫੋਲੋ ਇੰਸਟਰਕਸ਼ਨ, ਸਮਟਾਈਮਸ ਜਿਹੜਾ ਜੋਸ਼ ਹੁੰਦਾ ਜਵਾਨੀ ਦਾ, ਉਹਦੇ ਵਿੱਚ ਉਹ ਗਲਤੀਆਂ ਕਰਦੇ ਹੈਗੇ ਐਂਡ ਦੈਨ ਅਨਫੋਰਚੂਨੇਟਲੀ ਦੇ ਹੈਵ ਟੂ ਪੇ the price
ਕਾਰਨ ਇਹ ਵੀ ਹੈਗਾ ਬਹੁਤ ਜ਼ਿਆਦਾ ਕਿਉਂਕਿ we get so much excited with the kind of adventure we watch on movies and TVs, and then larger than life ਚੀਜ਼ਾਂ ਵੀ ਅਸੀਂ ਦੇਖਦੇ ਹਾਂ, and then we want to replicate that in our real life without having the skills and the training. ਤੇ I think ਇਹਦੇ ਵਿੱਚ ਵੀ ਐਜੂਕੇਸ਼ਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈਗੀ ਹੈ, ਖਾਸ ਕਰ ਬੱਚਿਆਂ ਨੂੰ ਜਦ ਸਕੂਲਸ ਵਿੱਚ ਜਦ ਵੀ ਉਹਨਾਂ ਦੀ ਸਪੋਰਟਿੰਗ ਇਵੈਂਟਸ ਹੁੰਦੇ ਹੈਗੇ ਨੇ ਜਾਂ ਜਦ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਹੁੰਦੀਆਂ ਹਨ, ਤੇ ਆਈ ਥਿੰਕ ਅਗਰ ਉਹਨਾਂ ਦੇ ਮਨ ਵਿੱਚ ਇਹ ਪਾਈ ਜਾਏ ਕਿ ਕੋਈ ਵੀ ਐਕਟੀਵਿਟੀ ਤੁਸੀਂ ਅਗਰ ਕਰਨੀ ਹੈਗੀ ਹੈ, ਜਦ ਤੱਕ ਤੁਹਾਡੇ ਕੋਲ ਸਕਿੱਲ ਤੇ ਨੌਲੇਜ ਤੇ ਟ੍ਰੇਨਿੰਗ ਨਹੀਂ ਹੈਗੀ ਹੈ, you should not attempt that. That is very, very important. ਠੀਕ ਹੈ ਜੀ, ਸਮੇਂ ਹੋ ਗਿਆ ਜੀ ਇੱਕ ਬਹੁਤ ਹੀ ਛੋਟੀ ਜਿਹੀ ਬ੍ਰੇਕ ਦਾ। ਅਸੀਂ ਬ੍ਰੇਕ ਲੈਣ ਜਾ ਰਹੇ ਹਾਂ ਔਰ ਬ੍ਰੇਕ ਤੋਂ ਬਾਅਦ ਸਾਡੀ ਜਿਹੜੀ ਗੱਲਬਾਤ ਹੋਏਗੀ, ਇੱਕ ਤੇ ਅਸੀਂ ਗੱਲਬਾਤ ਕਰਾਂਗੇ ਕਮਲਾ ਹੈਰਿਸ। ਕਮਲਾ ਹੈਰਿਸ ਪਹਿਲੀ ਅਮਰੀਕਨ ਅਫਰੀਕਨ origin ਦੇ ਮਹਿਲਾ ਹੈਗੇ ਨੇ, ਪਹਿਲੀ ਸਾਊਥ ਏਸ਼ੀਅਨ ਅਫਰੀਕਨ ਜਾਂ ਤੁਸੀਂ ਉਹਨਾਂ ਨੂੰ ਇੰਡੀਅਨ ਅਮਰੀਕਨ ਵੀ ਕਹਿ ਸਕਦੇ ਹੈਗੇ ਆ origin ਦੇ ਮਹਿਲਾ ਹੈਗੇ ਨੇ, ਜਿਨ੍ਹਾਂ ਨੂੰ ਕਿ ਕਿਸੇ ਵੀ ਮੇਜਰ ਪਾਰਟੀ ਦੀ ਟਿਕਟ ਦੇ ਉੱਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਹੈ। ਸੋ ਬਹੁਤ ਸਾਰੇ ਲੋਕਾਂ ਦੇ ਵਿੱਚ ਉਤਸ਼ਾਹ ਵੀ ਹੈਗਾ। ਪਹਿਲੇ 24 ਘੰਟਿਆਂ ਦੀ ਅਨਾਉਂਸਮੈਂਟ ਦੇ ਵਿੱਚ ਹੀ $26 ਮਿਲੀਅਨ ਉਹਨਾਂ ਦੁਆਰਾ ਇਕੱਠਾ ਕਰ ਲਿਆ ਗਿਆ ਡੈਮੋਕ੍ਰੈਟਸ ਵੱਲੋਂ। ਸੋ ਕੀ ਹੋ ਸਕਦਾ ਹੈ, ਕੀ ਪੋਸੀਬਿਲਿਟੀਜ਼ ਨੇ, ਬ੍ਰੇਕ ਤੋਂ ਬਾਅਦ ਇਹ ਸਾਰਾ ਮੁੱਦਾ ਜਿਹੜਾ ਤੁਹਾਡੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਲੜਕੀ ਜਿਹੜੀ ਕਿ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਲੜਕੀ ਦਲਜੀਤ ਕੌਰ, ਇਹ ਜਿਹੜੀ ਲੜਕੀ ਸੀਗੀ ਇਹਦਾ ਕਿਆ ਜ਼ਬਰਦਸਤੀ ਵਿਆਹ ਹੋਇਆ ਸੀ ਨਹੀਂ ਹੋਇਆ ਸੀ, ਇਹਦੇ ਬਾਰੇ ਜੋ ਅਹਿਮ ਫੈਸਲਾ ਸਾਹਮਣੇ ਆਇਆ ਅਦਾਲਤ ਦਾ, ਔਰ ਇਹਦੇ ਬਾਰੇ ਹੁਣ ਪ੍ਰੋਟੈਸਟ ਵੀ ਇਸ ਵੇਲੇ ਕੀਤੇ ਜਾ ਰਹੇ ਨੇ। ਪਾਕਿਸਤਾਨ ਦੇ ਵਿੱਚ ਸਿੱਖ ਭਾਈਚਾਰਾ ਪ੍ਰੋਟੈਸਟ ਕਰ ਰਿਹਾ, ਇੰਡੀਆ ਦੇ ਵਿੱਚ ਸਿੱਖ ਭਾਈਚਾਰਾ ਪ੍ਰੋਟੈਸਟ ਕਰ ਰਿਹਾ ਹੈਗਾ, ਕੈਨੇਡਾ ਦੇ ਵਿੱਚ ਇਹਦੇ ਬਾਰੇ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ, ਉਹਦੀ ਵੀ ਗੱਲ ਕਰਾਂਗੇ। ਔਰ ਇਸ ਤੋਂ ਇਲਾਵਾ ਕੁਝ ਹੋਰ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਸਾਡੀ ਹੋਏਗੀ ਇੱਕ ਬਹੁਤ ਹੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ। Watching Channel Y. Channel Y. A South धमाका डील, अब जो चाहो ऑनलाइन मंगवाओ। रोज की ग्रोसरीज, फौरी डिलीवरी, बड़ी आसानी, तो फिर हो जाए Smart.ca। ਹਰੀਆਂ ਤਾਜ਼ੀਆਂ ਸਬਜ਼ੀਆਂ ਦੇ ਲਈ, ਰਸੀਲੇ ਫਲ ਫਰੂਟ ਦੇ ਲਈ, ਪੀਸੇ ਖੜੇ ਮਸਾਲਿਆਂ ਦੇ ਲਈ, ਕਿਚਨ ਯੂਜ਼ ਲਈ ਭਾਂਡਿਆਂ ਦੇ ਲਈ, ਚਾਹ ਦੇ ਨਾਲ ਮਿੱਠੇ ਨਮਕੀਨ ਸਨੈਕਸ ਦੇ ਲਈ, ਰੀਜ਼ਨੇਬਲ ਰੇਟਸ ਤੇ ਗਰੋਸਰੀ ਦੇ ਲਈ ਜ਼ਰੂਰ ਤੁਸੀਂ ਵਿਜ਼ਿਟ ਕਰੋ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਤੁਹਾਨੂੰ ਸਰਵ ਕਰਦੇ ਨੇ 4 ਲੋਕੇਸ਼ਨਸ ਤੋਂ, ਬ੍ਰੈਂਪਟਨ ਦੇ ਵਿੱਚ 1098 ਪੀਟਰ ਰਾਬਰਟਸਨ ਬੁਲੇਵਰਡ ਬ੍ਰੈਂਪਟਨ, 8997 ਦ ਗੋ ਰੋਡ ਬ੍ਰੈਂਪਟਨ, 515 ਰੇ ਲਾਸਨ ਬੁਲੇਵਰਡ ਬ੍ਰੈਂਪਟਨ। ਮਿਸਿਸਾਗਾ ਲੋਕੇਸ਼ਨ ਲਈ ਵਿਜ਼ਿਟ ਕਰੋ 1525 ਬ੍ਰਿਸਟਲ ਰੋਡ ਵੈਸਟ, ਯੂਨਿਟ ਨੰਬਰ 18 ਮਿਸਿਸਾਗਾ। ਵਧੇਰੀ ਜਾਣਕਾਰੀ ਲਈ ਕਾਲ 9055676999 905-567-6999। ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਹਾਜ਼ਰ ਹੋਣ ਵਾਲੀ ਹੈ ਆਪਣੀ 5ਵੀਂ ਨਵੀਂ ਲੋਕੇਸ਼ਨ ਦੇ ਨਾਲ at 9825 ਚਿੰਕੂਜ਼ੀ ਰੋਡ ਬ੍ਰੈਂਪਟਨ ਦੇ ਬਹੁਤ ਜਲਦ। Major intersection Chinguzi and Williams Parkway for all your grocery needs with its Sabzi Mandi Cash and Carry। Ontario Virtual School मिनिस्ट्री इंस्पेक्टेड ऑनलाइन हाई स्कूल है जो हेल्प करता है आपको अर्न करने में OSSD क्रेडिट्स, अपग्रेड करने में मार्क्स। इतना ही नहीं, अपना हाई स्कूल डिप्लोमा ऑनलाइन आप कहीं से भी ले सकते हैं अराउंड द वर्ल्ड। साथ ही अपना खुद का स्केड्यूल आप खुद डिजाइन कर सकते हैं। 24-hour एक्सेस है टू देयर सर्टिफाइड टीचर्स एंड इनके सारे कोर्सेज जो हैं वो आप कंप्लीट कर सकते हैं इन एज लिटिल एज 4 weeks। नॉट टू मिस, ओंटारियो वर्चुअल स्कूल आपको हेल्प करता है यूनिवर्सिटी एंड कॉलेज एप्लीकेशंस में भी। तो आज ही जाएं ontariovirtualschool.ca पर फॉर ऑल द इंफॉर्मेशन। ontariovirtualschool.ca। Hello. Hi, Rubina Bajwa, film star. Yes. Welcome to Armor Insurance Brokers. Thank you. My business insurance currency and my friend highly recommended Armor Insurance Brokers. I heard you are the best in town. ਅਸੀਂ ਟਰੱਕਿੰਗ, ਹੋਮ, ਆਟੋ, ਲਾਈਫ, ਸੁਪਰ ਵੀਜ਼ਾ ਤੇ ਆਪਣੇ ਕਲਾਇੰਟਸ ਦੀ ਹਰ ਇੰਸ਼ੋਰੈਂਸ ਦੀ ਜ਼ਰੂਰਤ ਪੂਰੀ ਕਰਦੇ ਹਾਂ। It's really nice meeting you. Thank you. Thank you for all your help. I trust Armor Insurance Brokers. Buying a property from a builder is not as simple as you think. Trust a realtor who knows and guides you on every single step from signing to closing. You know them. You trust them. Team Sabharwal.
Want to discover the serene beauty of Niagara region from close quarters? Well, the opportunity is here. Contact the first South Asian brokerage in Niagara region, Cosmopolitan Realty Brokerage. Specialized ਕਰਦੇ ਨੇ commercial properties ਦੇ ਵਿੱਚ, retail plazas, hotels, medical buildings, retirement homes, land development, agricultural land ਦੇ ਵਿੱਚ investment opportunities ਦੇ ਲਈ, for residential pre-construction projects with longer closings, property evaluation services, ਤੁਹਾਨੂੰ serve ਕਰਦੇ ਨੇ English, Punjabi, Hindi, ਉਰਦੂ ਦੇ ਵਿੱਚ। ਗੌਰ ਫਰਮਾਉਣਾ, ਕਾਸਮੋਪੋਲਿਟਨ ਰੀਅਲਟੀ ਬ੍ਰੋਕਰੇਜ ਵੱਲੋਂ ਤੁਹਾਨੂੰ ਆਪਣੀ ਟੀਮ ਦੇ ਵਿੱਚ ਸ਼ਾਮਿਲ ਹੋਣ ਲਈ ਖੁੱਲਾ ਸੱਦਾ। Yes, you heard it right. They are hiring. For more information, log on to cosmorealty.ca. Call ਤੁਸੀਂ ਕਰੋ broker of record Robbie Pruthi ਨੂੰ 2892961216 ਤੇ 299 296 1216। At Cosmopolitan Realty, we deliver the best. ਲੰਮਿਆਂ ਰੂਟਾਂ ਤੇ ਟਰੱਕਿੰਗ ਦੇ ਕਾਰੋਬਾਰ 'ਚ ਰੈਗੂਲਰ ਆਇਲ ਚੇਂਜ ਦੀ ਟੈਨਸ਼ਨ ਤਾਂ ਹਮੇਸ਼ਾ ਰਹਿੰਦੀ ਹੈ, ਪਰ ਕੁਇਕ ਟਰੱਕ ਲਿਊਬ ਪ੍ਰੋਵਾਈਡ ਕਰਦੇ ਨੇ ਫਾਸਟ ਤੇ ਰਿਲਾਇਬਲ ਸਰਵਿਸ। ਸਟੇਟ ਆਫ ਦਾ ਆਰਟ ਇਨਫਰਾਸਟ੍ਰਕਚਰ ਦੇ ਨਾਲ ਅਸੀਂ OEM ਰਿਕਮੈਂਡਡ ਪ੍ਰੋਡਕਟਸ ਹੀ ਯੂਜ਼ ਕਰਦੇ ਹਾਂ। ਕੰਪਲੀਟ ਆਇਲ ਚੇਂਜ ਸੋਲਿਊਸ਼ਨਸ, ਫਿਲਟਰਸ ਤੇ ਹਰ ਤਰ੍ਹਾਂ ਦੀ ਟਰਾਂਸਮਿਸ਼ਨ ਸਰਵਿਸ। ਸਾਡੇ ਵੱਲੋਂ ਕੀਤੇ ਜਾ ਰਹੇ ਕੁਆਲਿਟੀ ਵਰਕ ਨੂੰ ਤੁਸੀਂ ਕੋਲ ਖੜ ਕੇ ਦੇਖ ਸਕਦੇ ਹੋ, ਕਿਉਂਕਿ ਟਰੱਕਿੰਗ ਕਾਰੋਬਾਰ 'ਚ ਟਾਈਮ ਹੀ ਪੈਸਾ ਹੈ ਤੇ ਅਸੀਂ ਇਹ ਗੱਲ ਸਮਝਦੇ ਹਾਂ। Quick Truck Lube. This part of the program is sponsored by Pankaj Monga for all your financial needs. मेरा कॉन्टैक्ट नंबर है 4169074420 and मेरी वेबसाइट है pankajmonga.com. This part of the program is sponsored by Harry Dhaliwal, mortgage specialist, Scotia Bank, specializing in self-employed declaring low income. Mortgage ਲੈਣ ਵਿੱਚ ਕੋਈ ਮੁਸ਼ਕਿਲ ਹੈ ਤਾਂ ਅੱਜ ਹੀ ਸੰਪਰਕ ਕਰੋ। Specializing in mortgages from the last 10 years. Same day approval ਦੇ ਲਈ 4166176969 4166176969। इनके खाने में है कुछ खास। अगर आप भी खाना चाहते हैं लजीज खाना तो आज ही जाएं इंडियाज टेस्ट। 3 लोकेशन टू सर्व यू, मार्कहम, ब्रैम्पटन एंड मिसिसागा। आज ही जाएं मिसिसागा, 3075 अर्जेंटिया रोड, मिसिसागा। Special large buffet, 300 seating, 60 people private room for small gatherings or party. Don't miss the flavor of food. आज ही जाएं India's Taste. Call करें for reservation at 905-785-5959, 905-785-5959। बसंत दी कुल्फी खाइए के स्वाद आ जावे, सारी फैमिली दे नाल खाइए के स्वाद आ जावे। शुद्ध खोए दी कुल्फी खाइए के स्वाद आ जावे, बसंत दी कुल्फी खाइए के स्वाद आ जावे। प्योर कैनेडियन मिल्क 100% शुद्ध खोए दे स्वाद नाल भरपूर बसंत कुल्फी। हर छोटे वड्डे मौके नू स्वादला बनाओ बसंत कुल्फी नाल। फ्री होम डिलीवरी अक्रॉस GTA। कॉल करो 416 900 6167 416 900 6167। ਜਿਵੇਂ ਜਿਵੇਂ ਕਾਰੋਬਾਰ ਦੁਬਾਰਾ ਖੁੱਲਦੇ ਜਾ ਰਹੇ ਹਨ, ਸਰੀਰਕ ਦੂਰੀ ਦਾ ਅਭਿਆਸ ਜਾਰੀ ਰੱਖੋ ਅਤੇ ਆਪਣੇ ਹੱਥ ਅਕਸਰ ਧੋਵੋ। ਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ ਮਦਦ ਕਰੋ। ontario.ca/coronavirus ਦੇਖੋ। ਇਸ ਦੀ ਅਦਾਇਗੀ ontario ਸਰਕਾਰ ਵੱਲੋਂ ਕੀਤੀ ਗਈ ਹੈ। ਰੀਅਲ ਏਸਟੇਟ ਬਿਜ਼ਨਸ ਵਿੱਚ ਗਰੋ ਕਰਨਾ ਚਾਹੁੰਦੇ ਹੋ? ਫਿਰ ਸ਼ਾਮਿਲ ਹੋਵੋ ਰੀਮੈਕਸ ਗੋਲਡ ਰਿਅਲਟੀ ਦੇ ਨਾਲ। ਰੀਮੈਕਸ ਗੋਲਡ ਆਫਰ ਕਰਦੇ ਨੇ ਮੋਰ ਲੀਡਸ ਐਂਡ ਰੈਫਰਲਸ ਦੈਨ ਐਨੀ ਅਦਰ ਬ੍ਰੋਕਰੇਜ। 2 ਲੋਕੇਸ਼ਨਸ ਦੀ ਕਾਮਯਾਬੀ ਤੋਂ ਬਾਅਦ ਰੀਮੈਕਸ ਗੋਲਡ ਹਾਜ਼ਰ ਹੋ ਰਿਹਾ ਲੈ ਕੇ ਆਪਣਾ ਤੀਜਾ ਸਟੇਟ ਆਫ ਦੀ ਆਰਟ ਹੈਡ ਆਫਿਸ ਇਨ ਬ੍ਰੈਂਪਟਨ, ਜੋ 20,000 ਸਕੁਆਇਰ ਫੀਟ 'ਚ ਫੈਲਿਆ ਹੋਇਆ, ਵਿਦ ਅ ਟੀਮ ਆਫ ਓਵਰ 300 ਟੌਪ ਨੌਚ ਪ੍ਰੋਫੈਸ਼ਨਲ ਰੀਅਲਟਰਸ। ਜ਼ਿਆਦਾ ਜਾਣਨ ਲਈ, ਜ਼ਿਆਦਾ ਵਧਣ ਲਈ ਕਾਲ ਰੀਮੈਕਸ ਗੋਲਡ at 905-456-1010 905-456 Do you want to grow in real estate business? Then come and join Remax Gold Realty. We offer our agents more leads and referrals than any other brokerage. After the great success of our 2 locations, Remax Gold is bringing their 3rd state-of-the-art head office in Brampton, spanned in over 20,000 square feet with a team of over 300 top-notch professional realtors. Call today to know more and grow more at 905-456-1010.
टीम कमल चौहान आपके लिए लेकर आए हैं 2 प्रोजेक्ट्स इंडस्ट्रियल एंड फ्लेक्स यूनिट्स के मिसिसागा में। पहला प्रोजेक्ट लोकेटेड है बहुत ही डिजायरेबल मेडोवेल बिजनेस पार्क लोकेशन में और दूसरा मैथिसन बिजनेस पार्क में। साइजेस रेंज करते हैं 1800 स्क्वायर फीट से लेकर 17,000 स्क्वायर फीट तक। ये सूटेबल है इंडस्ट्रियल, मैन्युफैक्चरिंग, प्राइवेट स्कूल या फिर फ्लेक्स ऑफिस इस्तेमाल के लिए। एक्सीलेंट फीचर है विद डॉक लेवल डोर्स, 53 फीट ट्रेलर कंपैटिबिलिटी और गुड पार्किंग रेशियो है। ज्यादा जानकारी के लिए आज ही कॉल करें कमल चौहान को। नंबर है 416-871-6491, 416-871-6491 या फिर रजिस्टर करें @teamkamal.ca। Ranveer, ਤੁਹਾਨੂੰ Kelly Law Office ਬਾਰੇ ਪਤਾ ਹੈ? My application for spousal sponsorship was processed by Kelly Law Office. My husband's here and to my surprise, ਬਹੁਤੀ ਦੇਰ ਵੀ ਨਹੀਂ ਲੱਗੀ। Yeah, I know about Kelly Law Office. ਸਾਡੀ ਤਾਂ ਸਾਰੀ ਫੈਮਿਲੀ ਇਹਨਾਂ ਦੀ ਫੈਨ ਹੈ। ਸਾਡੇ ਨਵੇਂ ਘਰ ਦੀ ਕਲੋਜ਼ਿੰਗ, ਮੇਰੇ ਮਮ ਦੇ ਪੇਰੈਂਟਸ ਦਾ ਵਿਜ਼ਿਟਰ ਵੀਜ਼ਾ, ਮੇਰੇ ਕਜ਼ਨਸ ਦੇ ਵਰਕ ਪਰਮਿਟ ਤੇ PR ਦੀ ਐਪਲੀਕੇਸ਼ਨ ਵੀ ਅਸੀਂ ਇਹਨਾਂ ਤੋਂ ਹੀ ਪ੍ਰੋਸੈਸ ਕਰਵਾਈ ਸੀ। ਅਸੀਂ ਤਾਂ ਪਿਛਲੇ 15 ਸਾਲਾਂ ਤੋਂ ਇਹਨਾਂ ਦੀਆਂ ਸਰਵਿਸਿਜ਼ ਲੈ ਰਹੇ ਹਾਂ। Wow, 15 years, 15 ਸਾਲ? ਜੀ ਹਾਂ, Kelly Law Office for all your immigration needs such as express entry, PNP program, spousal sponsorship, work permit, super visa, visitor visas, visa extensions and PR application. Along with that, for all your residential, business, commercial closings and services like wills and power of attorney, please contact 905-362-0755, 905-362-0755 or visit 1200 Derry Road East, Unit 15, Mississauga. Property they gal karo khol ke dil with Seema Gill, Seema Gill, Seema Gill, Seema Gill. 647-222-3419 ya jaake lavo mil. Gill, Seema Gill, Seema Gill, Seema Gill. Property the wanted, she's your advisor, she is your pal. Pressure nahi koi deal karo at your will. Seema Gill, Seema Gill, Seema Gill, Seema Gill. Gill, Seema Gill, Seema Gill, Seema. For all your real estate needs, call Seema Gill at 647-222-3419. Seema Gill. T-Smart लाया धमाका डील। अब जो चाहो ऑनलाइन मंगवाओ। रोज की ग्रोसरीज, फौरी डिलीवरी, बड़ी आसानी। तो फिर हो जाए Tsmart.ca. Got bed bugs, cockroaches, ants and other bugs in the house? Mice in the walls? Raccoons in the roof? Get rid of your uninvited guests. Contact City Pest Control today at citypest.ca. City Pest Control exterminates pest problems anywhere in the GTA 24/7. Go to citypest.ca and protect your home and business now. Call 416-410-2786. That's 416-410-2786. Ask for the Home Protection Plan. You confused with so many options for your insurance needs? Insurance Tiger deals with top insurers for all of your home, auto, and business insurance needs. Worried about life insurance? Insurance Tiger finds solutions from less than $1 a day. Parents or relatives visiting Canada? Don't worry, we find the best deal for you on Super Visa and medical insurance. Buy online at www.insurancetiger.ca or call 416-293-9495. ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ L ਸ਼ੇਪ, ਰਾਉਂਡ ਸੋਫੇ, ਪਾਈ ਸ਼ੇਪ, U ਸ਼ੇਪ ਜਾਂ ਕੱਲੇ ਸੋਫੇ ਅਸੀਂ ਹਾਈਐਸਟ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਕੇ ਬਣਾਉਂਦੇ ਹਾਂ। ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਹਾਂ ਕਿ ਹੋ ਸਕਦਾ ਅਸੀਂ ਮਾਰਕੀਟ ਤੋਂ $50-100 ਮਹਿੰਗੇ ਹੋਈਏ, ਸੇਲਾਂ ਦਾ ਲਾਲਚ ਨਹੀਂ ਦਿੰਦੇ, ਪਰ ਕੁਆਲਿਟੀ ਦੇ ਵਿੱਚ ਰੱਤਾ ਭਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਟੌਰਬਰਮ ਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ 8550 ਟੌਰਬਰਮ ਰੋਡ, ਯੂਨਿਟ ਨੰਬਰ 1, 905-799-8877, sofastudio.ca. Thank you ji. Hi, I'm Avnish Agrawal, Chartered Accountant. I offer expert advice in personal and corporate taxes. In my 30 years of experience, I have helped large number of families and businesses with my professional guidance and knowledge. I'll make sure you keep more of your hard-earned dollars by minimizing your taxes in a legal manner. He solved all my tax issues. No worries. Thanks, Avnish. घर खरीदना या हो बेचना, कोई तजर्बाकार और ईमानदार रियल्टर हो देखना, तो रियल एस्टेट की फील्ड में आपका दोस्त, आपका रफीक Tabish Tawfiq, Tabish
If you're searching for an honest and experienced realtor, please call Tabish Tawfiq of Remax Champions Realty Inc. 647-518-3000 or visit tabishhomes.com. आपका रफीक ताबिश तौफीक 647-518-3000. This part of the program is brought to you by Kamal Bhatia. For all your mortgage needs, call Kamal Bhatia at 416-564-6267. Mortgage with peace of mind. पंजाबी बाय नेचर लेकर आए हैं परफेक्ट पंजाब के फ्लेवर। ਸਾਰਿਆਂ ਦਾ ਇੱਕ ਵਾਰ ਫਿਰ ਚੈਨਲ ਵਾਈ ਗਰੁੱਪ ਤੇ ਬਹੁਤ-ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੂਜ਼ਰ ਜਸਪਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਕਰਕੇ। ਪਹਿਲਾਂ ਅਸੀਂ ਪੈਨਲ ਮੈਂਬਰ ਦਾ ਸਵਾਗਤ ਕਰਨਾ ਚਾਹੋਗੇ। ਸਭ ਤੋਂ ਪਹਿਲਾਂ ਜਨਰਲ ਰੁਪਿੰਦਰ ਹੇਰ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਯਦਵੀਰ ਜੀ। ਨਾਲ ਹੀ ਸਵਾਗਤ ਕਰਾਂਗੇ ਅਸੀਂ ਅਮਨਜੀਤ ਵਿਰਕ ਸਾਹਿਬ ਦਾ। ਵਿਰਕ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਯਦਵੀਰ ਜੀ, ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਇੱਜ਼ਤ ਮਾਣ ਕਰਦੇ ਹੋ, ਥੈਂਕ ਯੂ ਤੁਹਾਡਾ। ਯੂ ਆਰ ਵੈਰੀ ਵੈਲਕਮ ਸਰ, ਵੈਰੀ ਵੈਲਕਮ। ਔਰ ਨਾਲ ਹੀ ਮੈਂ ਸਵਾਗਤ ਕਰਨਾ ਚਾਹੁੰਦਾ ਹੈਗਾ ਟੇਜੀ ਉਬਰਾਏ ਸਾਹਿਬ ਦਾ। ਉਬਰਾਏ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਤੇ ਬਹੁਤ-ਬਹੁਤ ਸਵਾਗਤ ਹੈ ਸਰ। ਥੈਂਕ ਯੂ ਯਦਵੀਰ ਜੀ, ਥੈਂਕਸ ਫॉर ਹੈਵਿੰਗ। ਯੂ ਆਰ ਵੈਰੀ ਵੈਲਕਮ। ਅਸੀਂ ਗੱਲਬਾਤ ਹੁਣ ਕਰਨ ਜਾ ਰਹੇ ਹੈਗੇ ਆ ਕਮਲਾ ਹੈਰਿਸ। ਹਾਲ ਹੀ ਦੇ ਵਿੱਚ ਇਹਨਾਂ ਦੀ ਜਿਹੜੀ ਅਨਾਉਂਸਮੈਂਟ ਹੈ ਉਹ ਹੋਈ ਹੈਗੀ ਆ। ਸ਼ੀ ਇਜ਼ ਆਲਰੇਡੀ ਕ੍ਰੀਏਟਡ ਹਿਸਟਰੀ ਆਫ ਆਲ ਸੌਰਟ, ਕਿਉਂਕਿ ਉਹਨਾਂ ਨੇ ਹਿਸਟਰੀ ਇਸ ਕਾਰਨ ਕੀਤੀ ਹੈ ਕਿ ਕਮਲਾ ਹੈਰਿਸ ਜਿਹੜੇ ਨੇ ਪਹਿਲੇ ਅਫਰੀਕਨ ਓਰੀਜਨ ਦੇ ਔਰ ਪਹਿਲੇ ਸਾਊਥ ਏਸ਼ੀਅਨ ਓਰੀਜਨ ਦੇ ਜਾਂ ਇਸ ਤਰ੍ਹਾਂ ਕਹਿ ਲਓ ਕਿ ਇੰਡੀਅਨ ਓਰੀਜਨ ਦੇ ਮਹਿਲਾ ਬਣੇ ਨੇ, ਬਲੈਕ ਵੂਮਨ ਬਣੇ ਨੇ ਜਾਂ ਸਾਊਥ ਏਸ਼ੀਅਨ ਓਰੀਜਨ ਦੇ ਵੂਮਨ ਬਣੇ ਨੇ, ਜਿਨ੍ਹਾਂ ਨੇ ਕਿ ਵਾਈਸ ਪ੍ਰੈਜ਼ੀਡੈਂਸ਼ੀਅਲ ਟਿਕਟ ਦੇ ਉੱਤੇ ਕਿਸੇ ਵੀ ਮੇਜਰ ਪਾਰਟੀ ਦੇ ਨਾਮ ਹੈ। ਇੱਥੇ ਅਸੀਂ ਹੁਣ ਜ਼ਿਕਰ ਕਰਨਾ ਚਾਹਾਂਗੇ ਕਿ ਹੈਰਿਸ ਨੇ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਜਮੈਕਨ ਨੇ, ਇਹਨਾਂ ਦੇ ਜਿਹੜੇ ਮਦਰ ਨੇ ਉਹ ਇੰਡੀਅਨ ਹੈਗੇ ਨੇ, ਇੰਡੀਆ ਉਹਨਾਂ ਦਾ ਜਨਮ ਹੋਇਆ। ਇਸੇ ਕਾਰਨ ਇਹਨਾਂ ਦਾ ਪੂਰਾ ਨਾਮ ਵੀ ਜੇ ਤੁਸੀਂ ਧਿਆਨ ਦੇ ਨਾਲ ਪੜ੍ਹਿਆ ਹੋਵੇ ਤਾਂ ਪੂਰਾ ਨਾਮ ਇਹਨਾਂ ਦਾ ਕਮਲਾ ਦੇਵੀ ਹੈਰਿਸ ਹੈ। ਸੋ ਕੁਝ ਲੋਕ ਇਹਨਾਂ ਨੂੰ ਕਮਲਾ ਦੇਵੀ ਕਹਿ ਰਹੇ ਨੇ, ਵੈਸੇ ਤੇ ਕਮਲਾ ਹੈਰਿਸ ਹੈ ਉਹਨਾਂ ਦਾ ਨਾਮ, ਕਿਉਂਕਿ ਉਹਨਾਂ ਦੇ ਫਾਦਰ ਦਾ ਲਾਸਟ ਨੇਮ ਹੈਰਿਸ ਹੈ। ਮਦਰ ਤੋਂ ਉਹਨਾਂ ਨੂੰ ਕਮਲਾ ਦੇਵੀ ਜਿਹੜਾ ਉਹ ਨਾਮ ਮਿਲਿਆ। ਉਹਨਾਂ ਦਾ ਜਿਹੜਾ ਜਨਮ ਹੈਗਾ ਕਮਲਾ ਦੇਵੀ ਉਹਨਾਂ ਦਾ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਹੋਇਆ। ਹਾਲਾਂਕਿ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ ਕੌਨਸਪੀਰੇਸੀ ਥਿਊਰੀ ਚੱਲਦੀ ਹੈ ਕਿ ਉਹ ਕੁਆਲੀਫਾਈ ਵੀ ਕਰਦੇ ਕਿ ਨਹੀਂ ਕਰਦੇ, ਉਹ ਕੌਨਸਪੀਰੇਸੀ ਥਿਊਰੀ ਨੂੰ ਥੋੜੀ ਜਿਹੀ ਹਵਾ ਦੇ ਦਿੱਤੀ ਹੈ। ਬਟ ਐਨੀਵੇ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹੈਗੇ ਨੇ, ਇਸ ਤੋਂ ਇਲਾਵਾ ਪੇਸ਼ੇ ਤੋਂ ਲਾਇਰ ਵੀ ਹੈਗੇ ਨੇ। ਔਰ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ 2020 ਦੀ ਜਿਹੜੀ ਡੈਮੋਕ੍ਰੈਟਿਕ ਪ੍ਰੈਜ਼ੀਡੈਂਸ਼ੀਅਲ ਨੋਮੀਨੇਸ਼ਨ ਰੇਸ ਸੀਗੀ ਉਹਦੇ ਵਿੱਚ ਉਹਨਾਂ ਨੇ ਲੜਾਈ ਲੜੀ। ਬਾਅਦ ਦੇ ਵਿੱਚ 3 ਦਸੰਬਰ 2019 ਨੂੰ ਉਹਨਾਂ ਨੇ ਆਪਣੀ ਨੈਸ਼ਨਲ ਕੈਂਪੇਨ ਜਿਹੜੀ ਬੰਦ ਕਰ ਦਿੱਤੀ ਔਰ ਫਿਰ ਜੋ ਬਾਈਡਨ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਆਪਣੀ ਸਪੋਰਟ ਜਾਰੀ ਕਰ ਦਿੱਤੀ ਔਰ ਫਾਈਨਲੀ ਉਹਨਾਂ ਨੂੰ ਹੁਣ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਟਿਕਟ ਹੈ ਉਹਦੇ ਉੱਤੇ ਅਨਾਉਂਸ ਕੀਤਾ ਗਿਆ। ਸ਼ੀ ਇਜ਼ ਨਾਓ ਦ ਰਨਿੰਗ ਮੇਟ ਫॉर ਜੋ ਬਾਈਡਨ। 11 ਅਗਸਤ ਨੂੰ ਅਨਾਉਂਸਮੈਂਟ ਹੋਈ ਹੈ ਔਰ ਲਗਭਗ 90 ਦਿਨ ਤੋਂ ਵੀ ਘੱਟ ਦਾ ਸਮੇਂ ਰਹਿ ਗਿਆ ਜਦੋਂ ਕਿ ਅਮਰੀਕਾ ਵਿੱਚ ਇਲੈਕਸ਼ਨ ਹੋਣੀਆਂ ਨੇ। तो की ਇਹਦਾ ਅਸਰ ਹੋਏਗਾ? ਪਹਿਲੇ 24 ਘੰਟਿਆਂ ਦੇ ਵਿੱਚ ਤਕਰੀਬਨ $26 ਬਿਲੀਅਨ, ਹਰ ਘੰਟੇ ਦੇ ਵਿੱਚ $1 ਬਿਲੀਅਨ ਤੋਂ ਜ਼ਿਆਦਾ ਡੈਮੋਕ੍ਰੈਟਸ ਦੀ ਫੰਡਿੰਗ ਜਿਹੜੀ ਆ ਉਹ ਹੋ ਰਹੀ ਸੀ। ਕਮਲਾ ਦੇਵੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਨਾਨਾ ਜੀ ਤੋਂ ਆਪਣੇ ਇੰਡੀਆ ਦੇ ਵਿਜ਼ਿਟਸ ਉਹਨਾਂ ਨੇ ਕੀਤੇ, ਇੰਡੀਆ ਵੀ ਗਏ ਨੇ। ਲੇਕਿਨ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਜਿਹੜੇ ਨੇ ਹਾਲ ਹੀ ਦੇ ਵਿੱਚ ਜਦੋਂ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਅਮਰੀਕਾ ਆਏ ਸੀਗੇ ਤੇ ਉਸ ਵੇਲੇ ਕਮਲਾ ਹੈਰਿਸ ਨੇ ਇੰਡੀਅਨ ਡੈਲੀਗੇਸ਼ਨ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀਗਾ। ਇਨਕਾਰ ਦਾ ਕਾਰਨ ਕੀ ਸੀਗਾ? ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਹ ਇਸ ਲਈ ਇਨਕਾਰ ਕਰ ਰਹੇ ਨੇ ਕਿਉਂਕਿ ਉਹ ਜਿਹੜਾ ਡੈਲੀਗੇਸ਼ਨ ਸੀਗਾ ਉਹਦੇ ਵਿੱਚ ਰਿਪਬਲਿਕਨ ਪ੍ਰਮਿਲਾ ਜੈਪਾਲ ਸੀਗੇ, ਜਿਨ੍ਹਾਂ ਨੇ ਕਿ ਇੰਡੀਆ ਦੀ ਕਸ਼ਮੀਰ ਪਾਲਿਸੀ ਉਹਨੂੰ ਕ੍ਰਿਟਿਸਾਈਜ਼ ਵੀ ਕੀਤਾ ਸੀਗਾ। ਸੋ ਇੱਥੇ ਅਸੀਂ ਦੱਸ ਦਈਏ ਕਿ ਜਿਹੜੇ ਮਿਸਟਰ ਐਸ ਜੈਸ਼ੰਕਰ ਸੀਗੇ ਉਹਨਾਂ ਨੇ ਮੰਗ ਕੀਤੀ ਸੀਗੀ, ਉਹਨਾਂ ਦੀ ਮੰਗ ਸੀਗੀ ਕਿ ਪ੍ਰਮਿਲਾ ਜੈਪਾਲ ਜਿਹੜੇ ਨੇ ਉਹ ਇਹਦੇ ਵਿੱਚ ਨਾ ਸ਼ਾਮਿਲ ਹੋਣ ਔਰ ਐਸ ਜੈਸ਼ੰਕਰ ਨੇ ਇਸ ਕਾਰਨ ਜਿਹੜੀ ਡੈਲੀਗੇਸ਼ਨ ਸੀਗੀ ਹਾਊਸ ਆਫ ਫੋਰਨ ਅਫੇਅਰਸ ਦੀ ਕਮੇਟੀ ਸੀਗੀ ਉਹਨੂੰ ਮਿਲਣ ਤੋਂ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਵੱਲੋਂ ਮਨਾ ਕਰ ਦਿੱਤਾ ਗਿਆ। ਹੁਣ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਕਹਿ ਰਹੇ ਸੀਗੇ ਜਿਹੜੇ ਰਿਪਬਲਿਕਨ ਪ੍ਰਮਿਲਾ ਜੈਪਾਲ ਜਿਨ੍ਹਾਂ ਨੇ ਕਿ ਇੰਡੀਆ ਦੀ ਕਸ਼ਮੀਰ ਪਾਲਿਸੀ ਨੂੰ ਕ੍ਰਿਟਿਸਾਈਜ਼ ਕੀਤਾ ਹੈ ਉਹ ਫੋਰਨ ਅਫੇਅਰਸ ਕਮੇਟੀ ਦੇ ਵਿੱਚ ਹੋਣਗੇ ਤੇ ਐਸ ਜੈਸ਼ੰਕਰ ਸਾਹਿਬ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਕਹਿੰਦੇ ਕਿ ਉਹ ਇਸ ਕਮੇਟੀ ਨੂੰ ਅਟੈਂਡ ਨਹੀਂ ਕਰਨ। ਔਰ ਇਸ ਤੋਂ ਬਾਅਦ ਜਿਹੜੀ ਕਮਲਾ ਹੈਰਿਸ ਨੇ ਉਹਨਾਂ ਨੇ ਐਸ ਜੈਸ਼ੰਕਰ ਦੀ ਇਸ ਪਾਲਿਸੀ ਨੂੰ ਕ੍ਰਿਟਿਸਾਈਜ਼ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਟਸ ਰੌਂਗ ਫॉर ਐਨੀ ਫੋਰਨ ਗਵਰਨਮੈਂਟ ਟੂ ਟੈਲ ਕਾਂਗਰਸ what members are allowed in meetings on capital tax।
ਸੋ ਪਹਿਲਾਂ ਹੀ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਹੋ ਚੁੱਕੀ ਹੈਗੀ ਹੈ। ਇੱਥੇ ਅਸੀਂ ਇਹ ਵੀ ਦੱਸ ਦਈਏ ਕਿ ਕਮਲਾ ਹੈਰਿਸ ਦੇ ਜਿਹੜੇ ਅੰਕਲ ਨੇ ਉਹਨਾਂ ਨੇ ਹਾਲ ਹੀ ਦੇ ਵਿੱਚ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਹੈ ਕਿ ਉਹ ਇੰਡੀਆ ਨੂੰ ਪਸੰਦ ਕਰਦੇ ਨੇ, ਲੇਕਿਨ ਇਹ ਮਤਲਬ ਨਹੀਂ ਹੈ ਕਿ ਇੰਡੀਆ ਨੂੰ ਕੋਈ ਫ੍ਰੀ ਪਾਸ ਜਿਹੜਾ ਹੈ ਉਹ ਦੇ ਦਿੱਤਾ ਜਾਏਗਾ। डोनाल्ड ट्रंप और नरेंद्र मोदी होना ਦੇ ਵਿੱਚ ਕਾਫੀ ਬਣਦੀ ਵੀ ਨਜ਼ਰ ਆ ਰਹੀ ਹੈ, ਲੇਕਿਨ ਬਹੁਤ ਸਾਰੇ ਲੋਕ, ਬਹੁਤ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਲੋਕ ਜਿਹੜੇ ਨੇ, ਖਾਸ ਕਰ ਲੋਕ ਅਮਰੀਕਨ ਵੀ ਹੈਗੇ ਨੇ, ਉਹ ਵੀ ਇੱਥੇ ਅਸੀਂ ਜ਼ਰੂਰ ਦੱਸ ਦਈਏ ਕਿ ਕਾਫੀ ਕਰੀਬੀ ਜੋ ਬਾਈਡਨ ਕੈਂਪ ਦੇ ਔਰ ਕਾਫੀ ਜਿਹੜੇ ਨੇ ਉਹ ਟਰੰਪ ਕੈਂਪ ਦੇ ਵੀ ਕਰੀਬੀ ਮੰਨੇ ਜਾਂਦੇ। ਸੋ ਦੋਨੋਂ ਪਾਸੇ ਇੰਡੀਆ ਅਮਰੀਕਨ ਜਿਹੜੇ ਨੇ ਉਹ ਦੋਨੋਂ ਪਾਸੇ ਮੈਂ ਕਹਿ ਸਕਦਾ ਕਿ ਕਾਫੀ ਫੋਲੋਇੰਗ ਹੈਗੀ ਆ। ਔਰ ਹਾਲ ਹੀ ਦੇ ਵਿੱਚ ਜੇ ਤੁਸੀਂ ਰਿਪੋਰਟ ਧਿਆਨ ਦੇ ਨਾਲ ਦੇਖੋ ਤੇ ਹਾਲ ਹੀ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਇੰਡੀਅਨ ਅਮਰੀਕਨ ਦਾ ਇਨਫਲੂਐਂਸ ਜਿਹੜਾ ਹੈ ਉਹ ਅਮਰੀਕਨ ਪੋਲਿਟਿਕਸ ਦੇ ਵਿੱਚ ਵੱਧ ਵੀ ਰਿਹਾ ਹੈਗਾ। ਮੈਂ ਰੁਪਿੰਦਰ ਸਾਹਿਬ ਤੁਹਾਡੇ ਕਮੈਂਟ ਲਵਾਂਗਾ ਇਹ ਸਾਰੇ ਓਵਰਆਲ ਸਿਨੈਰੀਓ ਤੇ। ਜੀ ਯੁਧਵੀਰ ਜੀ, ਜਿੱਥੋਂ ਤੱਕ ਕਮਲਾ ਹੈਰਿਸ ਦਾ ਸਵਾਲ ਆ, ਇਲੈਕਸ਼ਨ ਦੇ ਵਿੱਚ ਵੋਟਾਂ ਦੇ ਵੋਟ ਬੈਂਕ ਉੱਤੇ ਬਹੁਤ ਮਾਈਨਰ ਉਹਦਾ ਜਿਹੜਾ ਆ ਅਸਰ ਹੋਏਗਾ। ਜਿਵੇਂ ਮੈਂ ਇਸ ਮੂਵ ਨੂੰ ਹਾਊ ਆਈ ਵਿਜ਼ੂਅਲਾਈਜ਼, ਇਹ ਮੂਵ ਐਕਚੁਅਲੀ ਹੈਗੀ ਆ to be a next democratic leader. Okay, so ਇੱਕ ਚੀਜ਼ ਬੜੀ ਕਲੀਅਰ ਹੈ, ਜੇ ਤੇ ਇਸ ਇਲੈਕਸ਼ਨ ਵਿੱਚ ਉਹ ਜਿੱਤਦੇ ਨੇ ਡੈਮੋਕ੍ਰੈਟਿਕਸ ਐਂਡ ਸ਼ੀਲ ਬੀ ਅ ਵਾਈਸ ਪ੍ਰੈਜ਼ੀਡੈਂਟ, ਜਿਵੇਂ ਜੋ ਬਾਈਡਨ ਸੀਗੇ ਫॉर ओबामा, ਤੇ 4 ਸਾਲ ਬਾਅਦ if the age is 77 and if the president doesn't decide ਕਿ ਵੀ ਉਹਨਾਂ ਨੇ ਅੱਗੇ ਕੰਟੀਨਿਊ ਕਰਨਾ, so then after 4 years you will see ਕਿ ਵੀ she'll create another history of being Indian American or African American as a lady, especially to be heading a Democrats, or at max after 8 years if he goes for an extension. So this is a bigger move, and दूसरा impact, she has been fourth runner रहे for the presidential candidate also ਜਦੋਂ ਰੇਸ ਸੀਗੇ, ਔਰ ਉਹਨਾਂ ਦੇ ਨਾਲ for sure ਜਿਹੜੀ ਆ, ਕਿਉਂਕਿ ਸ਼ੀ ਰਿਪਰੈਜ਼ੈਂਟਸ ਡੈਮੋਕ੍ਰੈਟਿਕਸ ਐਂਡ ਵੀ ਆਲ ਨੋ ਕਿ ਜਿਹੜੇ ਡੈਮੋਕ੍ਰੈਟਸ ਹੈਗੇ ਆ the blacks and lot of Indo-Americans ਜਿਹੜੇ ਆ, they support them also. So she is going to be a good move. ਦੂਸਰਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ basically he is a person ਜਿਹੜਾ he is like a headmaster. He is going to do that all this ਜਿਹੜੀ ਵੀ ਲੜਾਈ ਆਪੋਜੀਸ਼ਨ ਲੜਨੀ ਆ, ਉਹਨਾਂ ਨੇ ਵਰਬਲ ਲੜਾਈ ਜਿਹੜੀ ਉਹ ਲੜਨੀ ਹੈ। ਸੋ ਸ਼ੀ ਇਜ਼ ਵੈਰੀ ਗੁੱਡ ਸ਼ੀ ਇਜ਼ ਵੈਰੀ ਸਟਰੋਂਗ, ਸ਼ੀ ਇਜ਼ ਨੋਨ ਐਜ਼ ਅ ਕਿ ਵੀ ਸ਼ੀ ਇਜ਼ ਅ ਕਾਪ, ਸੋ ਲਾਅ ਐਨਫੋਰਸਮੈਂਟ ਦੇ ਨਾਲ ਸ਼ੀ ਸਟਰੋਂਗ ਵੂਮਨ ਔਨ ਦੀਜ਼ ਅਕਾਊਂਟਸ। ਪਲੱਸ ਸਭ ਤੋਂ ਵੱਡੀ ਚੀਜ਼ ਜਿਹੜੀ ਐਡਵਾਂਟੇਜ ਹੈਗਾ, ਸ਼ੀ ਇਜ਼ ਵੈਰੀ ਕਲੀਨ। ਜਿਵੇਂ ਉਹ ਸ਼ੀ ਵਾਜ਼ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜਾਂ ਹੁਣ ਉਹ ਬਣੇ ਆ, ਹੁਣ ਤੱਕ ਜੇ ਉਹਨਾਂ ਦੇ ਕੋਈ ਇਫ ਦੇ ਵਰ ਐਨੀ ਸਕੈਲਟਨਸ ਇਨ ਆਰ ਕੈਬਨਿਟ ਹੁਣ ਤੱਕ ਬਾਹਰ ਆ ਜਾਣੇ ਸੀ। ਸੋ ਸ਼ੀ ਇਜ਼ ਵੈਰੀ ਕਲੀਨ, ਉਹ ਵੀ ਕੁਛ ਨਹੀਂ ਆਇਆ। ਸੋ ਐਡਵਾਂਟੇਜ ਵੋਟ ਬੈਂਕ ਦੇ ਉੱਤੇ ਮੇਜਰ ਨਹੀਂ ਹੋਏਗਾ, ਫॉर श्योर ਜਿਹੜੇ ਫੰਡ ਰੇਜ਼ਿੰਗ ਹੈ ਇਹਨਾਂ ਚੀਜ਼ਾਂ ਉੱਤੇ ਹੋਏਗਾ। ਪਲੱਸ ਇਹ ਜਿਹੜੀ ਉਹਨਾਂ ਦੀ ਹੈਗੀ ਹੈ ਪੁਰਾਣੀ ਕੁਝ ਚੀਜ਼ਾਂ ਜਿਹੜੀਆਂ ਨੈਗੇਟਿਵ ਹੈਗੀਆਂ, ਬਿਕੋਜ਼ ਕਈ ਥਾਵਾਂ ਤੇ ਉਹ ਬੀਇੰਗ ਲਾਅ ਐਨਫੋਰਸਮੈਂਟ, ਉਹਨਾਂ ਨੇ ਸ਼ੀ ਹੈਜ਼ ਫੇਵਰਡ ਲਾਅ ਐਨਫੋਰਸਮੈਂਟ ਔਨ ਸਰਟਨ ਅਕਾਊਂਟਸ। ਬਟ ਓਵਰਆਲ I feel Democrats ਦੀ ਜਿਹੜੀ ਇਹ ਮੂਵ ਹੈਗੀ ਹੈ, it is a move for future, not for immediate elections. ਠੀਕ ਹੈ ਜੀ, ਇਸ ਦੇ ਉੱਤੇ ਅਬਰਾਏ ਸਾਹਿਬ ਤੁਸੀਂ ਕੀ ਐਡ ਕਰਨਾ ਚਾਹੋ? I think Yudhvir ji, the problem ਹੈਗੀ ਹੈ ਕਿ during the presidential nominee ਜਦ ਚੱਲ ਰਿਹਾ ਸੀ ਤੇ she was very critical of Joe Biden at that point of time, and they have their history as well, and problem ਇਹ ਵੀ ਹੈਗੀ ਹੈ ਕਿ she seems to be much more stronger than Joe Biden, and ਜਿਹੜੀ ਲੋਕੀ ਗੱਲ ਕਰ ਰਹੇ ਸੀ ਕਿ ਬਈ she is an Indo-Caribbean ਤੇ Indian votes ਵੀ ਬਹੁਤ ਜ਼ਿਆਦਾ ਫੇਵਰ ਕਰਨਗੀਆਂ। I think ਮੈਂ ਕੁਝ stats ਆ ਰਹੇ ਸੀ and I was reading about them. Origin people may support her, but a lot of older Indian and South Asian population may not support her. That is something which is coming out of the criteria base which they did in US, and they found out that a lot of young people are supporting her, and they are happy that there's one probably after Sarah Palin, she's the second one who's been chosen as a vice president candidate. But I felt, my opinion is that she's much more stronger than Joe Biden. Is America ready for a woman president in the near future? Time will tell.
ਹਾਲੇ ਤੱਕ ਜਿੰਨੀ ਵਾਰੀ ਕੋਸ਼ਿਸ਼ ਕੀਤੀ ਹੈ, I think Hillary Clinton decided to do that and she could not, although she was much more favored to become the president than Donald Trump. But the problem with the US election is that जब तो coronavirus शुरू होया and the trade ਜਿਹੜੀ disputes ਚੱਲ ਰਹੇ ਹੈਗੇ ਚਾਈਨਾ ਦੇ ਨਾਲ, ਤੇ ਜਿਹੜਾ ਪੂਰਾ flavor ਹੈਗਾ US election ਦਾ that has changed. Although in spite of so many deaths in US, somehow Trump is still holding his position, and even if it's a race of 2% or 3%, as I said in last time also, Trump has his base, which may not be very vocal at times, because a lot of people want to vote him but they don't openly say that they want to vote Trump. In that, unless and until, this will be a very, very close election again, and in my opinion still Trump has an edge over Joe Biden, because I feel that and maybe the Republicans will make use of what happened in presidential nominee when Joe Biden and Kamala Harris were against each other, and they were very critical about each other. Time will tell, but it's a good nomination from the perspective of a nomination. Whether that will turn into a presidentship for Joe Biden, that time will tell, because it is a very, very close race. जी गुजर साहब ਤੁਸੀਂ ਕੀ ਕਰਨਾ ਚਾਹੋਗੇ? ਦੇਖੋ ਯੁੱਧਵੀਰ ਜੀ, ਇਹ ਜਿਹੜਾ ਡੋਨਲਡ ਟਰੰਪ ਦਾ ਰਿਪਬਲਿਕਨ ਦਾ ਤੇ ਡੈਮੋਕ੍ਰੇਟ ਦੀ ਜਿਹੜੀ ਫਾਈਟ ਹੈ ਨਾ, ਐਕਚੁਅਲੀ ਜਦੋਂ ਨੈਂਸੀ ਪੈਲੋਸੀ ਨੇ ਡੈਮੋਕ੍ਰੇਟਸ ਨੇ ਇੰਪੀਚਮੈਂਟ ਵਾਲਾ ਮਸਲਾ ਸ਼ੁਰੂ ਕੀਤਾ, ਉਦੋਂ ਬੜੀ ਭਖੀ ਹੈ, ਉਦੋਂ ਦੀ ਭਖੀ ਹੋਈ ਹੈ, ਔਰ ਉਹਦੇ ਵਿੱਚ ਬਹੁਤ ਦੂਰ ਦੂਰ ਤੱਕ ਗਏ ਨੇ ਆਪਸ ਵਿੱਚ। ਤੁਸੀਂ ਦੇਖਿਆ ਹੋਣਾ ਕਿ ਜਨਵਰੀ ਦੇ ਵਿੱਚ ਜਿਹੜਾ ਸਟੇਟ ਆਫ ਦਾ ਯੂਨੀਅਨ ਐਡਰੈਸ ਸੀਗਾ, ਉਹਦੇ ਵਿੱਚ ਜਦੋਂ ਡੋਨਲਡ ਟਰੰਪ ਸਾਹਿਬ ਬੋਲਣ ਵਾਸਤੇ ਖੜੇ ਹੋਏ ਤਾਂ ਉਹਨਾਂ ਕੋਲ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸਪੀਚ ਦੀਆਂ ਸਟੇਟਮੈਂਟਾਂ ਸੀਗੀਆਂ 2 ਕਾਪੀਆਂ ਸੀਗੀਆਂ, ਉਹਨਾਂ ਨੇ ਸੈਨੇਟ ਮੈਜੋਰਟੀ ਲੀਡਰ ਨੂੰ ਵੀ ਦਿੱਤੀ ਤੇ ਨੈਂਸੀ ਪੈਲੋਸੀ ਜੀ ਨੂੰ ਵੀ ਦਿੱਤੀ, ਕਾਂਗਰਸ ਮੈਜੋਰਟੀ ਲੀਡਰ ਨੂੰ। ਲੇਕਿਨ ਸੀਨੀਅਰ ਸੈਨੇਟ ਲੀਡਰ ਨਾਲ ਤੇ ਹੱਥ ਮਿਲਾ ਲਿਆ, ਨੈਂਸੀ ਪੈਲੋਸੀ ਜੀ ਨੇ ਹੱਥ ਅੱਗੇ ਕੀਤਾ, ਹੱਥ ਨਹੀਂ ਮਿਲਾਇਆ। ਕਿੱਡੀ ਵੱਡੀ ਇਨਸਲਟ ਕੀਤੀ। ਉਸ ਵੇਲੇ ਨੈਂਸੀ ਪੈਲੋਸੀ ਜੀ ਚੁੱਪ ਕਰਕੇ ਬੈਠੇ ਰਹੇ, ਔਰ ਮੈਂ ਉਹਨਾਂ ਦੀ ਵੀਕਨੈਸ ਕਹਿੰਦਾ, ਮੈਂ ਆਪਣੇ ਵਿਊ ਪੁਆਇੰਟ ਨਾਲ ਕਹਿੰਦਾ ਵੀ ਉਹਨਾਂ ਦੀ ਬੜੀ ਵੱਡੀ ਵੀਕਨੈਸ ਵਿਖਾਈ ਉਹਨਾਂ ਨੇ। ਅਗਰ ਉਹ ਉਸ ਵੇਲੇ ਦਲੇਰ ਹੁੰਦੇ ਤਾਂ ਉਹਨਾਂ ਨੂੰ ਉਸ ਵੇਲੇ ਸਟੇਟ ਆਫ ਦੀ ਯੂਨੀਅਨ ਐਡਰੈਸ ਤੋਂ ਬਾਹਰ ਆ ਜਾਣਾ ਚਾਹੀਦਾ ਸੀ, ਤੇ ਡੈਮੋਕ੍ਰੇਟ ਵੀ ਬਾਹਰ ਆ ਜਾਂਦੇ ਤੇ ਪਤਾ ਲੱਗ ਜਾਂਦਾ ਡੋਨਲਡ ਟਰੰਪ ਨੂੰ ਵੀ ਮੈਂ ਕੀ ਗਲਤੀ ਕੀਤੀ ਹੈ, ਵੂਮਨਸ ਦੀ ਇੰਨੀ ਤਗੜੀ ਇਨਸਲਟ ਕੀਤੀ ਹੈ। ਚੁੱਪ ਕਰਕੇ ਉੱਥੇ ਬੈਠੇ ਰਹੇ। ਫਿਰ ਐਂਡ ਤੇ ਆ ਕੇ ਜਦੋਂ ਉੱਠਣ ਲੱਗੇ ਤਾਂ ਉਹ ਜਿਹੜੀ ਉਹਨਾਂ ਦਾ ਐਡਰੈਸ ਸੀਗਾ ਉਹਦੀ ਕਾਪੀ ਨੂੰ ਪਾੜ ਦਿੱਤਾ, ਉੱਥੇ ਪਬਲਿਕ ਨੂੰ ਵਿਖਾਤਾ ਕਿ ਮੈਂ ਰਿਜੈਕਟਮੈਂਟ ਕੀਤੀ ਹੈ, ਵਿਚ ਇਜ਼ ਨਥਿੰਗ। ਓਕੇ, ਉਦੋਂ ਤੋਂ ਇਹ ਲੜਾਈ ਉਹ ਚੱਲੀ ਆ ਰਹੀ ਇੰਪੀਚਮੈਂਟ ਤੋਂ, ਫਿਰ ਉਹ ਯੂਨੀਅਨ ਆਫ ਸਟੇਟ ਯੂਨੀਅਨ ਐਡਰੈਸ ਤੋਂ, ਤੇ ਫਿਰ ਹੁਣ ਆ ਗਿਆ ਕੋਵਿਡ-19। ਇਹਦੇ ਵਿੱਚ ਵੀ ਇਹਨਾਂ ਦੋਨਾਂ ਨੇ ਇੱਕ ਦੂਜੇ ਨੂੰ ਥੱਲੇ ਲਾਉਣ ਵਾਸਤੇ, ਡੋਨਲਡ ਟਰੰਪ ਨੂੰ ਥੱਲੇ ਲਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਇਹਨਾਂ ਨੇ ਕੋਈ ਆਪਸ ਵਿੱਚ ਕੋਆਪਰੇਸ਼ਨ ਨਹੀਂ ਕੀਤਾ, ਪਬਲਿਕ ਦਾ ਕੋਈ ਕੁਛ ਨਹੀਂ ਕਿਸੇ ਨੇ ਵੇਖਿਆ ਹੈਗਾ। ਦੋਨਾਂ ਧਿਰਾਂ ਨੇ ਪਬਲਿਕ ਨੂੰ ਬਿਲਕੁਲ ਇਗਨੋਰ ਕੀਤਾ, ਤੇ ਪਬਲਿਕ ਸਫਰ ਵੀ ਕਰਦੀ ਪਈ ਅਮਰੀਕਾ ਦੀ। ਹੁਣ ਆ ਜਾਓ ਜੋ ਬਾਈਡਨ ਸਾਹਿਬ ਆ ਗਏ, ਇਹ 2 ਟਰਮਾਂ ਵਾਈਸ ਪ੍ਰੈਜ਼ੀਡੈਂਟ ਰਹੇ ਓਬਾਮਾ ਸਾਹਿਬ ਨਾਲ। ਇਹਨਾਂ ਦੀ ਸਪੀਚ ਮੈਂ ਸੁਣੀ, ਚੰਗੀ ਸਪੀਚ ਦਿੱਤੀ, ਸੋਹਣੀ, ਚੰਗਾ ਬੋਲਦੇ ਨੇ। ਤੇ ਜਿਹੜੀ ਕਮਲਾ ਹੈਰਿਸ ਜੀ ਦੀ ਸਪੀਚ ਸੀ ਉਹ ਬੜੀ ਸ਼ਾਰਟ ਸੀਗੀ, ਤੇ ਲੇਕਿਨ ਉਹਨਾਂ ਕੋਈ ਖਾਸ ਗੱਲ ਨਹੀਂ ਕੀਤੀ। ਲੇਕਿਨ ਉਹਦੇ 'ਚ ਉਹਨਾਂ ਨੇ 2 ਗੱਲਾਂ ਕੀਤੀਆਂ, ਬਲੈਕ ਲਾਈਵਜ਼ ਮੈਟਰ ਤੇ ਰਾਈਟ ਟੂ ਚੁਆਇਸ, ਜਿਹੜਾ ਕਿ ਮੇਰੇ ਹਿਸਾਬ ਨਾਲ ਵੀ ਬਲੈਕ ਲਾਈਵਜ਼ ਮੈਟਰ ਉਹ ਗੱਲ ਨਹੀਂ ਸੀ ਕਰਨੀ ਚਾਹੀਦੀ। ਜਦੋਂ ਤੁਸੀਂ ਆ ਹੀ ਗਏ ਹੋ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਤੇ, ਕੈਂਡੀਡੇਟ ਬਣ ਹੀ ਗਏ ਹੋ, ਤੇ ਤੁਹਾਨੂੰ ਇਹ ਲਫ਼ਜ਼ ਦੁਬਾਰਾ ਕਿਉਂ ਖੜਾ ਕੀਤਾ ਤੁਸੀਂ ਇੰਟਰਨੈਸ਼ਨਲ ਸਟੇਜ ਦੇ ਉੱਤੇ? ਤੋ ਬਲੈਕ ਲਾਈਵ ਤੇ ਮੈਟਰ ਨੇ ਤਾਂ ਆਲਰੇਡੀ ਤੁਹਾਡੇ ਨਾਲ ਪੋਲਰਾਈਜੇਸ਼ਨ ਕਰ ਹੀ ਦਿੱਤੀ ਇਸ ਵੋਟਾਂ ਦੀ, ਉਹ ਤੁਹਾਡੇ ਨਾਲ ਹੀ ਰਹਿਣੀਆਂ ਨੇ। ਫਿਰ ਰਾਈਟ ਟੂ ਚੁਆਇਸ ਨੂੰ ਤੁਹਾਨੂੰ ਕੀ ਲੋੜ ਸੀ ਖੜਾ ਕਰਨ ਦੀ, ਜਿਹੜਾ ਕਿ ਅਮਰੀਕਾ ਦੇ ਵਿੱਚ ਇੱਕ ਬੜਾ ਵੱਡਾ ਇਸ਼ੂ ਹੈ, ਜਿਹੜੇ ਕਿ ਬਹੁਤੇ ਇੰਡੀਅਨ ਜਿਹੜੇ ਨੇ ਇਹਦੇ ਖਿਲਾਫ ਨੇ, ਔਰ ਬਹੁਤੇ ਅਫਰੀਕਨ ਵੀ ਖਿਲਾਫ ਨੇ ਇਹਦੇ ਰਾਈਟ ਟੂ ਚੁਆਇਸ ਦੇ। ਉਹ ਵੀ ਫੈਮਲੀਆਂ ਬਣਾਉਣੀਆਂ ਚਾਹੁੰਦੇ ਆ ਸਾਰਾ ਕੁਛ, ਤੇ ਇਹ ਇਹਨਾਂ ਨੂੰ ਇਸ਼ੂ ਨਹੀਂ ਚੁੱਕਣਾ ਚਾਹੀਦਾ। ਇਹ ਦੋਵੇਂ ਨਿਸ਼ਟ ਜਾਣਗੇ ਕੰਪੇਨ ਦੇ ਵਿੱਚ, ਔਰ ਕੰਪੇਨ ਦੇ ਵਿੱਚ ਇਹ ਮੈਂ ਕਰਨਲ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਵੀ ਇਹਦਾ ਕੋਈ ਪੋਜ਼ੀਟਿਵ ਇਫੈਕਟ ਨਹੀਂ ਪੈਣਾ ਹੈਗਾ ਵੋਟਾਂ ਦੇ ਉੱਤੇ। ਕਿਸੇ ਕਿਸਮ ਦਾ ਇਹਨਾਂ ਨੇ ਕੋਈ ਵੋਟ ਬੈਂਕ ਨੂੰ ਨਹੀਂ ਹਿਲਾ ਸਕਣਾ।
ਤੇ ਹੋ ਸਕਦਾ ਹੈ ਜਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਨੂੰ ਇਹ ਦੋ ਇਸ਼ੂ ਚੁੱਕੇ ਨੇ ਇਹਨਾਂ ਦਾ ਸ਼ਾਇਦ ਨੈਗੇਟਿਵ ਪੈ ਜਾਵੇ। ਤੇ ਜਿਹੜਾ ਤੁਸੀਂ ਕਿਹਾ ਵੀ ਫੰਡ ਰੇਜ਼ਿੰਗ ਉਹ ਨੇਚਰਲੀ ਹੋਣੀ ਸੀ। ਸ਼ੀ ਇਜ਼ ਫਰੋਮ ਅਫਰੀਕਨ ਬਲੈਕ ਵੂਮਨ ਹੈ ਔਰ ਜੋ ਜਿੰਨੇ ਵੀ ਬੈਠੇ ਸੀਗੇ ਇਹਨਾਂ ਦੇ ਕਮਿਊਨਿਟੀ ਚੋਂ ਉਹਨਾਂ ਨੇ ਉਸੇ ਵੇਲੇ ਫੰਡ ਦੇ ਦਿੱਤਾ ਕਿ ਸਾਡੀ ਵਾਈਸ ਪ੍ਰੈਜ਼ੀਡੈਂਟ ਆ ਗਈ ਹੈ। ਇਹਦਾ ਇਹਨਾਂ ਨੂੰ ਉਹਦਾ ਫਾਇਦਾ ਹੋਇਆ। ਤੇ ਜਿਹੜਾ ਇਹ ਜੈ ਸ਼ੰਕਰ ਜੀ ਆਏ ਸੀ ਜਦੋਂ ਤੇ ਉਹ ਨਹੀਂ ਸੀ ਮਿਲੇ ਤੇ ਇਹਨਾਂ ਨੇ ਇਹ ਗੱਲ ਕਹੀ ਸੀ, ਉਹ ਬਿਲਕੁਲ ਸਹੀ ਗੱਲ ਇਹਨਾਂ ਨੇ ਕਹੀ ਸੀ। ਜੈ ਸ਼ੰਕਰ ਜੀ ਨੂੰ ਮਿਲਣਾ ਚਾਹੀਦਾ ਸੀ। ਜੈ ਸ਼ੰਕਰ ਜੀ ਨੇ ਬੜੀ ਵੱਡੀ ਇਨਸਲਟ ਕੀਤੀ ਡੈਲੀਗੇਸ਼ਨ ਦੀ, ਜਿਹੜੀ ਜੈ ਸ਼ੰਕਰ ਜੀ ਨੂੰ ਨਹੀਂ ਸੀ ਕਰਨੀ ਚਾਹੀਦੀ। ਪਰ ਜਿਹੜਾ ਇੰਡੀਅਨ ਵੋਟਰਸ ਨੇ ਉਹ ਰਿਪਬਲਿਕਨ ਨਾਲ ਜਾਣਗੇ। ਉਹਦਾ ਇੱਕ ਹੋਰ ਵੱਡਾ ਕਾਰਨ ਹੈ ਕਿ ਜਿਹੜੀ ਚਾਈਨਾ ਤੇ ਪਾਕਿਸਤਾਨ ਨਾਲ ਜਿਹੜਾ ਸਾਡੀ ਟਸਲ ਚੱਲ ਰਹੀ ਹੈ, ਉੱਥੇ ਜਾ ਕੇ ਹੁਣ ਅਮਰੀਕਾ ਨੇ ਜਿਵੇਂ ਸਾਊਥ ਚਾਈਨਾ ਸੀ ਦੇ ਵਿੱਚ ਜਾ ਕੇ ਮਿਲਟਰੀ ਖੜੀ ਲਿਜਾ ਕੇ ਖੜੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਮੋਦੀ ਸਾਹਿਬ ਨਾਲੇ ਪੂਰੀ ਤਰ੍ਹਾਂ ਕਹਿ ਰਹੇ ਨੇ ਫਾਰਨ ਸੈਕਟਰੀ ਵੀ ਅਸੀਂ ਇੰਡੀਆ ਦੇ ਨਾਲ ਖੜੇ ਹਾਂ। ਉਸ ਕਰਕੇ ਜਿੰਨਾ ਵੀ ਨੈਸ਼ਨਲਿਸਟ ਇੰਡੀਅਨ ਹੈਗਾ ਉਹ ਸਾਰਾ ਮੋਦੀ ਸਾਹਿਬ ਨਾਲ ਖੜਾ ਸੀ। ਤੇ ਜਿਵੇਂ ਤੁਸੀਂ 2 ਵਾਰੀ ਮੋਦੀ ਸਾਹਿਬ ਆਏ ਮੇਰਾ ਖਿਆਲ ਤੇ ਕਿਸ ਤਰੀਕੇ ਨਾਲ ਲੋਕੀ ਹੋਮ ਆ ਕੇ ਗਏ ਨੇ, ਉਹ ਉਵੇਂ ਹੀ ਉਸੇ ਤਰ੍ਹਾਂ ਹੀ ਹੁਣ ਜੋ ਡੋਨਲਡ ਟਰੰਪ ਸਾਹਿਬ ਦੇ ਮਗਰ ਖੜੇ ਹੋਣਗੇ ਤੇ ਰਿਪਬਲਿਕਨਸ ਨੂੰ ਵੋਟ ਪਾਉਣਗੇ। ਮੈਂ ਪਿਛਲੇ ਪ੍ਰੋਗਰਾਮ ਵਿੱਚ ਉਹਨਾਂ ਨੂੰ ਆਲਰੇਡੀ ਕਹਿ ਚੁੱਕਾ ਕਿ ਡੋਨਲਡ ਟਰੰਪ ਸਾਹਿਬ ਜਿੱਤਣਗੇ। ਤੇਜੀ ਭਾਈ ਸਾਹਿਬ ਨੇ ਵੀ ਕਹਿ ਦਿੱਤਾ ਕਿ ਉਹਨਾਂ ਦਾ ਅੱਜ ਹੈਗਾ ਇਹ। ਤੇ ਜੋ ਬਾਈਡਨ ਜੀ ਪੁਰਾਣੇ ਨੇ, ਸਿਆਣੇ ਨੇ, ਲੇਕਿਨ ਵੀਕ ਨੇ। ਇੱਕ ਇਹਨਾਂ ਦਾ ਹੈਲਥ ਇਸ਼ੂ ਬੜਾ ਵੱਡਾ ਹੈ ਯੁੱਧਵੀਰ ਜੀ, ਉਹ ਟੀਵੀ ਦੇ ਉੱਤੇ ਆ ਰਿਹਾ ਮੀਡੀਆ ਦੇ ਵਿੱਚ। ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਇਹ ਹੈਲਥ ਇਸ਼ੂ ਵੱਲੋਂ ਹੱਥ ਖੜੇ ਹੋ ਜਾਣਾ। ਤੇ ਉਸ ਗੱਲੋਂ ਵੀ ਡਰਦੇ ਨੇ ਲੋਕੀ ਵੀ ਜੇ ਇਹ ਵਾਈਸ ਪ੍ਰੈਜ਼ੀਡੈਂਟ ਨੂੰ ਮੁੜ ਕੇ ਬਣਨਾ ਪਿਆ ਪ੍ਰੈਜ਼ੀਡੈਂਟ ਤੇ ਉਹ ਵੂਮਨ ਆ ਜਾਏਗੀ ਤੇ ਉਹ ਵੀ ਅਫਰੀਕਨ ਰੀਜਨ ਦੀ, ਤੇ ਉਹ ਵੀ ਸਾਡੇ ਲਈ ਫਿਰ ਸਾਡੇ ਓਬਾਮਾ ਵਾਂਗੂ ਓਬਾਮਾ ਸਾਹਿਬ ਤੇ ਮੇਲ ਸਨ, ਇਹ ਫੀਮੇਲ ਫਿਰ ਬਹਿ ਜਾਏਗੀ ਸਾਡੇ ਸਿਰ ਤੇ। ਸੋ ਇਹ ਪੁਆਇੰਟਸ ਨੇ ਜਿਹੜੇ ਕਿ ਉੱਥੋਂ ਦੀ ਸਮਾਜ ਦੇ ਵਿੱਚ ਬੜੇ ਸੀਰੀਅਸਲੀ ਲੈ ਜਾਣਗੇ ਹੁਣ ਉੱਥੋਂ ਦੇ ਵੋਟਰਾਂ ਦੇ ਵਿੱਚ। ਔਰ ਉਹ ਵੋਟਰ ਜ਼ਿਆਦਾਤਰ ਹੁਣ ਡੋਨਲਡ ਟਰੰਪ ਦੇ ਮਗਰ ਜੁੜਨਗੇ ਤੇ ਡੋਨਲਡ ਟਰੰਪ ਸਾਹਿਬ ਜਿੱਤਣਗੇ। ਇਹ ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਡਿਕਲੇਅਰ ਕਰ ਚੁੱਕਾ, ਅੱਜ ਫਿਰ ਮੈਂ ਡਿਕਲੇਅਰ ਕਰਦਾ ਕਿ ਮੈਂ ਉਹਨਾਂ ਨੂੰ ਮੈਂ ਵੀ ਜਿਤਾ ਰਿਹਾ, ਉਹ ਵੀ ਉਹੀ ਜਿੱਤਣਗੇ। ਕਿਹਨਾਂ ਨੂੰ ਜਿਤਾ ਰਹੇ ਤੁਸੀਂ? ਡੋਨਲਡ ਟਰੰਪ ਸਾਹਿਬ ਨੂੰ। ਡੋਨਲਡ ਟਰੰਪ ਸਾਹਿਬ ਨੂੰ ਜਿਤਾ ਰਹੇ ਹੋ? ਹਾਂਜੀ ਹਾਂਜੀ। ਬਾਕੀ ਪੈਨਲ ਮੈਂਬਰ ਦੇ ਵਿਚਾਰ ਵੀ ਲੈ ਲੈਣੇ ਆ ਕਿ ਹੂ ਦੇ ਸੀ ਰੁਪਏ ਹੈ ਜੀ ਕੀ ਲੱਗਦਾ ਤੁਹਾਨੂੰ ਇਸ ਟਾਈਮ ਦੇ ਉੱਤੇ ਕੌਣ ਸਟਰੋਂਗ ਨਜ਼ਰ ਆ ਰਿਹਾ? ਯੁੱਧਵੀਰ ਜੀ ਇਸ ਵੇਲੇ ਜੋ ਸਿਚੁਏਸ਼ਨ ਹੈਗੀ ਆ ਉਹ the way ਇਹਦੇ ਜੇ ਯਾਦ ਰੱਖਣ ਵਾਲੀ ਚੀਜ਼ ਹੈ, ਇਟਸ ਨਾਟ ਅਬਾਊਟ ਪਪੂਲੈਰਿਟੀ ਔਰ ਇਟਸ ਨਾਟ ਅਬਾਊਟ ਥਿੰਗ। ਜਿਵੇਂ US ਵੋਟਸ ਔਰ ਜਿਵੇਂ ਜਿੱਦਾਂ ਉਹਨਾਂ ਦਾ ਜਿਹੜਾ ਇਹਨਾਂ ਦਾ ਵੋਟ ਕਾਊਂਟਿੰਗ ਹੁੰਦੀ ਹੈ, ਇਹ ਹਿਸਾਬ ਨਾਲ ਇਸ ਵੇਲੇ ਡੋਨਲਡ ਟਰੰਪ ਡੈਫੀਨੇਟਲੀ ਮਾਰਜਨਲੀ ਅੱਗੇ ਹੈਗੇ। ਮਗਰ ਕਿਵੇਂ ਅਗਲੀਆਂ ਸਿਚੁਏਸ਼ਨ ਆਉਂਦੀ ਹੈ, ਇਕੋਨਮੀ ਨੂੰ ਕਿਵੇਂ ਉਹ ਸੰਭਾਲਦੇ ਆ ਐਂਡ ਹਾਊ these two ਇਹ ਕਿਵੇਂ ਉੱਭਰ ਕੇ ਅੱਗੇ ਆਉਂਦੇ ਆ, ਖਾਸ ਤੌਰ ਤੇ ਜੋ ਬਿਡਨ ਬਿਕੋਜ਼ ਕਿ ਲੋਕਾਂ ਨੇ ਉਹਨਾਂ ਦੇ ਫੇਸ ਨੂੰ ਵੋਟ ਪਾਉਣੀ ਹੈ। ਔਰ ਅੱਜ ਦੇ ਦਿਨ ਜੇ ਦੇਖਿਆ ਜਾਏ ਤੇ there is no doubt about that ਕਿ ਪੋਪੂਲੈਰਿਟੀ ਵਾਈਜ਼ ਸਟਿਲ ਡੋਨਲਡ ਟਰੰਪ ਹੈਡ। ਸੋ ਅੱਜ ਜਿਵੇਂ ਤੁਸੀਂ ਪੁੱਛਦੇ ਹੋ, ਆਈ ਵਿਲ ਰੇਟ ਦਿਸ ਕਿ ਵੀ ਯੈਸ ਡੋਨਲਡ ਟਰੰਪ ਹੈਜ਼ ਚਾਂਸਸ ਆਫ ਕਮਿੰਗ ਬੈਕ। ਜੀ ਅਬਰਾਜ ਸਾਹਿਬ ਤੁਹਾਡਾ ਕੀ ਕਹਿਣਾ ਹੈਗਾ? I think ਜੀ as I said advantage ਹਾਲੇ ਵੀ ਡੋਨਲਡ ਟਰੰਪ ਦੇ ਨਾਲ ਹੀ ਹੈਗਾ, ਕਿਉਂਕਿ I think ਜਿਹੜੇ ਇਸ਼ੂਜ਼ ਹੈਗੇ ਨੇ ਉਹ ਬੜੇ ਕੰਪਲੈਕਸ ਹੋ ਗਏ ਹੈਗੇ। not only the coronavirus and I think putting an accountability and ਜਿਹੜੇ trade issues ਹੈਗੇ ਨੇ, I think ਜਿਹੜੇ overall ਜਿਹੜਾ benefit ਟਰੰਪ ਨੂੰ ਜਾਂਦਾ ਹੈਗਾ that he's been able to change the way business used to happen, and that has helped America to bring back a lot of jobs and lot of industries ਜਿਹੜੀਆਂ ਉੱਥੇ ਬੰਦ ਹੋ ਗਈਆਂ ਸੀ। ਤੇ and ਜਿਹੜੀ ਉਹਨਾਂ ਦੇ trade sanctions ਜਾਂ ਜਿਹੜੀ trade problems ਚਾਈਨਾ ਵਿੱਚ ਚੱਲ ਰਹੀਆਂ ਹੈਗੀਆਂ, because again this election has turned into a very nationalistic kind of election, and people would see who is better off in dealing with China at this point. And in spite of being very erratic, Donald Trump seems to be much more stronger in taking certain steps
which no other American president in last 15-16 years have taken. So from that perspective, I think he has an advantage, unless something drastic happens in between now and November. But still, I feel that he holds an edge, and I won't be surprised that between now and November, Donald Trump is looking for G7 meeting in US, and you would see, if that happens, Prime Minister Modi traveling to US in support of Donald Trump. I will not be surprised with that. युद्धवीर जी, मैं दो फैक्टर भुल गया। देखो, एक तो जनरल सुलेमान जोड़े ईरान वाले सन, उन्हों का एलिमीनेशन करना ये डोनाल्ड ट्रंप वास्ते बहुत बड़ा प्लस पॉइंट है। अमेरिका दे विच बहुत बड़ा प्लस पॉइंट है, तुसीं भी अंडरस्टैंड करते हो। और दूसरा जिहड़ा ने इन्होंने इजराइल ते यूएई दे विच हुण एग्रीमेंट करवा दिता है, दिस इज आल्सो अ बिग फैक्टर जिहड़ा कि इन्हां नूं प्रेजिडेंट बनने च बहुत वड्डी हेल्प करनगे। सो ये सारे ये दो फैक्टर भी बड़े वड्डे फैक्टर ने जिहड़े इन्हां नूं दोबारा बनाने विच मदद करनगे। मैं भुल गया सी, मैं ऐड कर रहा। बिल्कुल ऐतिहासिक डील हुई है। असं दर्शकों की जानकारी दस दईए कि इजराइल और यूएई ये बड़ी ऐतिहासिक डील जी अनाउंसमेंट की गई है। हाल ही में अज असीं सवेरे ब्रेकिंग न्यूज़ तुहाडे साझी की सी। हाँ जी, नेक्स्ट कॉल जी। हाँ जी जसवीर जी, तुसीं आउंदे हो। हाँ जी भाई, मैं कहना बन तक चलन या प्रोटेक्ट नॉट मोस्ट बेटर फॉर अमेरिका। जिदा ना पहले अपने देखा किहो जे हालात ने सारे वर्ल्ड की टेंशन क्लास किहो जिहा इंडिया किहो जिहा व्यवहार करदे आ, चाइना किहो जिहा करदे, किसे टेरिस बात किनू ऐ करदे, जिदा कहते हैं कि डम्मी गाई नू स्ट्रीट ते बसांदा, इहो जिहा काम करदे आ। ते किसे ने मिलना ही नहीं चंगी तरह, है ना। ते बन तो जाऊगा आई थिंक सो, पर मे बी ये लोग थोड़ी जे दिमाग वाले होंगे तो मेरी चेंज भी हो सकता। थैंक यू वेरी मच। थैंक यू जी। मैं फिर दो तीन पॉइंट जो मैं जरूर हाईलाइट करना चाहूँगा। एक तो असं जरूर गल करना चाहेंगे कि जिस तरह हुणे तुसीं गिल साहब कह रहे थे, इन्हां दी उम्र 78 साल की है, और मैं अपनी हिस्टरी दे विच कदे भी नहीं देखा, जिन्हें भी मैं इतिहास पढ़िया, राष्ट्रपति कोई नहीं बनया। तो जो बाइडन बन गए, तो जो बाइडन जी 78 साल की उम्र बन भी जाते, तो ये की मायने ने कि जे वो बन जाते 70 साल की उम्र से 82 साल की उम्र एक बार तो बाद 2024 च रिटायर हो जाते। इसे ये भी जानकारी जरूर साझी कर दीजिए कि 2024 आई थिंक जी कमला हैरिस ने एक तो जो ਹੁਣ ਤੋਂ ਲੈ ਕੇ 2020 ਤੋਂ ਲੈ ਕੇ 2024 तक जे जो बाइडन प्रेसिडेंट बनते हैं, पहली चीज तो यह किया, और जे जो बाइडन कोई बीमार हो जाते हैं तो कमला हैरिस टेक ओवर कर सकते हैं। दूसरा, जे 2024 तक वो ठीक रहते हैं और 2024 तक कोई दिक्कत नहीं आती, तो कमला हैरिस जिहड़े ने वो फिर 2024 के डेमोक्रेट्स के नॉमिनी होंगे, क्योंकि जो बाइडन ऐलान कर चुके हैं कि उन्होंने इलेक्शन एक बार लड़नी है। हाँ, ये हो सकता है कि जिदा कैप्टन अमरिंदर सिंह उन्होंने मन बदल गया, उम्र तो कैप्टन अमरिंदर सिंह उन्होंने लगभग 80 साल की हो जा रही है, लेकिन कैप्टन अमरिंदर सिंह उन्होंने मन बदल गया, तो जो बाइडन उन्होंने भी मन बदल सकता, पर जो बाइडन उन्होंने उम्र उस वेले 82 साल की हो जाएगी 2024 में। कुछ रिपब्लिकन खेमे की भी ऐसी खबर दे दी है कि रिपब्लिकन खेमे में निकी हैले जिन्हों के बारे असीं सारे जानते हैं जी कि अमेरिका के सॉरी अमृतसर के उन्होंने जन्म होया, और पंजाबियों की धी भी निकी हैले को कहा जाता है। तो 2024 के मेरे ख्याल के नाल निकी हैले डेफिनेटली रिपब्लिकन कैंडीडेट के तौर पर उभरेंगे, और हो सकता है कि असीं 2024 के एक पास एक ऐसी लड़की है जो कि इंडियन मदर ते जमैकन फादर है कमला हैरिस, दूसरी तरफ निकी हैली जिहदा कि अमृतसर के जन्म होया, उन्होंने दोनों का आपस में टाकरा 2024 देख सकते हैं। मैं प्रेडिक्शन अज कर रहा है, ऐसी पॉसिबिलिटी भी हो सकती है। खैर पॉलिटिक्स में हजे लंबा दौर है। रुक करते हैं अगली कॉल। रमेश चंद्र चौहान साहब, तुम आते हो, गो है।
बहुत अच्छा लगा आवाज सुनी है बड़े बड़ा आवाज तो उन्होंने भी वेलकम। एक छोटा क्वेश्चन है कि पार्टी को केड़ी पार्टी है जी इंडिया की बड़ी ताकत पे कि अभी आ रहे हैं बस मेरा एक छोटा सवाल है थैंक यू हाँ जी वन क्वेश्चन जी मैं एक तो बिल्कुल ਅਸੀਂ ਉਬਰਾਏ ਸਾਹਿਬ ਬਾਕੀ ਵੈਲਕਮ ਕਰਦੇ ਹਾਂ ਕਿ ਥੋੜੀ ਜਿਹੀ ਬ੍ਰੇਕ ਤੋਂ ਬਾਅਦ ਉਬਰਾਏ ਸਾਹਿਬ ਆ ਗਏ ਨੇ ਰੈਗੂਲਰ ਚੈਨਲ ਦੇ ਉੱਤੇ ਤੇ ਹੁਣ ਤੁਸੀਂ ਇਹਨਾਂ ਨੂੰ ਰੈਗੂਲਰਲੀ ਟਿਊਜ਼ਡੇ ਥਰਸਡੇਜ਼ ਔਰ ਸੈਟਰਡੇਜ਼ ਟਾਈਮ ਪਰਮਿਟ ਇਹਨਾਂ ਦੇ ਜਿਹੜੇ ਵੇਲੇ ਨਾਲ ਕੋਈ ਟਾਈਮ ਹੋਇਆ ਕਰੇਗਾ ਅਸੀਂ ਇਹਨਾਂ ਤੋਂ ਇਲਾਵਾ ਟਿਊਜ਼ਡੇ ਥਰਸਡੇ ਔਰ ਸੈਟਰਡੇ ਲਿਆ ਕਰਾਂਗੇ। ਬਾਕੀ ਜੇ ਤੁਸੀਂ ਸੁਣਿਆ ਤਾਂ ਰੋਜ਼ ਸ਼ਾਮ ਨੂੰ 7:30 ਵਜੇ ਵੱਖ-ਵੱਖ ਸਾਡੇ ਜਿਹੜੇ ਗੈਸਟ ਨੇ ਐਂਕਰਸ ਨੇ ਬੜੇ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਔਰ ਉਹਦੇ ਵਿੱਚ ਇਹਨਾਂ ਦੇ ਆਪਣੇ ਆਪਣੇ ਪੈਨਲ ਮੈਂਬਰਸ ਵੀ ਹੁੰਦੇ ਨੇ ਬੰਦੇ ਵਾਲੇ ਦਿਨ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਦੇਖਦੇ ਹੋ ਜੋ ਹੈਲਥ ਨਾਲ ਰਿਲੇਟਡ ਟਿਊਜ਼ਡੇ ਅਸੀਂ ਹਾਜ਼ਰ ਹੋ ਜਾਂਦੇ ਆ ਕਰਨ ਦੀ ਚੀਜ਼ ਕਰਕੇ ਵੈਨਸਡੇ ਵਾਲੇ ਦਿਨ ਇਕੋਨਮੀ ਦੇ ਉੱਤੇ ਨਿਊਜ਼ ਤੇ ਤੁਸੀਂ ਪ੍ਰੋਗਰਾਮ ਦੇਖਦੇ ਹੋ ਥਰਸਡੇ ਫਿਰ ਕਰੰਟ ਇਸ਼ੂਜ਼ ਔਰ ਐਨਾਲਿਸਿਸ ਤੁਸੀਂ ਦੇਖਦੇ ਹੈਗੇ ਹੋ ਫਰਾਈਡੇ ਵਾਲੇ ਦਿਨ ਸੰਘਾ ਸਾਹਿਬ ਕਮਿਊਨਿਟੀ ਇਸ਼ੂਜ਼ ਲੈ ਕੇ ਆਉਂਦੇ ਨੇ ਉਹਨਾਂ ਦੇ ਆਪਣੇ ਪੈਨਲ ਮੈਂਬਰ ਹੁੰਦੇ ਨੇ ਸੈਟਰਡੇ ਅਸੀਂ ਫਿਰ ਕਰੰਟ ਨਿਊਜ਼ ਔਰ ਐਨਾਲਿਸਿਸ ਲੈ ਕੇ ਹਾਜ਼ਰ ਹੁੰਦੇ ਹੈਗੇ ਆ ਔਰ ਸੰਡੇ ਵਾਲੇ ਦਿਨ ਨਾਹਰ ਔਜਲਾ ਸਾਹਿਬ ਉਹ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਨੇ ਸੋਸ਼ਲ ਇਸ਼ੂਜ਼ ਤੇ ਉਹਨਾਂ ਦਾ ਜ਼ਿਆਦਾ ਫੋਕਸ ਹੁੰਦਾ ਸੋ ਉਹ ਲੈ ਕੇ ਆਉਂਦੇ ਨੇ ਸੋ ਰੋਜ਼ ਸ਼ਾਮ ਨੂੰ 7:30 ਵਜੇ ਸਾਡੀ ਡਿਸਕਸ਼ਨ ਹੁੰਦੀ ਹੈ ਸਾਡੇ ਅੱਜ ਦੇ ਪੈਨਲ ਮੈਂਬਰ ਕਰਨਲ ਰੁਪਿੰਦਰ ਹੋਰ ਅਮਨਜੀਤ ਗਿੱਲ ਸਾਹਿਬ ਔਰ ਨਾਲ ਹੀ ਸਜੀਵ ਰਾਏ ਸਾਹਿਬ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। तो कुछ ही पहले तो मैं जरूर जिक्र करना चाहूंगा कि जी अमेरिकन कम्युनिटी है ना बहुत इंपॉर्टेंट रोल प्ले करेगी इन शेपिंग द रिलेशनशिप बिटवीन इंडिया एंड अमेरिका फिर चाहे रिपब्लिकन हो चाहे डेमोक्रेट्स हो। टोटल पॉपुलेशन कितनी है तकरीबन 4 मिलियन की जैसे आप इंडो अमेरिकन की गल करिए तो 4 मिलियन की पॉपुलेशन है। अच्छा ये जी पॉपुलेशन है इंडो अमेरिकन की बड़ी इन्फ्लुएंशियल है पैसा भी है ना कोई और पॉलिटिक्स के बड़ी एक्टिवली हिस्सा भी लेते हैं जो अभी सीधे सीधे वोटर कितने हैं तो वोटर कितने हैं एक अंदाजे के मुताबिक 1.2 मिलियन तो तकरीबन 12 लाख इंडियन अमेरिकन वोटर है तो 12 लाख वोटर खासकर जी 8 स्टेट ऐसा ने जोड़ा कि मेक और ब्रेक भी मामला रख रही ने 8 स्टेट के बड़ा इन्फ्लुएंस है तो इस कारण काफी ज्यादा इंपॉर्टेंस हो जाती है। ये थोड़ा याद रहे कि हम सवाल के उत्ते आ जाते हैं एग्जैक्ट सवाल के उत्ते कि की लगता है किसी हाल ही हाउडी मोडी इवेंट होस्टन देखा हुए तो स्लोगन बनया सीगा अब की बार ट्रंप सरकार तो नरेंद्र मोदी ने और ट्रंप के रिलेशनशिप बड़े स्ट्रॉन्ग ने हालांकि कोई बहुत ज्यादा बेनिफिट तो नहीं देंगे वो बट रिसेंटली असं ये देखने में आया है कि इंडिया और अमेरिका ने अपने रिलेशनशिप को बहुत ज्यादा स्ट्रेंथन कर लिया है। ट्रंप साहब और मोदी साहब के आपस की केमिस्ट्री भी बड़ी ना मिलती है। इंडिया के फॉरेन मिनिस्टर एस जयशंकर रिसेंटली पिछले हफ्ते ही उन्होंने ये सेक्रेटरी स्टेट माइक पॉम्पियो के नाल बड़ी इंपॉर्टेंट गलबात की है और आपस के दोस्ताना तल्लुकात में बहुत तेजी के नाल बढ़ते चले जा रहे हैं। लेकिन जो बाइडन उन्होंने खासकर कश्मीर के मुद्दे के उत्ते हाल ही बयान दिता सीगा और कश्मीर की गलबात को लैके इंडिया के फॉरेन मिनिस्टर एस जयशंकर उन्होंने नाल जिहड़े कमला हैरिस ने उत्थे भी थोड़ी जी ट्रबल जी उत्थे भी थोड़ी जी टेंशन आई सी। तो इस कारण मैं समझता है कि फिलहाल जो असीं गल करिए इंडिया फाइल की गल करिए तो ये तो नहीं असीं कह सकते कि ट्रंप साहब के आउण दे नाल ज्यादा फायदा होगा बट आई वुड से कि इस वेले थोड़ा जहा पलड़ा ट्रंप साहब वाल में भारी समझदा बाकी आई लेट आवर गेस्ट आल्सो आंसर दैट जी की कहूंगे रुपिंदर हैर जी। युद्धवीर जी जो इस वेले ट्रंप और मोदी की केमिस्ट्री है ना वो सारे ही इंडो अमेरिकन उत्ते ਉਹਦਾ ਕਾਫੀ ਅਸਰ ਹੈ। ਸੋ ਔਰ ਇਸ ਵੇਲੇ ਜਿਵੇਂ ਅਸੀਂ ਅੱਗੇ ਵੀ ਕਿਹਾ ਸੀਗਾ ਕਿ ਜਿਹੜਾ ਇਹ ਮੂਵ ਕੀਤਾ ਨੇ ਇਹਨਾਂ ਨੇ ਇਹ ਥੋੜਾ ਲੇਟ ਹੈਗਾ। ਆਈ ਡਾਊਟ ਕਿ ਇਸ ਵੇਲੇ ਇਹਨਾਂ ਦੇ ਆਉਣ ਕਰਕੇ ਇੰਡੋ ਕੈਨੇਡੀਅਨ ਜਿਹੜੇ ਇੰਡੋ ਅਮਰੀਕਨ ਜਿਹੜੇ ਹੈਗੇ ਆ ਉਹਨਾਂ ਦਾ ਝੁਕਾਅ ਜਿਹੜਾ ਆ ਇਹਨਾਂ ਵੱਲ ਹੋਏਗਾ और मोदी और ट्रंप की केमिस्ट्री नहीं छड्ड के। सो दैट इंपैक्ट मेरा जो ओपीनियन है इंडो अमेरिकन विल बी प्रोडोमिनेंटली वोटिंग रिपब्लिकन्स और ਉਹਦੇ 'ਚ ਇਹ ਮੇਜर ਜਿਹੜਾ जो ਤੁਸੀਂ ਕਿਹਾ कि उन्होंने हौडी मोदी वाली जी ट्रंप सरकार वाला नारा जोड़ा वो लोगों के दिमाग अजे भी फ्रैश है और गूंज रहा और वह असर जोड़ा डेफिनेटली होएगा। जे यो चीज़ जी जे ना प्रेजिडेंशियल इलैक्शन ही लड़ते और अज तो 7-8 महीने पहला तो शी वुड हैव बीन देयर शायद ਇਹਦਾ ਮੇਜਰ असर ਹੁੰਦਾ वोट्स ज़्यादा टोड़न की इन्हों की संभावना सीगी। बट
एज ऑफ नाउ आई फील कि थोड़ा बहुत फर्क पड़ेगा, नॉट मच। जी अबरार साहब ਤੁਸੀਂ ਕੀ ਐਡ ਕਰਨਾ ਚਾਹੋਗੇ? आई थिंक युद्धवीर जी अगर ਅਸੀਂ ਹਿਸਟਰੀ ਦੇਖੀਏ ਤੇ ਨਾਰਮਲੀ ਇੰਡੀਅਨ ਜਿਹੜੀ ਪੋਪੂਲੇਸ਼ਨ ਸੀ ਦੇ ਵਰ ਔਰ ਡੈਮੋਕ੍ਰੈਟਿਕ ਤੇ ਅਗੇਨ ਲੀਨ ਕਰਦੇ ਸੀ, ਬਟ आई थिंक थिंग्स चेंज्ड। अगर ਤੁਸੀਂ ਪਿਛਲੇ 20 ਸਾਲਾਂ ਦੀ ਅਗਰ ਹਿਸਟਰੀ ਦੇਖ ਲਓ ਤਾਂ ਸਭ ਤੋਂ ਜ਼ਿਆਦਾ ਜਿਹੜਾ ਕੰਮ ਇੰਡੀਆ ਤੇ ਯੂਐਸ ਵਿੱਚ ਹੋਇਆ ਹੈਗਾ, ਜਿਹੜੇ ਉਹਨਾਂ ਦੇ ਰਿਲੇਸ਼ਨ ਸਟਰੋਂਗ ਹੋਏ ਔਰ ਰਿਪਬਲਿਕਨ ਦੌਰ ਵਿੱਚ ਹੋਏ ਹਨ। ਤੁਹਾਨੂੰ ਜਾਰਜ ਬੁਸ਼ ਜੂਨੀਅਰ ਯਾਦ ਹੋਏਗਾ ਜਦ ਸਿਵਲ ਨਿਊਕਲੀਅਰ ਡੀਲ ਸਾਈਨ ਹੋਈ ਸੀ, that was the pivot in changing India-US relationship। ਤੇ ਉਹਦੇ ਬਾਅਦ ਓਬਾਮਾ ਰਜੀਮ ਆਈ, ਉਹਨਾਂ ਨੇ ਕੰਮ ਜ਼ਰੂਰ ਕੀਤਾ, ਬਟ ਅਗੇਨ ਬੜੇ ਇਸ਼ੂਜ਼ ਵਿੱਚ ਦੋਨੋਂ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਦੀ differences ਸੀ। but again ਜਦ ਟਰੰਪ ਐਡਮਿਨਿਸਟ੍ਰੇਸ਼ਨ ਆਈ ਤੇ ਮੇਜਰ ਡਿਫੈਂਸ ਜਿਹੜੀ ਕੋਆਪਰੇਸ਼ਨ ਹੈਗੀ ਹੈ even in Indo-Pacific and signing of agreements like COMCASA, ਜਿਹੜੇ ਸਿਰਫ NATO allies ਕੁਝ NATO allies ਨੇ ਸਾਈਨ ਕੀਤਾ ਹੈਗਾ ਉਹ agreement which India has signed now with US। ਤੇ आई थिंक मोस्ट ऑफ द ਕੰਮ ਜਿਹੜਾ ਹੋਇਆ ਹੈਗਾ, ਜਿਹੜੇ ਕੰਕਰੀਟ ਸਟੈਪਸ ਜਾਂ ਜਿਹੜੇ ਕੰਕਰੀਟ ਰਿਜ਼ਲਟ ਆਏ ਹੈਗੇ ਪਿਛਲੇ 20 ਸਾਲਾਂ ਵਿੱਚ, ਉਹ ਰਿਪਬਲਿਕਨ ਰਜੀਮ ਵਿੱਚ ਆਏ ਹੈਗੇ। ਤੇ ਮੈਨੂੰ ਲੱਗਦਾ ਹੈਗਾ ਕਿ आई थिंक with older population, predominantly Indian older population, they are leaning towards Republicans as against Democrats। I think advantage अगर Indian diaspora ਦੀ ਹੈਗੀ ਅੱਜ ਦੀ date which from the previous records also, and Modi factor plays a very important role। ਮੈਨੂੰ ਲੱਗਦਾ ਹੈ that will tilt towards Republicans, especially in the states where it matters the most। ਠੀਕ ਹੈ ਜੀ, ਹੋਰ समय इजाजत नहीं दे रहा जी, बाकी भी ਜਿਹੜੀ ਗੱਲਬਾਤ ਹੈਗੀ ਹੈ ਅਸੀਂ ਆਉਣ ਵਾਲੇ ਰੱਖਾਂਗੇ। ਮੈਂ ਮੇਰੇ ਗੈਸਟ ਨੇ, ਰਿਸਪੈਕਟਡ ਗੈਸਟ ਨੇ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਆਪਣਾ ਮੇਰਾ ਵਿਊ ਵੀ ਲੈ ਲਓ। थैंक यू वेरी मच। और मेरा व्यू भी ले लो सर, मेरा व्यू भी ले लो। वेलकम बैक, आने वाले प्रोग्राम करना गलबात सर जारी रहेगी। थैंक यू जी, वेलकम सर। और नाली मैं धन्यवाद करना चाहूँगा विर्क साहब ਦਾ। ਵਿਰਕ ਸਾਹਿਬ ਤੁਹਾਡਾ ਵੀ ਆਪਣਾ ਵਿਊ ਦੇ ਦਿਆਂ ਜੀ, ਮੈਂ ਵਿਊ ਪੁਆਇੰਟ ਦੇ ਦਿਆਂ ਇਸ ਇਸ਼ੂ ਤੇ। ਤੇ ਤੁਸੀਂ ਸਾਡੀ ਜਿਹੜੀ ਡਿਸਕਸ਼ਨ ਹੈ ਜ਼ਰੂਰ ਪਸੰਦ ਕੀਤੀ ਹੋਏਗੀ। ਅਸੀਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਇੰਡੀਆ ਦੇ ਇੰਡੀਪੈਂਡੈਂਸ ਡੇ ਦੀਆਂ ਜਿੱਥੇ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ, ਉੱਥੇ ਪਾਕਿਸਤਾਨ ਦੇ ਇੰਡੀਪੈਂਡੈਂਸ ਡੇ ਦੀਆਂ ਵੀ ਬਹੁਤ ਬਹੁਤ ਵਧਾਈਆਂ ਪੇਸ਼ ਕਰਦੇ ਹਾਂ। ਹੈਪੀ ਇੰਡੀਪੈਂਡੈਂਸ ਡੇ ਇੰਡੀਆ ਦੇ ਵਾਸਤੇ ਵੀ ਔਰ ਹੈਪੀ ਇੰਡੀਪੈਂਡੈਂਸ ਡੇ ਪਾਕਿਸਤਾਨ ਦੇ ਵਾਸਤੇ ਵੀ। ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਗੱਲਬਾਤ ਜ਼ਰੂਰ ਪਸੰਦ ਕੀਤੀ ਹੋਏਗੀ। ਜਿਹਦੇ ਜਸਵਾਲ ਨੂੰ ਇੱਥੇ ਇਜਾਜ਼ਤ ਦਿਓ, ਦੇਖਦੇ ਰਹੋ ਚੈਨਲ ਵਾਈ। Watching Channel Y. Channel Y. This is brought to you by Quick Truck Lube। ਰੈਗੂਲਰ ਆਇਲ ਚੇਂਜ ਦੀ ਟੈਨਸ਼ਨ ਤਾਂ ਹਮੇਸ਼ਾ ਰਹਿੰਦੀ ਹੈ, ਪਰ ਕੁਇਕ ਟਰੱਕ ਲਿਊਬ ਪ੍ਰੋਵਾਈਡ ਕਰਦੇ ਨੇ ਫਾਸਟ ਤੇ ਰਿਲਾਇਬਲ ਸਰਵਿਸ। ਕੁਇਕ ਟਰੱਕ ਲਿਊਬ। Insurance Tiger। www.insurance